ਅੰਗ ਹਿਤ ਜੋੜ ਸਾਧ ਨਾਲ ਇਕਾਗਰਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਸਰੂਪ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ ਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ ਭਾਰਤ ਦੇਸ਼ ਦੀ ਤਰੱਕੀ ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਛਤਰ ਚਬਰ ਤਖਤ ਦੇ ਮਾਲਕ ਬਾਣੀ ਤੇ ਮੋਹਿਤ ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਜੀ ਕੀ ਸਾਜੀ ਨਵਾਜੀ ਇਲਾਕਾ ਨਿਵਾਸੀ ਸਾਧ ਸੰਗਤ ਜੀਓ, गुरु जी के खास रूप खालसा साध संगत जी, गुरु पातशाह ने रहमत करके एक रोजा समागम कीर्तन समागम इस नगर दी संगतां जमीता सिद्धवां दी झोली च पाना कीता। सेवा का कुंभ लग्या जिस विच भिन्न सेवावां चल रही हैं ਤੇ ਕੀਰਤਨ ਦੀ ਸੇਵਾ ਨਿਸ਼ਕਾਮ ਕੀਰਤਨੀ ਜਥੇਬੰਦੀਆਂ ਗੁਰੂ ਪਾਤਸ਼ਾਹ ਲੈ ਰਹੇ ਨਾਲ ਪ੍ਰਬੰਧਕੀ ਵੀਰਾਂ ਨੇ ਚੰਗੇ ਸੌਂਦ ਦਾ ਇੰਤਜ਼ਾਮ ਕੀਤਾ ਹੈ। ਗੁਰੂ ਕੇ ਲੰਗਰ ਠੰਡੇ ਜਲ ਜੋੜਾ ਘਰ ਪਾਰਕਿੰਗ ਆਦਿ ਦਾ ਸੁਚੱਜਾ ਪ੍ਰਬੰਧ ਕਰਨ ਦਾ ਯਤਨ ਕੀਤਾ। ਹੇਠ ਬੈਠੀਆਂ ਸੰਗਤਾਂ ਲਈ ਚਾਨਣੀਆਂ ਦਾ ਪ੍ਰਬੰਧ ਕੀਤਾ। ਚੱਲ ਰਹੇ ਕੀਰਤਨ ਵਿੱਚ ਜਥੇ ਵੱਲੋਂ ਪ੍ਰੋਜੈਕਟਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਭਾਵ ਪ੍ਰੋਜੈਕਟ ਰਾਹੀਂ ਕੀਰਤਨ ਨੂੰ ਆਪ ਜੀ ਦੇ ਰੂਬਰੂ ਕਰਕੇ ਉਹਦੇ ਅਰਥ ਸਮਝਣ ਦੀ ਸਹੂਲਤ ਗੁਰੂ ਪਾਤਸ਼ਾਹ ਨੇ ਬਖਸ਼ੀ ਹੈ, ਜੋ ਕਿ ਯੁੱਗ ਦਾ ਫਾਇਦਾ YouTube ਰਾਹੀਂ ਦੇਸ਼ ਵਿਦੇਸ਼ ਵਿੱਚ ਕੀਰਤਨ ਨੂੰ ਰਿਲੇ ਕਰਨ ਦਾ ਗੁਰੂ ਪਾਤਸ਼ਾਹ ਸੇਵਾ ਲੈ ਰਹੇ ਨੇ। ਸੇਵਕਾਂ ਥੋੜੇ ਚਿਰ ਲਈ ਦਾਸ ਨੂੰ ਆਪ ਜੀ ਦੀ ਸੇਵਾ ਲਈ ਹੁਕਮ ਹੋਇਆ। ਦਾਸ ਦੀ ਪਹਿਲੀ ਹੀ ਬੇਨਤੀ ਹੁੰਦੀ ਹੈ ਕਿ ਮੇਰੇ ਚ ਐਸੇ ਕੋਈ ਗੁਣ ਨਹੀਂ ਹਨ ਕਿ ਮੈਂ ਆਪ ਜੀ ਦੀ ਸੱਚੀ ਸੇਵਾ ਨਿਭਾ ਸਕਾਂ, ਨਾ ਹੀ ਮੈਂ ਇਸ ਵਿਸ਼ੇ 'ਚ ਕੋਈ ਸਟੱਡੀ ਕੀਤੀ ਹੈ, ना कोई मेरे से महारत है। सिर्फ आप की असीस नाल कोई समा आप जी दे जोड़े साफ करने तो सब तो पहला आप जी दास दे सिर ते मेरे पर हाथ रखते हुए मन करके रचना करते हुए पवित्र शीश झुकाते हुए श्री गुरु ग्रंथ साहिब जी ने फतेह ना सांझ पानी करो गज बच के बुलाओ जी। वाहिगुरू जी का खालसा वाहिगुरू जी
ਦਿੱਤੀ ਹੋਈ ਅਸੀਸ, ਗੁਰੂ ਪਾਤਸ਼ਾਹ ਦੀ ਰਹਿਮਤ, ਅਕਾਲ ਪੁਰਖ ਦਿਆਲੂ ਸੁਭਾਅ ਹੈ। ਥੋੜ੍ਹੇ ਚਿਰ ਲਈ ਆਪ ਦੇ ਚਰਨਾਂ 'ਚ ਜੋ ਬੇਨਤੀਆਂ ਕਰਨੀਆਂ, ਐਸੀ ਕੋਈ ਗੱਲ ਨਹੀਂ ਜਿਹੜੀ ਲੰਮੇ ਸਮੇਂ ਤੋਂ ਜਥਾਪਤੀ ਦੇ ਨਗਰਾਂ 'ਚ ਵਿਚਰਿਆ ਗੁਰੂ ਪਾਤਸ਼ਾਹ ਨੂੰ ਭੇਜ ਰਹੇ ਨੇ। ਆਪ ਜੀ ਨੂੰ ਕੋਈ ਖਾਸ ਵੱਡੀਆਂ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ। ਕੇਵਲ ਤੇ ਕੇਵਲ ਜਿਸ ਧਰਮ ਨੂੰ ਤੁਸੀਂ ਅਡੋਪਟ ਕਰਦੇ ਹੋ, ਲਿਖਦੇ ਹੋ ਕਿ ਮੈਂ ਸਿੱਖ ਹੁੰਦਾ, ਉਹਦੇ ਬਾਰੇ ਹੀ ਆਪ ਜੀ ਨਾਲ ਸਾਂਝ ਪਾਈ ਜਾਂਦੀ ਹੈ ਕਿ ਸਿੱਖ ਕੌਣ ਹੁੰਦੇ ਨੇ, ਤੇ ਸਿੱਖਾਂ ਦਾ ਗੁਰੂ ਕੌਣ ਹੈ, ਸਿੱਖਾਂ ਦੀ ਮਰਿਆਦਾ ਕੀ ਹੈ, ਸਿੱਖਾਂ ਦੇ ਆਨੰਦ ਕਾਰਜ ਕੀ ਨੇ, ਇਹਦੇ ਨਾਲ ਨਾਲ ਮ੍ਰਿਤਕ ਸੰਸਕਾਰ ਕੀ ਹੈ, ਜਨਮ ਸੰਸਕਾਰ ਕੀ ਹੈ, ਨਾਮ ਸੰਸਕਾਰ ਕੀ ਹੈ। ਕਿਉਂਕਿ ਜਦੋਂ ਵੀ ਕੋਈ ਮਿਸ਼ਨ ਜਾਂ ਕੋਈ ਧਰਮ ਚੱਲਦਾ, ਉਹਦੇ ਸਾਰੇ ਕਾਨੂੰਨ ਘੜਨੇ ਪੈਂਦੇ ਨੇ। ਕੋਈ ਵੀ ਚੀਜ਼ ਚਲਾਉਣੀ ਕਿਸੇ ਕਾਨੂੰਨ ਵਿੱਚ ਹੀ ਚੱਲਦੀ ਹੈ, ਬਿਨਾਂ ਕਾਨੂੰਨ ਤੋਂ ਚੀਜ਼ ਜਿਹੜੀ ਹੈ ਇਹ ਜਿੰਨੀ ਕਾਇਨਾਤ ਹੈ ਇਹ ਵੀ ਕਿਸੇ ਹੁਕਮ ਰੂਪੀ ਕਾਨੂੰਨ ਵਿੱਚ ਚੱਲ ਰਹੀ ਹੈ। ਨਹੀਂ ਤਾਂ ਸੂਰਜ ਤੇ ਚੰਦਰਮਾ ਟਕਰਾ ਜਾਂਦੇ ਕਿਤੇ ਨਾ ਕਿਤੇ, ਜਿਵੇਂ ਕਾਨੂੰਨ ਤੇ ਚੱਲਦੇ ਆ। ਇਸ ਕਰਕੇ ਅੱਜ ਸਾਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ ਕਿ ਇਸ ਸਿੱਖ ਮਿਸ਼ਨ ਵਿੱਚ, ਇਸ ਗੁਰੂ ਪਾਤਸ਼ਾਹ ਦੇ ਤੋਰੇ ਦਾ ਨਾਂ ਖਾਲਸਾ ਪੰਥ ਰੱਖਿਆ ਗਿਆ। ਸਿੱਖ ਤੋਂ ਸਿੰਘ ਦੀ ਪਦਵੀ ਪ੍ਰਾਪਤ ਹੋਈ, ਸਿੱਖ ਹੋ ਰਹੇ, ਸਿੰਘ ਫਿਰ ਅੱਗੇ ਜਾ ਕੇ ਬਣੇ ਨੇ। ਇਹਦੇ ਨਾਲ ਨਾਲ ਉਹਨੂੰ ਖਾਲਸੇ ਦੀ ਪਦਵੀ ਵੀ ਬਖਸ਼ਿਸ਼ ਹੋਈ ਹੈ, ਤੇ ਖਾਲਸੇ ਦਾ ਸਨਮਾਨ ਸਤਿਕਾਰ ਵੀ ਗੁਰੂ ਪਾਤਸ਼ਾਹ ਨੇ ਬਹੁਤ ਹੱਦ ਤੋਂ ਬਾਹਰ ਕੀਤਾ। ਉਸ ਲੜੀ ਵਿੱਚ ਆਪ ਜੀ ਨਾਲ ਅਸੀਂ ਵਾਰ-ਵਾਰ ਸਾਂਝ ਕਰਦੇ ਹਾਂ ਕਿ ਸਿੱਖਾਂ ਵਿੱਚ ਵੀ ਕੁਝ ਗਿਰਾਵਟਾਂ ਕਾਫੀ ਨਜ਼ਰ ਆ ਰਹੀਆਂ ਨੇ। ਇਹਦੇ ਨਾਲ ਨਾਲ ਹਰ ਧਰਮ ਵਿੱਚ ਹੀ ਗਿਰਾਵਟ ਆ ਰਹੀ ਹੈ, ਜਿਹਦੇ 'ਚ ਮੀਡੀਆ ਦਾ, ਸਾਇੰਸ ਦਾ ਬੜਾ ਯੋਗਦਾਨ ਪੈ ਰਿਹਾ। ਇੱਕ ਇਲੈਕਸ਼ਨ ਸਿਸਟਮ ਆ ਗਿਆ, ਉਹਦੇ ਵਿੱਚ ਵੀ ਕਿਉਂਕਿ ਪਹਿਲਾਂ ਜਦੋਂ ਰਾਜੇ ਹੁੰਦੇ ਸਨ, ਉਹ ਰਾਜਾ ਜਿਹੜੇ ਧਰਮ ਨੂੰ ਵੀ ਪ੍ਰੈਫਰੈਂਸ ਦਿੰਦਾ ਸੀ, ਉਸ ਧਰਮ ਨੂੰ ਜਿੰਨਾ ਮਰਜ਼ੀ ਆਪਣੇ ਰਾਜ ਵਿੱਚ ਪ੍ਰਫੁੱਲਤ ਕਰ ਸਕਦਾ ਸੀ। ਉਹਦੇ ਕੋਲ ਪੂਰੀ, ਇਕੱਲੇ ਬੰਦੇ ਕੋਲ ਪੂਰੀ ਤਾਕਤ ਹੁੰਦੀ ਸੀ। ਇਸ ਕਰਕੇ ਇਹ ਜਦੋਂ ਲੋਕਤੰਤਰ ਪ੍ਰਣਾਲੀ ਆਈ ਹੈ ਤਾਂ ਉਹ ਤਾਕਤ ਜਿਹੜੀ ਇੰਡੀਵਿਜੂਅਲ ਇੱਕ ਬੰਦੇ ਨੂੰ ਨਹੀਂ ਦਿੱਤੀ ਗਈ। ਬੇਸ਼ੱਕ ਰਾਸ਼ਟਰਪਤੀ ਬਣਿਆ, ਪ੍ਰਧਾਨ ਮੰਤਰੀ ਬਣਿਆ ਹੋਇਆ, ਪਰ ਤੁਹਾਡੀ ਤਾਕਤ ਨਾਲ ਹੀ ਸਾਰਾ ਕੁਝ ਖੜਾ ਕੀਤਾ ਗਿਆ। ਜੇ ਪ੍ਰਧਾਨ ਮੰਤਰੀ ਦੀ ਤਾਕਤ ਹੁੰਦੀ ਤਾਂ ਕਦੇ ਵੀ ਉਹ ਇਹ ਬਿੱਲਾਂ ਨੂੰ ਵਾਪਸ ਨਾ ਕਰਦਾ। ਤਾਕਤੀ ਦਾ ਮਤਲਬ ਤੁਹਾਡੇ ਕੋਲ ਹੈ ਸਾਰੀ। ਹੁਣ ਇਹਦੇ ਵਿੱਚ ਬੜੀ ਬੜੀ ਘਾਟ ਆ ਗਈ ਹੈ ਕਿ ਲੋਕ ਆਪਣੀਆਂ ਵੋਟਾਂ ਦੀ ਖਾਤਰ ਧਰਮ ਨੂੰ, ਜਿਨ੍ਹਾਂ ਦੇ ਅੱਗੇ ਜਿਹਨੂੰ ਮੇਨਟੇਨ ਕਰਨਾ ਹੁੰਦਾ, ਉਹਨਾਂ 'ਚ ਕੋਈ ਜ਼ਰੂਰਤ ਨਹੀਂ ਹੈ। ਨਾ ਉਹ ਆਪ ਖੁਦ ਧਰਮੀ ਨੇ, ਨਾ ਉਹ ਧਰਮ ਦੀ ਕੋਈ ਗੱਲ ਕਰਦੇ ਨੇ। ਇਹਦੇ ਨਾਲ ਲੋਕਾਂ ਵਿੱਚ ਪਾਪ ਦਾ ਵਰਤਾਰਾ ਵੱਧ ਗਿਆ, ਝੂਠ ਦਾ ਵਰਤਾਰਾ ਵੱਧ ਗਿਆ, ਠੱਗੀਆਂ ਮਾਰਨ ਦਾ ਕੰਮ ਵੱਧ ਗਿਆ। ਨਾਲ ਨਾਲ ਅਜੋਕੇ ਸਿੱਖਾਂ ਵਿੱਚ ਵੀ ਬਹੁਤ ਗਿਰਾਵਟਾਂ ਨੇ। ਕਬਰਾਂ ਤੇ, ਮੜਿਆਂ ਤੇ, ਜਠੇਰਿਆਂ ਤੇ, ਧਾਗੇ ਤਵੀਤ, ਜੰਤਰ ਮੰਤਰ, ਟੂਣੇ ਟਮਾਣੇ, ਉਹਨਾਂ ਵਿੱਚ ਜਿਹੜੀਆਂ ਸਨਾਤਨ ਧਰਮ ਦੀਆਂ ਰਹੁ ਰੀਤਾਂ ਨੇ, ਉਹਨਾਂ ਵਿੱਚ ਪ੍ਰਵਿਰਤ ਹੋ ਕੇ ਵਿਚਰਨਾ, ਜਾਤ ਪਾਤ ਦਾ ਵਿਤਕਰਾ ਰੱਖਣਾ, ਇਹ ਕਾਫੀ ਕੁਛ ਗਿਰਾਵਟ ਜਿਹੜੀ ਖਾਲਸਾ ਪੰਥ ਵੀ ਆਏ, ਜਿਹਦੇ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੇ ਜਾਤ ਤੋੜ ਕੇ ਵਿਆਹ ਪੜ੍ਹਨੇ ਸ਼ੁਰੂ ਕੀਤੇ ਤਾਂ ਕਿ ਸਿੱਖਾਂ ਵਿੱਚੋਂ ਜਾਤ ਗੁਰੂ ਨਾਨਕ ਪਾਤਸ਼ਾਹ ਨੇ ਡੰਕੇ ਦੀ ਚੋਟ ਨਾਲ ਮੁਕਾਈ ਕਿ ਜਾਤ ਨਹੀਂ ਹੁੰਦੀ। ਧਰਤੀ ਤੇ ਜਿਹੜੇ ਬੰਦੇ ਆਉਂਦੇ ਨੇ, ਜਿਹੜੇ ਘਰ ਵਿੱਚ ਜੰਮਦੇ ਨੇ, ਉਹਨਾਂ ਦਾ ਇੱਕ ਜਨਮ ਹੁੰਦਾ, ਪਰ ਉਹ ਪਿੱਛੋਂ ਜਾਤ ਨਹੀਂ ਲੈ ਕੇ ਆਉਂਦੇ ਤੇ ਮਰਨ ਤੋਂ ਬਾਅਦ ਜਾਤ ਨਹੀਂ ਜਾਂਦੀ। ਪਰ ਸਨਾਤਨ ਧਰਮ ਵਿੱਚ, ਹਿੰਦੁਸਤਾਨ 'ਚ ਐਸੀ ਗੱਲ ਨੂੰ ਕਾਫੀ ਸਦੀਆਂ ਤੋਂ ਪ੍ਰਫੁੱਲਿਤ ਕੀਤਾ ਗਿਆ। ਵਿਚਾਰ ਵਰਣਨ ਨੇ, ਉਹਨਾਂ ਵਰਣਾਂ ਦੀਆਂ ਛੋਟੀ ਛੋਟੀਆਂ ਅੱਗੇ ਕੈਟੇਗਰੀਆਂ ਕੀਤੀਆਂ ਹੋਈਆਂ ਨੇ। ਜਿਉਂ ਜਿਉਂ ਇਹ ਕੈਟੇਗਰੀਆਂ ਵੱਧਦੀਆਂ ਗਈਆਂ ਤੇ ਉਹਦੀ ਸਾਡੀ ਤਾਕਤ ਖੇਰੂ ਖੇਰੂ ਹੁੰਦੀ ਗਈ ਹਿੰਦੁਸਤਾਨ ਦੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਧਰਮ ਵਿੱਚੋਂ ਜਿਹੜੀਆਂ ਕੁਰੀਤੀਆਂ ਸਨ ਉਹਨਾਂ ਨੂੰ ਦੂਰ ਕਰਕੇ ਨਵਾਂ ਖਾਲਸਾ ਪੰਥ ਖੜਾ ਕੀਤਾ। ਉਹਦੇ ਵਿੱਚ ਸਾਨੂੰ ਉਹਨਾਂ ਦੇ ਜਾਣ ਤੋਂ ਬਾਅਦ ਇਸ ਧਰਤੀ ਤੇ ਗੁਰੂ ਪਾਤਸ਼ਾਹ ਨੇ ਭੇਜਿਆ, ਜਨਮ ਦਿੱਤਾ ਪੰਜਾਬ ਦੀ ਸਰਹੱਦ। ਹੁਣ ਅਸੀਂ ਅੱਜ ਉਸ ਥਾਂ ਤੇ ਖੜੇ ਹਾਂ ਵੀ ਸਾਡੇ ਗੁਰਦੁਆਰੇ ਸਾਹਿਬਾਨ ਕੋਈ ਪਿੰਡ ਨਹੀਂ ਜਿੱਥੇ ਸਿੱਖਾਂ ਦੇ ਪਿੰਡ 'ਚ 15 ਘਰਾਂ ਦਾ ਵੀ ਗੁਰਦੁਆਰਾ ਬਣਾ ਲਿਆ ਹੋਇਆ। ਬੜੀ ਖੁਸ਼ੀ ਹੈ, ਇਹਨਾਂ ਦਾ ਗੁਰੂ ਨਾਲ ਪਿਆਰ ਹੈ, ਗੁਰਦੁਆਰਾ ਬਣਾਉਂਦੇ ਨੇ, ਨਿਸ਼ਾਨ ਸਾਹਿਬ ਲਾ ਲੈਂਦੇ ਨੇ। ਪਰ ਗੁਰਦੁਆਰੇ ਨਾਲ ਕਿਵੇਂ ਜੁੜਨਾ ਹੈ? ਜਿਵੇਂ ਹਿੰਦੂ ਸਮਾਜ ਵਿੱਚ ਕੇਵਲ ਮੰਦਿਰ ਵਿੱਚ ਜਾ ਕੇ ਮੂਰਤੀ ਨੂੰ ਮੱਥਾ ਟੇਕਣਾ, ਕਿਉਂਕਿ ਮੂਰਤੀ ਬੋਲਣਾ ਕੁਛ ਨਹੀਂ ਹੈ, ਉਹਦੀ ਮਾੜੀ ਮੋਟੀ ਪੂਜਾ ਉਹਨੂੰ ਧੂਪ ਤਾਪ ਦਿਖਾਣੇ, ਉਹਨੂੰ ਬੱਤੀਆਂ ਬੁੱਤੀਆਂ ਜਗਾਣੀਆਂ ਮਾੜੀ ਮੋਟੀਆਂ, ਮਨ
थोड़ा जिहा सुकून खड़दा इन्हां गल्लां 'ਚ। जदों भी बंदा घर तो टुट के किसी पासे नूं जांदा उदों बंदे दे मन नूं थोड़ा बहुत चैन आउंदा जे शरीर ठीक होए। इस करके आपो अपनी इस मन नूं ही खुश करन वास्ते कोई पहाड़ की सैर करन तुरिया, गोरे उधरों धक्के खांदे खांदे 6-6 दिन काम करके फिर इधर नूं आ जांदे भी असीं श्रीनगर देख जाइए, और देख जाइए, आ देख जाइए। इन्हां गल्लां नाल सिर्फ मन नूं जिथे मन लगातार रहिंदा उत्थे दुखी हो जांदा। ते जे रहे धर्म के दायरे में फिर दुखी नहीं हुंदा, आप भी सुखी हुंदा, लोकां नूं भी सुखी करदा। इस करके ये मिशन जिहड़ा सी उत्थे खड़ा हो गया भी तुहाडे आनंद कारज ग्रंथी सिंह करदे, तुहाडे नाम अगर सिंह ते कौर लग जाण ते नाल नाल गुरुद्वारे दे अंदर श्री गुरु ग्रंथ साहिब अमृत वेले प्रकाश हो जाए, शाम नूं सुखासन हो जाए, तुसीं आना आओ, नहीं आना ना आओ, तुसीं कोई बाणी पढ़नी है पढ़ो, नहीं पढ़नी ना पढ़ो, शराब पीनी तो शराब पीन, केस कटाने तो केस कटाने, झूठ बोलना तो झूठ बोलो, तो वह झूठ का या बेईमानी का आके मत्था टेक दो तो कह दो बाबा जी मेरे तो गलती हो गई है, मैंने माफ़ कर दो। पहले तो गलती भी नहीं कोई बंदा अपनी मानता भी मैं गलती की है, कोई तो मनते नहीं बंदा इन्होंने जी जग बरतों आते करने, जो दुनिया करती मैं भी उदी करना। तो गुरु घर का जोड़ा सिद्धांत है वह दुनिया तो बिल्कुल सैपरेट है। फिर हुण सानू मुश्किल ये की है भी सानू दुनिया में रह के सिद्धांत पालना, दुनिया तो ही छड्डनी नहीं है, ये रह के असीं उस सिद्धांतां की पालना करनी। इस करके जिन्ना चਿਰ तक सानू आम पद्धर ते सिद्धांतां की जानकारी नहीं दित्ती गई भी सिख कौन हुंदे ने, उदों तक असीं ये गल ढिल पा के रखी। जिहड़े साडे धार्मिक आगू सन उन्हां विच भी ऐसी उस समाज वांगू सोच नज़र आ रही है कि जिहड़ा एक अद्धा बंदा चंगा साफ सुथरा हो के बाहरों तो वह अपना बाणी पढ़े दूजे नूं पढ़न ना दे भी तू गलत पढ़ जानी है, तू पढ़ी ना इनूं तेरी बहुत पाप लग जाना, जां ऐसी गल करके पहला संथ्या लै जां इस तरीके का अच्छी गल सी, मैं उन्होंने माड़ा नहीं कहता। फिर बंदा हटे गया पीछे भी मैं पाठ भी थोड़ा पढ़िया करूँगा तो थोड़े मैं आनंद कारज कर दूंगा, तो ना उन्हें जोर लाया इस गल ते भी सारे बंदे सिख बनने चाहिए, तद ही गुरु नाल इन्हां दा रिश्ता जुड़ना। जदों ये गल साडे च नहीं आई तो असीं दुखां विचों दी झेलदे होए ते जिधर नूं सानूं किसी ने मूँह करा दिता उधर नूं असीं चल पए। इत्थों तक निकल गए कि असीं इत्थे इस बाईपास ते गुजर बैठा, उहदे कोल भी इस एरिए दे बंदे उहदे कोल जाके उहनूं पता नहीं की करदा की नहीं करदा, उत्थे भी तुरे जाणदे ने लोग। वो तां गुजर उत्थे बैठा, उन्हां काफ़ी जायदाद तुहाडे सिर ते बनाई हुई है। थोड़े इस एरिए में जोड़े क्रिश्चन है ईसाई ने वो बड़ा जोर लाते हैं जिदा भी घूम फिर के लोग साडे मिशन च आ जाए, तुसीं अपने धर्म नूं दसना की है, पर उधर धर्म की आप नूं जानकारी नहीं रही, थोड़े च गल पक्की नहीं हुई। असीं नहीं कहते किसी ईसाई नूं भी तू सिख बन जा, उसकी खुशी है बनना बने, नहीं बनना ना बने, असीं उसकी मदद करन तैयार है। कोई उन्हें डाट फुलका चाहिए देवांगे, होर किसी आर्थिक की मदद करांगे, कोई दवाई बूटी की करांगे जे साडे कोल गुंजाइश हैगी है। इस नगर के गुरुद्वारे च जे ईसाई बैठे ने उन्होंने कोई साडी आर्थिकता की लोड़ है, असीं छोटी मोटी उन्हां दी मदद, क्योंकि असीं किसी का जात धर्म जां कुल देख के असीं दी सेवा नहीं निभांदे, असीं एज एक इंसानियत करके सेवा करते हैं। भी एक इंसान का फर्ज बनता है सेवा करना, मनुखता की सेवा करना, पशु पंछियों की भी सेवा करना। जिन्हों के साडा लिंक है उन्होंने तो करनी, अपने मझां नूं तां पट्ठे पाने, जो होर भी किते जिन्हां साडा लिंक नहीं है, भाव जे किसी का डंगर खड़ा भुखा है तो असीं लंघण दे ते जे उत्थे पट्ठे साडे पा देण तो सानूं कोई हरा इतराज़ नहीं गा। ये गल्लां जिहड़ियां साडे चों जदों जी निकली आंदियां ते असीं जुलमी सुभाਅ बन गया, करैक्टर डाउन हो गए, नशियां की बौलता हो गई। ਇਹਦੇ ਨਾਲ समाज ਵਿੱਚ गंदे गंदे गाने सिंगरां ने दे दिते। वो गाने पहले ਜਿਹੜੇ कोई गीतकार ਹੁੰਦੇ सन पुराने, उन्हां गीतकारां ਵਿੱਚ ਦਾ भी गीत ਵਿੱਚ कोई वजन ਹੁੰਦਾ ਸੀ। जे कोई गीत बोलिया बेशक ਉਹਦੇ अंदर ਉਹ ਗੱਲਾਂ नहीं सी घटिया, पर ਉਹਦੀ ਜਿਹੜੀ ਬਲਡਿੰਗ ਸੀ ਉਹ ਅੱਛੀ ਬਣਾਉਂਦਾ ਸੀ ਵੀ समाज ਵਿੱਚ ਮੇਰੇ ਗੀਤਾਂ ਦਾ ਕੋਈ ਮਾੜਾ ਪ੍ਰਭਾਵ ਨਾ ਪਵੇ। ਜਿਵੇਂ ਸਾਡੇ 'ਚ ਕੋਈ ਜਮਲਾ ਸੀ ਕਹਿੰਦੇ ਉਹ ਐਸੇ ਬੋਲਦਾ ਹੁੰਦਾ ਸੀ ਕਿ बाबा नानक नीजा ला के बहती दुनिया सारी है, फिर कोडा इतने कोडे ने हथ कटारी फड़ ली है, इतने सज्जन ठग तुरे फिरदे ने, हुण आके फिर एक धरती से गेड़ा ला जावे।
ਬੂਝੇ ਦਿਲ ਜਗਾ ਜਾਵੇਂ, ਕੁਛ ਐਸੇ ਉਹਨੇ ਵਰਡਿੰਗ ਵਰਤਦਾ ਜਿਹਦੇ ਵਿੱਚ ਇੱਕ ਗੱਲ ਦੱਸੀ ਜਾਂਦੀ ਹੈ ਵੀ ਦੁਨੀਆ ਦੀ ਹਾਲਤ ਆ ਹੋਈ ਹੈ। ਇੱਥੇ ਅੱਜ ਦੇ ਸਿੰਗਰਾਂ ਨੇ ਗੱਲ ਦੱਸੀ ਹੈ ਵੀ ਸ਼ਰਾਬ ਪੀਣੀ ਚਾਹੀਦੀ ਹੈ, ਕਰੈਕਟਰ ਡਾਊਨ ਹੋਣੇ ਚਾਹੀਦੇ ਨੇ, ਤੇ ਜਾਤੀਵਾਦ ਤੇ ਗਾਣੇ, ਜੱਟ ਕਿਹਦੇ ਨਾਲੋਂ ਘੱਟ ਹੁੰਦੇ ਨੇ, ਏਦਾਂ ਦੇ ਗਾਣੇ ਦੇ ਕੇ ਗੋਲੀਆਂ ਦੇ ਚਲਾਣੀਆਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਦਿੱਤੀਆਂ ਲਗਾਤਾਰ। ਦੂਸਰੇ ਪਾਸੇ ਪਹਿਲਾਂ ਕਦੇ ਵੀ ਫਿਲਮ ਨਹੀਂ ਸੀ ਹੁੰਦੀ, ਉਦੋਂ ਕੋਈ ਨਾ ਕੋਈ ਇੱਕ ਦਾ ਡਰਾਮਾ ਹੁੰਦਾ ਸੀ। ਸਾਡੇ ਪਿੰਡ 'ਚ ਵੀ ਹੁੰਦਾ ਸੀ, ਕੀਮਾ ਮਲਕੀ ਦਾ ਕੋਈ ਡਰਾਮਾ ਖੇਡਦੇ ਹੁੰਦੇ ਸੀ ਰਾਤ ਨੂੰ, ਜਾਂ ਰਾਮਲੀਲਾ ਹੋਣੀ ਕਦੇ ਕਦੇ, ਇਹ ਚੀਜ਼ਾਂ ਹੁੰਦੀਆਂ ਸੀ। ਜਾਂ ਫਿਰ ਸਾਡੇ ਸਕੂਲ 'ਚ ਕੋਈ ਡਰਾਮਾ ਜਿਹੜਾ ਬੱਚਿਆਂ ਨੂੰ ਤਿਆਰ ਕਰਾ ਕੇ ਖਿਡਾਉਣਾ ਸਟੇਜ ਤੇ, ਜਿਹਦੇ ਨਾਲ ਕੋਈ ਸਮਾਜ ਨੂੰ ਅੱਛੀ ਸੇਧ ਦਿੱਤੀ ਜਾਏ। ਉਹ ਹੁਣ ਆ ਗਈਆਂ ਫਿਲਮਾਂ ਦਾ ਦੌਰ ਆਇਆ, ਤੇ ਫਿਲਮਾਂ ਵਿੱਚ ਉਹ ਗੰਦ ਦਿੱਤਾ ਗਿਆ ਜਿਹਦੇ ਨਾਲ ਰੋਜ਼ ਹੀ, ਪਹਿਲਾਂ ਤਾਂ ਕਿਤੇ ਥੀਏਟਰ 'ਚ ਜਾ ਕੇ ਦੇਖਦੇ ਸੀ, ਹੁਣ YouTube ਵਿੱਚ ਉਹਨੇ ਐਸਾ ਸਿਸਟਮ ਬਣਾ ਦਿੱਤਾ। ਇਹ ਕਲਯੁਗ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਹੁਣ ਘੋਰ ਕਲਯੁਗ ਪਹਿਲੇ ਆ ਜਾਏ ਤਾਂ ਅਤ ਕਥਨੀ ਨਹੀਂ ਹੈ, ਤੇ ਉਹਦੇ ਵਿੱਚ ਅਸ਼ਲੀਲ ਤੋਂ ਅਸ਼ਲੀਲ ਲੜਕੀਆਂ ਦੇ ਸਾਹਮਣੇ ਤੇ ਲੜਕਿਆਂ ਦੇ ਸਾਹਮਣੇ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ। ਜਦੋਂ ਪਹਿਲਾਂ ਥੀਏਟਰ ਬਣੇ ਤੇ ਥੀਏਟਰ ਦੇ ਬਾਹਰ ਲਿਖਿਆ ਹੁੰਦਾ ਸੀ, ਜਿੱਥੇ ਉਹਦੀ ਫਿਲਮ ਦੀ ਐਡਵਰਟਾਈਜ਼ਮੈਂਟ ਹੁੰਦੀ ਸੀ, ਉੱਥੇ ਲਿਖਿਆ ਹੁੰਦਾ ਸੀ ਕੇਵਲ ਬਾਲਕੋਂ ਕੇ ਲਈ। ਇਹ ਲਿਖਿਆ ਹੁੰਦਾ ਸੀ ਵੀ ਇਹ ਫਿਲਮ ਨੂੰ 20 ਜਿਹੜੇ ਮੈਰਿਡ ਬੰਦੇ ਨੇ ਉਹੀ ਦੇਖ ਸਕਦੇ ਨੇ, ਅਨਮੈਰਿਡ ਨਹੀਂ ਦੇਖ ਸਕਦੇ। ਫਿਰ ਵੀ ਕੋਈ ਸੰਜਮ ਮੰਨ ਲਓ। ਹੁਣ ਤਾਂ ਉਹਨੇ ਬੱਚਿਆਂ ਨੂੰ ਮੋਬਾਈਲਾਂ ਬਣਾਈਆਂ ਨੇ, ਉਹ ਸਾਰੀਆਂ ਗੱਲਾਂ ਜਾਣਦੇ ਨੇ, ਸਾਰਾ ਕੁਝ ਕਰੀ ਜਾਂਦੇ ਨੇ। ਇਸ ਕਰਕੇ ਜਿੰਨਾ ਚਿਰ ਤੱਕ ਜਿਹੜੇ ਧਰਮ ਦੀ ਦੁਨੀਆ 'ਚ 2-3 ਮੇਨ ਪੁਆਇੰਟ ਦਿੱਤੇ ਸੀ, ਇੱਕ ਇਹ ਪੁਆਇੰਟ ਦਿੱਤਾ ਸੀ ਕਿ ਮਰਨ ਤੋਂ ਬਾਅਦ ਤੁਸੀਂ ਮੁੱਕਣਾ ਨਹੀਂਗਾ ਹੈ, ਤੁਹਾਡੀ ਰੂਹ ਅੱਗੇ ਜਾਣੀ। ਇਹ ਗੱਲ ਮੇਨ ਸੀ ਧਰਮ ਦੀ, ਇਹ ਸਾਰੇ ਧਰਮਾਂ ਦੀ ਮੇਨ ਗੱਲ ਸੀ। ਪਰ ਹੁਣ ਤਾਂ ਕਲਯੁਗ ਵਿੱਚ ਐਸੇ ਪ੍ਰੀਚਰ ਖੜੇ ਹੋ ਗਏ, ਐਸੇ ਪ੍ਰਚਾਰਕ ਖੜੇ ਹੋ ਗਏ, ਜਿਹੜੇ ਆਮ ਸੰਗਤ ਨੂੰ ਕਹਿਣ ਲੱਗ ਪਏ, ਲੱਖਾਂ ਦੀ ਤਾਦਾਦ ਸੰਗਤ ਜੁੜੀ ਹੈ, ਉਹਨੂੰ ਕਹਿਣ ਲੱਗ ਪਏ ਕਿ ਮਰ ਕੇ ਕੁਝ ਵੀ ਨਹੀਂ ਹੁੰਦਾ। ਕੀ ਨਾ ਦੇਖਿਆ ਜੀ, ਜੇ ਧਰਮਰਾਜ ਰਸਤੇ 'ਚ ਆਉਂਦਾ, ਅਸੀਂ ਚੰਦਰਮਾ ਨੂੰ ਕੋਲ ਗਏ ਆ, ਨਾ ਗਿਆ ਕੋਈ, ਨਾ ਲੈਣਾ ਨਾ ਦੇਣਾ, ਨਾ ਜੋ ਸੈਂਸ ਨਾ ਕਹਿ ਦਿੱਤਾ ਕਰ ਦਿੱਤਾ, ਪਤਾ ਨਹੀਂ ਕਿੱਥੇ ਤੁਰਦੇ ਫਿਰਦੇ, ਕਿੱਥੇ ਨੇ ਹਾਈ ਕਿਹੜਾ ਤੇ ਫੋਟੋ ਖਿੱਚੀ ਹੈ ਚੰਦਰਮਾ ਤੇ ਫਿਰਦੇ ਨੇ। ਉਹ ਰਸਤੇ 'ਚ ਕੋਈ ਧਰਮਰਾਜ ਦੀ ਨਗਰੀ ਨਹੀਂ ਆਈ, ਇਹ ਤਾਂ ਐਵੇਂ ਗਾਵਾ। ਹੁਣ ਕੁਛ ਐਸੀ ਇਸ ਦੁਨੀਆ ਵਿੱਚ ਸਿਸਟਮ ਵਿੱਚ ਹੋਇਆ, ਕੁਝ ਤਾਂ ਬਹੁਤ ਜ਼ਿਆਦਾ ਸੂਖਮ ਹੈ, ਕੁਝ ਬਹੁਤ ਜ਼ਿਆਦਾ ਅਸਥੂਲ ਹੈ। ਭਾਵ ਸੂਖਮ ਹੁੰਦਾ ਬਰੀਕ ਤੋਂ ਬਰੀਕ, ਜਿਹੜਾ ਸਾਡੀ ਅੱਖਾਂ ਨਾਲ ਨਹੀਂ ਦਿਖਦਾ। ਵਾਇਰਸ ਹੈ ਕਰੋਨੇ ਦਾ, ਹੈਗਾ ਪਰ ਸਾਨੂੰ ਨਹੀਂ ਦਿਖਦਾ। ਹੁਣ ਇਹ ਕਹੀ ਜਾਣ ਵੀ ਜਿੰਨਾ ਚਿਰ ਸਾਨੂੰ ਦਿਖਿਆ ਨਹੀਂ ਅਸੀਂ ਮੰਨਦੇ ਨਹੀਂ, ਹੁਣ ਦੇਖ ਗਿਆ ਤੇ ਮੰਨ ਗਏ। ਕੀ ਪਤਾ ਦਿਖਿਆ ਹਜੇ ਕੀ ਦਿਖਿਆ, ਕਹਿੰਦੇ ਉਹਦਾ ਨਾਂ ਰੱਖ ਦਿੱਤਾ। ਤੇ ਗੁਰੂ ਨਾਨਕ ਜੀ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਲੇਖਾ ਹੁੰਦਾ। ਈਸਾ ਜੀ ਕਹਿੰਦੇ ਲੇਖਾ ਹੁੰਦਾ, ਮੁਹੰਮਦ ਸਾਹਿਬ ਕਹਿੰਦੇ ਲੇਖਾ ਹੁੰਦਾ, ਕ੍ਰਿਸ਼ਨ ਜੀ ਕਹਿੰਦੇ ਲੇਖਾ ਹੁੰਦਾ, ਰਵਿਦਾਸ ਜੀ ਕਹਿੰਦੇ, ਕਬੀਰ ਜੀ ਕਹਿੰਦੇ। ਉਹ ਇੱਕ ਬੜਾ ਵੱਡਾ ਸਿਸਟਮ ਸੀ ਧਰਮ ਦੀ ਦੁਨੀਆ 'ਚ ਰੱਖਿਆ ਹੋਇਆ ਕਿ ਮਨੁੱਖ ਦਾ ਹੀ ਲੇਖਾ ਹੈ, ਹੇਠਲੀਆਂ ਦੁਨੀਆਂ ਦਾ ਕੋਈ ਵੀ ਲੇਖਾ। ਉਹ ਤਾਂ ਭੋਗ ਰਹੀਆਂ ਨੇ ਦੁਨੀਆ, ਉਹ ਤਾਂ ਫਸੇ ਹੋਏ ਨੇ ਸਾਰੇ ਦੇ ਸਾਰੇ। ਪਰ ਮੈਂ ਨਾ ਵੀ ਐਸੀ ਹਾਲਤ ਨਾਲੋਂ ਸਾਡੇ ਨਾਲੋਂ ਉਹ ਕਾਫੀ ਚੰਗੇ ਹੋ ਗਏ। ਉਹ ਝੂਠ ਨਹੀਂ ਬੋਲਦੇ, ਉਹ ਕਰੈਕਟਰਲੈਸ ਨਹੀਂ ਹੁੰਦੇ, ਉਹ ਕੋਈ ਐਸਾ ਕਰਮ ਨਹੀਂ ਕਰਦੇ ਚੋਰੀ ਦਾ, ਠੱਗੀ ਦਾ। ਇਹ ਤਾਂ ਮਨੁੱਖਤਾ 'ਚ ਤਾਂ ਸਾਰਾ ਖਾਣ ਬੱਚਾ ਪੀੜ ਦਿੱਤਾ। ਉਹ ਕੋਈ ਨਸ਼ਾ ਨਹੀਂ ਪੀਂਦਾ ਜਾਨਵਰ। ਇਸ ਕਰਕੇ ਧਰਮ ਨੂੰ ਮੇਨਟੇਨ ਕਰਕੇ ਰੱਖਣਾ, ਸੋਚ ਸੀ ਨਾ ਮਹਾਂਪੁਰਖਾਂ ਦੀ, ਬਜ਼ੁਰਗਾਂ ਦੀ, ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਬੜੇ ਹੈ। ਹੁਣ ਰਾਜ ਕਾਹਦੇ ਨਾਲ ਹੁੰਦਾ? ਰਾਜ ਹੁੰਦਾ ਸ਼ਾਸਤਰਾਂ ਦੇ ਅਧੀਨ। ਸ਼ਾਸਤਰ ਮੈਨੇ ਯੁੱਧ ਵਿਦਿਆ। ਅੱਜ ਉਹ ਸ਼ਾਸਤਰ ਜਿਹੜੇ ਇਸ ਭਾਰਤ ਦੀ ਸਰਕਾਰ ਜਿਹੜੀ ਹਜੇ ਨਹੀਂ ਮੰਨਦੀ ਪਈ ਅਸੀਂ ਊਚ ਨੀਚ ਰੱਖਣੀ ਹੈ, ਉਹ ਜਿਹੜੇ ਨੀਚ ਨੂੰ ਕੋਈ ਹੱਕ ਨਹੀਂ ਸੀ ਸ਼ਸਤਰ ਚਲਾਉਣ ਦਾ। ਅੱਜ ਫੌਜ ਵਿੱਚੋਂ ਖੜਾ, ਗੱਲ ਦੇ ਉੱਤੇ ਖੜਾ ਹੋ ਬੰਦਾ। ਤੁਹਾਡੇ ਸਿੱਖਾਂ 'ਚ ਲਾਈਟ ਇਨਫੈਂਟਰੀ ਬਣਾਈ ਹੈ, ਜਿਹਦਾ ਤੁਸੀਂ ਉਹ ਅੰਗਰੇਜ਼ ਨਾਲ ਮਜ਼੍ਹਬੀ ਸਿੱਖ ਕਹਿਤਾ। ਉਹ ਹੁਣ ਉੱਥੇ ਇਨਫੈਂਟਰੀ 'ਚ ਭਰਤੀ ਹੋਇਆ, ਉਹਨੂੰ ਗਨ ਸਿਖਾਈ ਗਈ। ਜਦੋਂ ਕਿ ਸਨਾਤਨ ਧਰਮ ਵਿੱਚ ਗਨ ਕੇਵਲ ਜਿਹੜਾ ਹਥਿਆਰ ਹੈ, ਉਹ ਅਸਤਰ ਤੇ ਸ਼ਸਤਰ ਜਿਹੜੇ ਸਨ
ਉਹ ਕੇਵਲ ਖੱਤਰੀ ਨੂੰ ਹੀ ਸਿਖਾਲੇ ਜਾਂਦੇ ਸਨ, ਹੋਰ ਕਿਸੇ ਨੂੰ ਨਹੀਂ ਸਿਖਾਲੇ ਜਾਂਦੇ। ਅੱਜ ਹੁਣ ਇਹ ਗੱਲ ਤਾਂ ਨਹੀਂ ਮੰਨਦੇ ਵੀ ਉਹ ਵਾਰਾਣਸੀ ਦੇ ਉੱਤੇ ਰੱਖਣਾ ਤੇ ਜਿਹੜੀ ਫੌਜ ਖੜੀ ਕੀਤੀ ਹੋਈ ਹੈ ਉਹਦੇ ਚ ਜੱਟ ਵੀ ਸਭ ਤੋਂ ਜ਼ਿਆਦਾ ਇਹ ਵਿਚਾਰੇ ਯੋਗਦਾਨ ਪਾਦੇ ਆ, ਜਾਟ ਤੇ ਡੋਗਰੇ, ਜਿਨ੍ਹਾਂ ਨੂੰ ਇਜਾਜ਼ਤ ਹੀ ਨਹੀਂ ਹੈ ਰਾਜਪੂਤ ਤੋਂ ਬਿਨਾਂ ਸ਼ਸਤਰ ਵਿਦਿਆ ਲੈਣ ਦੀ। ਉਹ ਕਰਦੇ ਨੇ ਲੜਾਈ ਸਭ ਤੋਂ ਜ਼ਿਆਦਾ, ਪਰ ਉਹ ਫੇਰ ਹਜੇ ਉੱਥੇ ਖੜਦੇ ਨੇ ਵੀ ਅਸੀਂ ਹਿੰਦੁਸਤਾਨ ਦੀ ਜਾਤ ਪਾਤ ਬਣਾ ਕੇ ਰੱਖਣੀ। ਜੇ ਜਾਤ ਪਾਤ ਬਣਾ ਕੇ ਰੱਖਣੀ ਤੇ ਜਿਹੜਾ ਸਿਪਾਹੀ ਨੀਵੀਂ ਜਾਤ ਦਾ ਉਹ ਤਾਂ ਤੁਹਾਡੀਆਂ ਜੁੱਤੀਆਂ 'ਚ ਰਹੂਗਾ, ਫਿਰ ਬਰਾਬਰ ਕਿਵੇਂ ਬੈਠੂਗਾ, ਕਿਵੇਂ ਖਾਣਾ ਖਵਾਗਾ ਫੌਜ 'ਚ। ਇਹ ਗੱਲ ਗੁਰੂ ਨਾਨਕ ਜੀ ਨੇ ਇੱਥੇ ਆ ਕੇ ਡਾਕੇ ਦੀ ਯੋਜਨਾ ਕੀਤੀ ਵੀ ਇਹ ਗੱਲ ਗਲਤ ਹੋ ਗਈ ਹੈ, ਜਾਤ ਕਿਸ ਦੀ ਜੰਮਣ ਤੋਂ ਨਹੀਂ ਹੁੰਦੀ। ਪਰ ਸਾਡੇ ਵਿੱਚ ਵੀ ਐ ਧੁੱਸ ਗਈ ਹੈ ਗੱਲ ਵੀ ਚਾਹੇ ਕੋਈ ਇੱਕ ਵੀ ਮਰਲਾ ਨਹੀਂ ਜੱਟ ਦੇ ਮੁੰਡੇ ਕੋਲ, ਤੇ ਉਹ ਜੱਟ ਹੀ ਹੈ ਬਸ। ਤੇ ਤਰਖਾਣ ਕੋਲ 15 ਕਿੱਲੇ ਹੋ, ਫਿਰ ਵੀ ਤਰਖਾਣੇ ਨਾਲ ਲੱਕੜ ਦਾ ਕੰਮ ਕਰਦਾ, ਨਾ ਲੈਣਾ ਨਾ ਦੇਣਾ। ਇਸ ਕਰਕੇ ਜੋ ਤੱਕ ਇਹ ਜਾਤੀਵਾਦ ਤੁਹਾਡੇ ਚੋਂ ਨਹੀਂ ਮੁੱਕਿਆ, ਇਹ ਤੁਹਾਡੇ ਖੂਨ ਵਿੱਚ ਰਸ ਚੁੱਕਿਆ, ਤੇ ਉਸ ਗੱਲ ਦਾ ਹੰਕਾਰ ਹੈ ਜਾਤ ਦਾ। ਨੀਵੀਂ ਜਾਤ ਵਾਲੇ ਦੇ ਅੰਦਰ ਆਪਣੀ ਜਾਤ ਦਾ ਹੰਕਾਰ ਨਹੀਂ ਹੈ, ਉੱਚੀ ਜਾਤ ਦੇ ਅੰਦਰ ਆਪਣੀ ਜਾਤ ਦਾ ਹੰਕਾਰ ਹੈ। ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ ਰਾਜ, ਮਾਲ, ਜਾਤ, ਜੋਬਨ ਪੰਜ ਨੇ। ਰਾਜ, ਮਾਲ, ਰੂਪ, ਜਾਤ, ਜੋਬਨ, ਇਹ ਪੰਜੇ ਠੱਗ ਨੇ। ਹੁਣ ਉੱਥੇ ਜਿਹੜੀ ਜਾਤ ਹੈ ਉਹ ਜਾਤ ਉੱਚੀ ਜਾਤ ਵਾਲੇ ਨੂੰ ਮਾਣ ਹੈ ਵੀ ਮੈਂ ਬਾਹਮਣ ਹੋਣਾ, ਮੈਂ ਰਾਜਪੂਤ ਹੋਣਾ, ਮੈਂ ਜੱਟ ਹੋਣਾ। ਜਿਹੜਾ ਵਿਚਾਰਾ ਭੰਗੀ ਹੈ ਉਹਨੂੰ ਕਾਹਦਾ ਮਾਣ ਹੈ ਵੀ ਮੈਂ ਭੰਗੀ ਹੋਣਾ। ਇਸ ਕਰਕੇ ਬੰਦਾ ਇੱਕੋ ਜਿਹਾ, ਖੂਨ ਇੱਕੋ ਜਿਹਾ, ਅੱਖਾਂ ਇੱਕੋ ਜਿਹਾ, ਰੰਗ ਇੱਕੋ ਜਿਹਾ, ਦਿਨੇ ਰਾਤ ਪਹਿਲਾ ਪਾਈਆਂ 'ਚ ਕੰਮ ਕਰਦਾ, ਉਹਦਾ ਰੰਗ ਥੋੜਾ ਕਾਲਾ ਹੋ ਗਿਆ ਹੋਊਗਾ, ਹੋਰ ਕੀ। ਤੇ ਜਿੰਨੇ ਹੈਗੇ ਨੇ ਅਫਰੀਕਨ, ਇਹ ਸਾਰੇ ਕਾਲੇ ਨੇ। ਤੇ ਉਹ ਕਾਲਿਆਂ ਵਿੱਚੋਂ ਜਿਹੜਾ ਪਿੱਛੇ ਅਵਾਮਾ ਸੀ ਉਹ ਉੱਥੇ ਰਾਸ਼ਟਰਪਤੀ ਬਣਿਆ ਹੋਇਆ ਸੀ ਅਮਰੀਕਾ ਦਾ, ਕਾਲਿਆਂ ਵਿੱਚੋਂ। ਤੇ ਤੁਹਾਨੂੰ ਵੀ ਉਹ ਸਾਰੇ ਕਾਲੇ ਸਮਝਦੇ ਨੇ, ਤੁਸੀਂ ਉਹਨਾਂ ਨੂੰ ਕਾਲੇ ਸਮਝਣੇ, ਤੇ ਗੋਰੇ ਸਾਰੇ ਤੁਹਾਨੂੰ ਵੀ ਕਾਲਾ ਸਮਝਣ ਵੀ ਇਹ ਕਾਲੇ ਹੁੰਦੇ। ਇਹ ਵਾਯੂਮੰਡਲ ਦਾ ਫਰਕ ਹੈ। ਸੋ ਮੇਰਾ ਇਹ ਟੌਪਿਕ ਸਿਰਫ ਆਪਦੇ ਚਰਨਾਂ 'ਚ ਇਹ ਹੁੰਦਾ, ਕੀਰਤਨ ਤੁਸੀਂ ਸਰਵਣ ਕਰਨਾ ਹੁੰਦਾ ਕਿ ਤੁਹਾਨੂੰ ਸਿੱਖੀ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਏ ਕਿ ਸਿੱਖ ਸਵੇਰ ਨੂੰ 5 ਬਾਣੀਆਂ ਦਾ ਇੰਤਜ਼ਾਮ ਆਪਣਾ ਨਿਤਨੇਮ ਕਰਦਾ ਹੈ। ਮੁੱਢਲੀ ਜਾਣਕਾਰੀ ਵਿੱਚ ਸਿੱਖ ਦਾ ਨਾਂ ਕਿਵੇਂ ਰੱਖਣਾ ਹੈ, ਕਿਉਂਕਿ ਹਿੰਦੂ ਆਪਣੇ ਤਰੀਕੇ ਨਾਲ ਰੱਖੇਗਾ, ਮੁਸਲਮਾਨ ਆਪਣੇ ਤਰੀਕੇ ਦੇ ਨਾਂ ਹੋਣਗੇ, ਈਸਾਈਆਂ ਦੇ ਆਪਣੇ ਤਰੀਕੇ ਦੇ ਹੋਣਗੇ। ਉਸ ਤੋਂ ਬਾਅਦ ਬੱਚੇ ਦੇ ਜਨਮ ਦੇ ਟਾਈਮ ਕੀ ਕਰਨਾ ਹੈ, ਹਿੰਦੂ ਆਪਣੇ ਤਰੀਕੇ ਨਾਲ ਚੱਲੂਗਾ, ਈਸਾਈ ਆਪਣੇ ਤਰੀਕੇ ਨਾਲ ਚੱਲੂਗਾ। ਇਹਦੇ ਨਾਲ ਗੁਰਦੁਆਰੇ ਵਿੱਚ ਕਿੰਨੇ ਵਜੇ ਜ਼ਿਆਦਾ ਸਿਟਿੰਗ ਕਰਨੀ ਹੈ, ਕਿਹੜੇ ਟਾਈਮ, 2 ਟਾਈਮ ਹੈ, ਸਵੇਰ ਦਾ ਅੰਮ੍ਰਿਤ ਵੇਲਾ ਤੇ ਸ਼ਾਮ ਦਾ ਰਹਿਣਾ ਸਕਦਾ। ਜਦੋਂ ਦਿਨ ਡੁੱਬਣ ਲੱਗਦਾ ਉਹ ਟਾਈਮ, ਫਿਰ 2-2 ਘੰਟੇ, 2.5 ਘੰਟੇ ਸਿਟਿੰਗ ਲੈਣੀ ਹੈ ਸਵੇਰ ਨੂੰ, ਤੇ ਸ਼ਾਮ ਨੂੰ ਲਾ ਕੇ 2.5-3 ਘੰਟੇ ਵੀ ਤੁਸੀਂ ਸਿਟਿੰਗ ਲਾਓ। ਤੇ ਰੋਜ਼ ਇਹ ਗੱਲ ਨੂੰ ਆਪਣੇ ਦਿਮਾਗ 'ਚ ਪਾਓ, ਤੇ ਕਿਸੇ ਦਿਨ ਇਹ ਦਿਮਾਗ ਵਿੱਚ ਗੱਲ ਘਰ ਕਰੇਗੀ, ਲੰਮੀ ਹੋਏਗੀ। ਹੁਣ ਮੁਸ਼ਕਿਲ ਇਹ ਵੀ ਆਈ ਹੈ ਜੀ, ਅਸੀਂ ਕਿਸੇ ਨੂੰ ਕਹਿ ਕਿਉਂਕਿ ਅੰਮ੍ਰਿਤ ਛਕਾਣੇ ਆ, ਉਹਦੇ ਜਿਹੜੇ ਪਹਿਲੇ ਸੰਸਕਾਰ ਨੇ ਪ੍ਰਬਲ ਹੋਏ ਹੁੰਦੇ ਨੇ, ਤੇ ਜਦੋਂ ਅਸੀਂ ਉਹਨੂੰ ਪ੍ਰੇਰ ਕੇ ਛਕਾਣੇ ਆ, ਉਹਨਾਂ ਦੇ ਘਰ ਦੇ ਕੋਈ ਜਠੇਰੇ ਮੰਨਦੇ ਨੇ, ਜਾਂ ਕੋਈ ਸੱਪਾਂ ਵਾਲੀ ਜਗ੍ਹਾ ਬਣੀ ਹੋਈ ਹੈ ਪਿੰਡਾਂ ਵਿੱਚ ਕੱਢੀਆਂ ਹੋਏ ਬਾਬਿਆਂ ਨੇ। ਕੋਈ ਅੰਗਰੇਜ਼ ਦੇ ਘਰ ਸੱਪਾਂ ਦੀ ਜਗ੍ਹਾ ਨਹੀਂ ਹੋਈ, ਕਿਸੇ ਮੁਸਲਮਾਨ ਦੇ ਘਰ ਕੋਈ ਸੱਪਾਂ ਦੀ ਜਗ੍ਹਾ ਨਹੀਂ ਹੋਏਗੀ, ਨਾ ਉਹਨਾਂ ਨੂੰ ਤੰਗ ਕਰੂਗਾ। ਕਿ ਮਨ ਦੀ ਤਾਕਤ ਇੰਨੀ ਵੱਡੀ ਹੈ। ਇਸ ਕਰਕੇ ਸਾਡੇ ਜੋ ਗੱਲਾਂ ਮੈਂ ਇੱਥੇ ਸੁਣਦਾ, ਇੱਕ ਪਤਾ ਨਹੀਂ ਕਿ ਜਲ ਪੀਰ ਹੁੰਦਾ, ਕਦੇ ਦੇਖਿਆ ਨਹੀਂ, ਲੈਣ ਪਤਾ ਨਹੀਂ ਕਿਹਨਾਂ ਨਾਮ ਕੱਢੇ ਵੇ। ਇੱਕ ਹੋਰ ਹੁੰਦਾ, ਇਹਨੇ ਰੱਖਿਆ ਹੁੰਦਾ ਵੀ ਮੈਨੂੰ ਲੱਗਿਆ ਵਾ ਚਿੰਬੜਿਆ ਵਾ ਉਹ ਖੇਤਰਫਲ ਹੁੰਦਾ। ਖੇਤਰਫਲ ਸਾਡੇ ਹਿਸਾਬ ਦੇ ਸਵਾਲ ਹੁੰਦੇ ਸੀ, ਮੂਲ ਧਨ ਦੇ ਨਾ, ਉਹ ਹੁੰਦੇ ਸੀ ਵਰਗਾ ਕਰਦੇ ਵੀ ਲੰਬਾਈ ਜਦ ਮੈਂ ਚੜਾਈ ਪਤਾ ਨਹੀਂ, ਨਾਲ ਇੱਕ ਫਾਰਮੂਲਾ ਦੇਖੋ, ਖੇਤਰਫਲ ਨਿਕਲ ਜਾਂਦਾ ਵੀ ਇੰਨਾ ਲੰਬਾ ਸੀ ਖੇਤ, ਇੰਨਾ ਚੌੜਾ ਸੀ, ਇੰਨਾ ਹੀ ਦਾ ਖੇਤਰਫਲ ਹੋ ਗਿਆ। ਇਹਨੇ ਖੇਤਰਫਲ ਇੱਕ ਬਣਾਈ ਕੋਈ ਚੀਜ਼, ਤੇ ਉਹ ਜਨਾਨੀਆਂ ਨੂੰ ਜ਼ਿਆਦਾ ਚਿੰਬੜਦੇ ਹੈ, ਚਿੰਬੜਦੇ ਵੀ ਜ਼ਿਆਦਾ ਇਹਨਾਂ ਨੂੰ, ਜਲ ਪੀਣ ਵੀ ਜ਼ਿਆਦਾ ਇਹਨਾਂ ਨੂੰ ਚਿੰਬੜਦੇ, ਤੇ ਖੇਤਰਫਲ ਵੀ ਨਾ ਜਾਂ ਸ਼ਰਾਬ ਪੀਣ ਨਾਲ ਚਿੰਬੜਦੇ ਹੀ।
मतलब साडी ऐनी अधोगति हो चुकी है भी सानू कोई राह नहीं दिखता है। धंधड़ पए हैं, सिर्फ 2-3 काम थोड़े करते हैं बाबे जी ने ग्रंथी ने, ना तुहानू पता कि ग्रंथी नू सोच कितनी है, कितना इनू ज्ञान है, क्योंकि साडे नालों सीनियर है। इस करके असीं तुहाडे चरणों 'च इहो बेनतियां करते हैं भी तुसीं थोड़ा जिहा उपर उठो। जो तुसीं हुण जे असीं गुरबाणी पढ़ लगे हैं तो घट्टो घट्ट 6 साल एक बच्चे ना जे +2 करनी है तो उसकी वैल्यू हजे भारत में कोई नहीं, ज़्यादा वैल्यू कख नहीं होती। पर साल कितने लगने? 12 लगने। 12 सालों नाल एक दिन च कितने घंटे उन्हें स्कूल च बैठना? 6 घंटे बैठना। इहदे नाल होमवर्क करना, पेपरां च बैठना, ਉਹਦੀ ਦੇਖੀ ਜਾਣੀ ਕਿੰਨੀ ਕੈਚ ਕੀਤੀ ਨਾ ਸਟੱਡੀ, ਟਿਊਸ਼ਨਾਂ ਰਖਾਈਆਂ ਤੇ ਹੋਰ ਉਹਨੂੰ ਜ਼ੋਰ ਦਿੱਤਾ ਵੀ ਹੋਰ ਜ਼ਿਆਦਾ ਅਜੇ ਪੜ੍ਹ। ਜੋ ਕਿ ਜੀਵ ਉਹਦੀ ਪੜ੍ਹਾਈ 'ਚ बढ़दा ਜਾਏਗਾ ਕਿਉਂਕਿ ਪੜ੍ਹਾਈ ਉਹਦੇ ਵਿੱਚ बढ़दी ਜਾਏਗੀ। ਜੇ ਉਹ ਪੜ੍ਹਾਈ ਵਿੱਚ बढ़दा ਯਤਨ ਨਹੀਂ ਕਰੂਗਾ ਤੇ ਪੜ੍ਹਾਈ ਉਹਦਾ ਵਿੱਚ नहीं बढ़ेगा। इतने धर्म है जिहदे विच जाओगे, बाणी पढ़ी जाओगे, इन समझी जाओगे, एकदम तो एक नुकता तो समझ लिया, 2 नुकते समझ ले, फिर मन केड़ा टिकना, फिर ही ना दौड़े रहना। इस करके असीं उहनूं बाणी नाल घुमाई जाने। जिवें एक घोड़े नूं जां एक डंगर नूं किला ठोक देगा भी आ किला रस्सा कर दिता लम्मा भी तू इन्ने सर्कल च फिर लै। एक बंदे दा सवाल सी कि मन नहीं टिकदा, ਉਹਦੇ ਜਿਹੜਾ ਸਿਆਣਾ ਸੀ ਉਹਨੇ ਜਵਾਬ ਦਿੱਤਾ ਕਿ ਤੂੰ ਇੰਜ ਕਰ, ਉਦਾਹਰਣ ਦਿੱਤੀ। ਉਹਨੂੰ ਕਿਹਾ ਕਿ ਇੱਕ ਜਾਨਵਰ ਸੀ, ਉਹ ਬੜਾ ਦੌੜਦਾ ਭੱਜਦਾ ਹੁੰਦਾ ਸੀ ਤੇ ਬੜਾ ਦੁਖੀ ਸੀ। ਜਿੰਨਾ ਇਹ ਦੌੜ ਬਾਹਰ ਦੀ ਲਾਉਂਦਾ ਉਹਨਾਂ ਇਹ ਸੁਖੀ ਹੁੰਦਾ ਕਿ ਦੁਖੀ ਹੁੰਦਾ? ਕਹਿੰਦਾ ਦੁਖੀ ਹੁੰਦਾ। ਉਹਨਾਂ ਨੇ ਜਾਨਵਰ ਉਹਨੂੰ ਸਮਝਾਇਆ ਕਿ ਇੰਜ ਕਰ, ਜੇ ਤੂੰ ਬਹੁਤਾ ਦੁਖੀ ਹੈ अपना सुभाव पूरा करी जा, एक टाणे ते जाती जा, थले नूं उपर, थले नूं उपर, थले नूं उपर। पहले उन्हें इत्थे नहीं रोकिया, उन्हें पहले इत्थे रोकिया भी एक रुख तो बच जा। कदे आ टाणे ते चढ़ गया, उत्थे डारी बच गया, अगले टाणे ते आ गया, इत्थे नूं आ गया, उपर नूं आ गया, ऐदा करी जा, इहदे विच रह, तेरी बाहर दी दौड़ थोड़ी जी रुक जा। हुण की हुण आंदा भी उहनूं पुछदा भी किदां? आंदा कि हुण थोड़ा चैन हो गया, जी दौड़ लंबी डारी मारनी पैंदी सी वो हुण थोड़ी जी घट आंदा हो गया चैन? आंदा हाँ हो गया। आंदा फिर हुण इंज कर, बाकी टहने छड्ड दे, एक टहने ते चल, उपर नूं चल, थल्ले नूं चल, उपर नूं चल, चलिया सारा दिन चलिया उत्थे चल। अपने चलण दी जिहड़ी आदत आ पूरी करी जा ते जिहड़ा डिस्टेंस है वो घट करदा। हुण लग पिया, साल लग्या रहा, कदे उपर जा कदे थले जा। साल मैं आपे कहता अपने को पता नहीं कितना चर लग्या उन्होंने बेचारे ने, मैं छेती गल मुकानी होनी। वो फिर टहने ते गिज गया। हुण फिर आले दुआले टहने उन्हें चंगे नहीं लगता। आंदा किदां? आंदा फिर अगे नूं फर्क पै गया, थोड़ा जिहा फर्क पै गया। आंदा हुण कदी कदाई 2 मिनट खड़ लिया एक थां ते, फिर चल जा, थोड़ा चिर खड़ ला, फिर चल पिया, थोड़ा चिर खड़ लिया, फिर चल। फिर हौली हौली उन्हें खड़ाण वाले पासे टाइम बढ़ाना पिया ते चलण वाला टाइम घटाना पिया। यह है थोड़ी सिक्खी। पहला तुसीं गुरु ग्रंथ साहिब फिरी जाना, इहदे विच फिर घरां दीयां गल्लां घट करना, बाहर दीयां गल्लां घट कर, इहदे विच फिरना, क्योंकि ये गुरु के हिरदे चों निकली चीज है। गहराई विचों आई तो आई हुई है। हिरदा उन्हां दा बहुत पवित्र सी ते उत्तों भेजी गई गल। जिहड़ी किसी कवि की कविता जे साडी जिहड़ी विचार है वो एक मलीन मन की विचार है। बेशक असीं इन्हां दी विचार करते हैं पर असीं इन्हां दी विचार हजे कर नहीं सकते, साडा लैवल नहीं है भी असीं इन्हां दी गल समझ लईए। उन्हें समझाउण दा यतन साडी बोली च कीता, पर वो जो उन्हां दी सोच है वो बोली विच बंद नहीं होना, शब्दां विच नहीं कैद होने वाली चीज़। सानू संकेत गुरु च, जिवें किसी छोटे बच्चे नूं पढ़ाउण वास्ते ऊठ लिखना पिया
ਉਹਨੂੰ ਊਠ ਲਿਖਣ ਕਰਕੇ ਤੇ ਉਹਦੀ ਫੋਟੋ ਬਣਾਉਣ ਕਰਕੇ ਉਹਦੇ ਦਿਮਾਗ 'ਚ ਪਾੜਨਾ ਪਿਆ। ਉੱਦਾਂ ਜੇ ਉਹਨੂੰ ਉੱਦਾਂ ਕਹੀਏ ਤੇ ਨਹੀਂ ਕਰਦਾ। ਇਸ ਤਰੀਕੇ ਨਾਲ ਉਹਦੀ ਬੋਲੀ ਵਿੱਚ ਉਹਨੂੰ ਬੋਲ ਕੇ ਦੱਸਿਆ ਜਾਂਦਾ ਵਾਰ-ਵਾਰ ਵੀ ਆਹ ਗੱਲ ਇੱਦਾਂ, ਆਹ ਗੱਲ ਸੱਚ ਬੋਲਣਾ ਹੈ, ਕਿਸੇ ਦਾ ਹੱਕ ਨਹੀਂ ਖਾਣਾ, ਕਰੈਕਟਰ ਉੱਚੇ ਰੱਖਣੇ ਨੇ, ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਕਦੇ ਵੀ ਜ਼ਿੰਦਗੀ 'ਚ ਕਿਸੇ ਦਾ ਬੁਰਾ ਨਹੀਂ ਕਰਨਾ। ਇਹ ਗੱਲਾਂ ਨੂੰ ਸਮਝਾਣੀਆਂ ਕਿਸੇ ਤਰੀਕੇ ਨਾਲ ਵਾਰ-ਵਾਰ। ਇਸ ਕਰਕੇ ਜਿੰਨਾ ਚਿਰ ਤੱਕ ਇਸ ਮਨ ਨੂੰ ਗੁਰੂ ਪਾਤਸ਼ਾਹ ਤੱਕ ਵੀ ਕਹਿ ਗਏ ਨੇ ਕਿ जन्म जन्म किस मन को मर लागे, काला हुआ श्याम खननी धोती पूजन न होवे, जे सौ धोबण पा। जिवें कोलू दी टाकी जिहड़ी रोज कोलू नूं साफ करदी है, ਉਹਦੇ ਚ ਉਹਨੂੰ ਕਾਲਖ ਲੱਗਦੀ ਹੈ। ਜਿੱਦਾਂ ਅੱਜ ਗਰੀਸ ਦੇਣ ਵਾਲਿਆਂ ਦੇ ਕੱਪੜੇ ਹੋਣ ਜਾਂ ਟਾਕੀ ਲਗਾਤਾਰ ਗਰੀਸ ਸਾਫ਼ ਕਰਨ ਰੱਖੀ ਹੋਈ, ਉਹ ਟਾਕੀ ਨੂੰ ਚਾਹੇ 100 ਵਾਰ ਧੋ ਕੇ ਖੁੰਬ ਚਾੜੀ ਜਾਓ, ਉਹਦਾ ਕਦੇ ਵੀ ਕਾਲਾਪਣ ਨਹੀਂ। ਇਸ ਤਰੀਕੇ ਨਾਲ ਇੰਨੇ ਜਨਮਾਂ ਦਾ ਹੋਇਆ ਮੇਰਾ ਮਨ ਅੱਕੇ ਘੰਟੇ 'ਚ ਠੀਕ ਹੋ ਜਾਏ ਬੜੀ ਔਖੀ ਗੱਲ ਹੈ। ਤੇ ਗੁਰੂ ਬਖਸ਼ਿਸ਼ ਕਰਦੇ ਉਹ ਇੱਕ ਕਰਨਾ ਸਪਰਟ ਤੇ ਉਹਦੀ ਇੱਕਦਮ ਸਾਰੀ ਸੋਚ ਕਨਵਰਟ ਕਰ, ਉਹਦੇ ਤੋਂ ਮਾਇਆ ਦਾ ਪ੍ਰਭਾਵ ਉਠਾਉਣਾ ਹੋਣਾ। ਐਸੀ ਕਿਸੇ ਦੇ ਅਰਜਨ ਨੇ ਗੱਲ ਕੀਤੀ ਕ੍ਰਿਸ਼ਨ ਨਾਲ ਕਿ ਤੁਸੀਂ ਮੈਨੂੰ ਆਪਣੀ ਮਾਇਆ ਦਿਖਾਉਣਾ, ਦੀ ਮਾਇਆ ਬੜੀ ਵੱਡੀ ਹੁੰਦੀ ਹੈ। ਉਹਦੇ ਵਿੱਚ ਮਾਇਆ ਦੇਖਣੀ ਰਹਿਣ ਦੇ ਪਰਾਂ, ਇਹ ਸਾਰੀ ਉਹਦੀ ਮਾਇਆ ਹੈ। ਹੁੰਦੇ ਨਹੀਂ ਮੈਂ ਤੁਹਾਡਾ ਭਗਤ ਹਾਂ, ਮੈਨੂੰ ਆਪਣੀ ਮਾਇਆ ਤਾਂ ਦਿਖਾ ਲਓ। ਹਜੇ ਮਾਇਆ ਵਿੱਚ ਫਸਿਆ ਬੰਦਾ ਕਹਿੰਦਾ ਮੈਨੂੰ ਮਾਇਆ ਤਾਂ ਦਿਖਾ ਲਓ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਔਰ ਨਿਕਲਦਿਆਂ ਸਾਰੀ ਨੂੰ ਮਾਇਆ ਚਿਮੜਦੀ। ਤੇ ਮਾਇਆ ਦਾ ਆਪਣਾ ਬਹੁਤ ਵੱਡਾ ਤੇਜ ਤਪ ਹੈ, ਔਰ ਕੁਦਰਤ ਆਪ ਬਣਾਈ ਹੋਈ ਹੈ ਬੰਦੇ ਨੂੰ ਆਪਣੇ ਤੋਂ ਨਿਖੇੜਨ ਵਾਸਤੇ। ਫਿਰ ਦੱਸਦੇ ਨੇ ਇੱਕ ਦਿਨ ਗੁਰੂ ਪਾਤਸ਼ਾਹ ਦੇ ਗੁਰੂ ਇਤਿਹਾਸ ਨੂੰ ਲੈ ਲਓ ਤੁਸੀਂ ਇਹ ਗੱਲ, ਇੱਕ ਗੁਰੂ ਪਾਤਸ਼ਾਹ ਦੇ ਬਾਬਨ ਅਖਰੀ ਚ ਜਾਂ ਦੱਖਣੀ ਓਂਕਾਰ ਚ ਹੈ, ਲੇਖ ਨਾ ਮਿੱਟੀ ਹੈ ਸਖੀ ਦੱਖਣੀ ਕਰ ਚ ਹੈ, ਦੋ ਲਿਖਿਆ ਕਰਤਾ ਕਾਟ ਕਾਰਨ ਕਰਤੇ ਬਸ ਹੈ, ਕਰ ਕਿਰਪਾ ਭਗਤਾਰ ਐਸੇ ਤੁਕਾਰੇ। ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਲਿਖਿਆ ਮੇਟ ਨਾ ਸਕੇ ਜੋ ਭਾਵੀ ਤਿਉ ਸਾਰ। ਇੱਕ ਤੁਕ ਹੈ। ਹੁਣ ਇਹ ਤੁਕ ਕਿੱਥੇ ਦਾ ਅਰਥ ਸਮਝਾਉਣ ਵਾਸਤੇ ਜਦੋਂ ਗੁਰੂ ਪਾਤਸ਼ਾਹ ਕੋਲ ਮੰਡੀ ਸਕੇਤ ਤੋਂ ਇੱਕ ਰਾਜਾ ਆਇਆ ਹਰੀਚੰਦ ਜਾਂ ਐਸਾ ਉਹਦਾ ਨਾਮ ਹੈ, ਤੇ ਉਹ ਜਦੋਂ ਦਰਬਾਰ ਸਾਹਿਬ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਤੇ ਉਹਨੇ ਉਦਣ ਹੁਕਮਨਾਮੇ ਦੀ ਤੁਕ ਆਈ। ਉਹਨੇ ਗੁਰੂ ਪਾਤਸ਼ਾਹ ਨੂੰ ਪੁੱਛਿਆ ਵੀ ਇਹ ਕੀ ਸੁਣਾਉਂਦੇ ਨੇ, ਜੇ ਲਿਖਿਆ ਲੇਖ ਨਹੀਂ ਮਿਟਣਾ ਤੇ ਮੇਰੇ ਕੋਲ ਤੁਹਾਡੇ ਕੋਲ ਆਉਣ ਦਾ ਮੈਨੂੰ ਕੀ ਫਾਇਦਾ? ਫਿਰ ਤਾਂ ਲੇਖ ਲਿਖਿਆ ਹੈ, ਉਹ ਮਿਟਿਆ ਨਹੀਂ, ਤੇ ਮੈਂ ਤਾਂ ਚੱਲਿਆ, ਜਿਹੜਾ ਮੇਰਾ ਲਿਖਿਆ ਹੋਊਗਾ ਮੈਂ ਰਾਜਾ ਬਣਿਆ, ਮੈਨੂੰ ਹੁਣ ਕਿਸੇ ਦੀ ਕੀ ਲੋੜ ਹੈ, ਆਪੇ ਹੋਊਗਾ। ਤੇ ਗੁਰੂ ਪਾਤਸ਼ਾਹ ਕਹਿੰਦੇ ਵੀ ਰਾਜਨ ਇੰਜ ਕਰੋ, ਕੋਈ ਨਹੀਂ ਤੁਸੀਂ ਆ ਗਏ ਹੋ, ਕੋਈ ਮਾੜੀ ਥਾਂ ਤੇ ਨਹੀਂ ਆਏ, ਤੁਸੀਂ ਇੱਕ ਦਿਨ ਵਿਸ਼ਰਾਮ ਕਰੋ। ਅੱਜ ਦਾ ਟੌਪਿਕ ਇਹ ਹੈ, ਕੱਲ ਨੂੰ ਟੌਪਿਕ ਹੋਰ ਵੀ ਸ਼ਾਇਦ ਕੋਈ ਆ ਜਾਏ, ਤੇ ਤੁਸੀਂ ਇੱਕ ਅੱਧਾ ਦਿਨ ਵਿਸ਼ਰਾਮ ਕਰ ਲਓ। ਹੁਣ ਉਸ ਦਿਨ ਉਹ ਗੁਰੂਆਂ ਦੇ ਵਚਨ ਮੰਨ ਕੇ ਟਿਕ ਗਿਆ, ਕਿਉਂਕਿ ਉੱਥੋਂ ਦਾ ਪ੍ਰਭਾਵ ਹੈ, ਸ਼ਾਂਤਮਈ ਪ੍ਰਭਾਵ ਹੈ। ਸੰਗਤਾਂ ਆ ਰਹੀਆਂ ਨੇ, ਬੜੇ ਬੜੇ ਰਹਾਇਸ਼ ਲੋਕ ਆ ਰਹੇ ਨੇ, ਗੁਰੂ ਘਰ ਨਤਮਸਤਕ ਹੋ ਰਹੇ ਨੇ, ਉਹ ਲਾਗੇ ਬੈਠਾ, ਉਹਦੀ ਕੋਈ ਭੁਖਤ ਨਹੀਂ ਹੈ। ਉਹ ਪ੍ਰਭਾਵ ਦੇ ਅਧੀਨ ਹੋ ਕੇ ਰਾਤ ਕੱਟਣ ਲੱਗ ਪਿਆ। ਇੱਕ ਰਾਤ ਕੱਟਦਾ, ਉਸ ਰਾਤ ਨੂੰ ਉਹਨੂੰ ਇੱਕ ਸੁਪਨਾ ਆਉਂਦਾ। ਉਹ ਸੁਪਨੇ ਵਿੱਚ ਸਾਡੇ ਇਤਿਹਾਸ ਵਿੱਚ ਹੈ ਗੱਲ, ਉਹ ਸੁਪਨੇ ਵਿੱਚ ਇੱਕ ਕੁਛ ਚੰਡਾਲਾਂ ਦੇ ਘਰ ਦਾ ਜਨਮ ਹੋ ਜਾਂਦਾ, ਨੀਵੇਂ ਕੁਲ ਵਿੱਚ ਜਨਮ ਹੁੰਦਾ, ਸੁਪਨੇ ਵਿੱਚ ਜਨਮ ਹੁੰਦਾ। ਔਰ ਉਹ ਸੁਪਨੇ ਵਿੱਚ ਜਨਮ ਦਾ ਕਾਫੀ ਹਿੱਸਾ ਜਵਾਨ ਹੋ ਜਾਂਦਾ, ਉਹਦਾ ਵਿਆਹ ਹੋ ਜਾਂਦਾ ਉਸੇ ਬਰਾਦਰੀ ਵਿੱਚ। ਵਿਆਹ ਤੋਂ ਬਾਅਦ ਉਹਦੇ ਬੱਚੇ ਵੀ ਹੋ ਜਾਂਦੇ ਸੁਪਨੇ ਵਿੱਚ। ਇੱਧਰ ਇੱਕ ਘੰਟੇ ਦਾ, ਅੱਧਾ ਘੰਟੇ ਦਾ ਸੁਪਨਾ, ਉੱਥੇ ਉਹਦੀ ਉਮਰ ਲੰਘਣ ਰਹੀ ਹੈ 60 ਸਾਲ ਦਾ ਜਾਂ 70 ਸਾਲ ਦਾ। ਬੱਚੇ ਹੋ ਗਏ। ਬੱਚੇ ਹੋਣ ਤੋਂ ਬਾਅਦ ਗੁਰੂ ਪਾਤਸ਼ਾਹ ਰਹਿਮਤ ਕਰਦਾ, ਉਹਦੀ ਮੌਤ ਹੋ ਜਾਂਦੀ ਹੈ। ਮੌਤ ਹੋ ਜਾਂਦੀ ਹੈ ਤੇ ਉਹਨੂੰ ਦਫਨਾ ਦਿੱਤਾ ਜਾਂਦਾ। ਸੁਪਨੇ ਵਿੱਚ ਇਹ ਸਾਰਾ ਕੁਝ ਹੋ ਗਿਆ, ਦਫਨਾ ਦਿੱਤਾ। ਤੇ ਉਹੀ ਰਾਜਾ ਜਦੋਂ ਅਗਲੇ ਦਿਨ ਗੁਰੂ ਪਾਤਸ਼ਾਹ ਕਹਿੰਦੇ ਵੀ ਚਲੋ ਸ਼ਿਕਾਰ ਨੂੰ ਜਾਣਾ, ਰਾਜਨ ਘੋੜਾ ਕੱਟੋ, ਸ਼ਿਕਾਰ ਨੂੰ ਚੱਲਣਾ। ਉਹ ਸ਼ਿਕਾਰ ਨੂੰ ਜਾਂਦੇ ਜੰਗਲ ਵਿੱਚ ਜਾ ਕੇ। ਸ਼ਿਕਾਰ ਦੀ ਇੱਕ ਨਿਯਮਾਵਲੀ ਹੁੰਦੀ ਹੈ
ਵੀ ਜਿਹਦੇ ਅੱਗੇ ਸ਼ਿਕਾਰ ਨਿਕਲੇ ਉਹਨੇ ਘੋੜਾ ਮਗਰ ਲਾਉਣਾ, ਦੂਜੇ ਨੂੰ ਮਗਰ ਨਹੀਂ ਲਾਉਣਾ। ਜਿਹਦੇ ਅੱਗੇ ਨਿਕਲ ਜੇ ਸ਼ਿਕਾਰ, ਹੁਣ ਉਹ ਸ਼ਿਕਾਰ ਨਿਕਲ ਜਾਂਦਾ ਰਾਜੇ ਦੇ, ਰਾਜਾ ਘੋੜਾ ਮਗਰ ਲਾ ਦਿੰਦਾ। ਜਦੋਂ ਘੋੜਾ ਅੱਗੇ ਲਾਉਂਦਾ ਤੇ ਅੱਗੇ ਸ਼ਿਕਾਰ ਜਾ ਕੇ ਇੱਕ ਬਸਤੀ ਦੇ ਲਾਗੇ ਇੱਕਦਮ ਅਲੋਪ ਹੋ ਜਾਂਦਾ। ਜਦੋਂ ਅਲੋਪ ਹੋ ਜਾਂਦਾ ਤੇ ਰਾਜਾ ਉੱਥੇ ਪਰੇਸ਼ਾਨ ਹੋ ਜਾਂਦਾ ਕਿ ਕਿੱਥੇ ਚਲੇ ਗਿਆ, ਥੱਕ ਜਾਂਦਾ, ਧੁੱਪ ਬਹੁਤ ਹੈ। ਇੱਕ ਉਹ ਰੁੱਖ ਦੇ ਥੱਲੇ ਬੜਾ ਜਿਹਾ ਵਿਸ਼ਰਾਮ ਕਰ ਲਿਆ ਬੰਦਾ ਘੋੜਾ ਬੰਨ ਕੇ ਕਿ ਗੁਰੂ ਪਾਤਸ਼ਾਹ ਸ਼ਾਇਦ ਮਗਰ ਆਉਂਦੇ ਹੋਣਗੇ, ਕੋਈ ਨਾ ਕੋਈ ਮੇਰੇ ਮਗਰ ਫੌਜੀ ਆਉਂਦਾ ਹੋਊਗਾ ਤੇ ਆਪਾਂ ਫਿਰ ਥੋੜੇ ਜਿਹੇ ਥਕੇਵਾਂ ਲਾ ਲਈਏ। ਉਹਨੇ ਜਿਹਨੂੰ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ, ਉਹ ਉਹਦੇ ਨਿਆਣੇ ਆ ਜਾਂਦੇ, ਉਹ ਜੋ ਸੁਪਨੇ ਵਿੱਚ ਨਿਆਣੇ ਦੇਖੇ ਹੁੰਦੇ ਆਪਣੇ, ਉਹੀ ਨਿਆਣੇ ਪਿੰਡ ਦੇ ਉਹਦੇ ਕੋਲ ਆ ਗਏ। ਉਹਦੀ ਜਨਾਨੀ ਆ ਗਈ ਜਿਹੜੀ ਸੁਪਨੇ 'ਚ ਵਿਆਹੀ ਹੋਈ ਸੀ। ਪਿੰਡ ਦੇ ਲੋਕ ਆ ਗਏ, ਆਂਦੇ ਤੂੰ ਕਿੱਧਰ ਕੱਪੜੇ ਪਾਈ ਫਿਰਦਿਆ? ਉਹਦੇ ਕੱਪੜੇ ਪਾੜਨ ਨੂੰ ਨਿਆਣੇ ਚੱਲ ਘਰ ਨੂੰ, ਅੱਜ ਦਾ ਕੱਲ ਦੇ ਰੋ ਰੋ ਕੇ ਖੱਪ ਗਏ, ਤੂੰ ਕਿੱਥੋਂ ਆ ਗਿਆ? ਉਹ ਹੈਰਾਨ ਹੁਣ ਬੋਲਦਾ ਨਹੀਂ ਗਾ, ਕਿਉਂਕਿ ਉਹਨਾਂ ਸੁਪਨੇ 'ਚ ਸਾਰਾ ਕੁਝ ਦੇਖਿਆ ਹੋਇਆ। ਬੋਲੇ ਕਿੱਦਾਂ? ਉਹਨੇ ਚਲੋ ਗੁਰੂ ਪਾਤਸ਼ਾਹ ਦਾ ਇਹ ਚਿਹਰਾ ਉਤਰਿਆ, ਬੈਠਾ, ਆਂਦੇ ਕੀ ਗੱਲ ਹੈ ਰਾਜਨ, ਕੀ ਗੱਲ? ਆਖਾ ਜੀ ਮੈਂ ਤਾਂ ਬੜਾ ਹੈਰਾਨ ਹੋਣ ਡਿਆ। ਆਂਦੇ ਕੋਈ ਗੱਲ ਨਹੀਂ, ਉਹਨਾਂ ਦੀ ਤਸੱਲੀ ਕਰਾ ਦੇਣਾ। ਆਂਦੇ ਤੁਹਾਡਾ ਬੰਦਾ, ਬੰਦੇ ਵਰਗੇ ਬੰਦੇ ਬਥੇਰੇ ਹੁੰਦੇ ਨੇ, ਇਹ ਤਾਂ ਸਾਡਾ ਬੰਦਾ ਹੈ, ਇਹਨੂੰ ਤੁਸੀਂ ਛੱਡੋ। ਆਂਦੇ ਨਹੀਂ ਨਹੀਂ, ਆਂਦੇ ਤੁਸੀਂ ਇਹ ਦੱਸੋ ਉਹਨੂੰ ਦੱਬਿਆ ਕਿੱਥੇ, ਦਫਨਾਉਂਦੇ ਨੇ, ਦਫਨਾਇਆ ਕਿੱਥੇ ਉਹਨੂੰ? ਆਂਦੇ ਅਸੀਂ ਮਤਲਬ ਕਬਰ ਪੁੱਟ ਕੇ ਉੱਥੇ ਦਫਨਾਇਆ ਕੱਲ। ਆਂਦੇ ਚਲੋ ਮੇਰੇ ਨਾਲ ਕਬਰਸਤਾਨ ਤੇ ਪੁੱਟੋ ਉਹਦਾ ਥਾਂ ਜਿੱਥੇ ਦਫਨਾਇਆ। ਜਦੋਂ ਉੱਥੇ ਥਾਂ ਪੁੱਟੀ ਗਈ ਤੇ ਉੱਥੇ ਸੱਚੀ ਇੱਕ ਬੰਦਾ ਉਹਦੇ ਵਰਗਾ ਪਿਆ, ਮਰਿਆ। ਕਹਿੰਦੇ ਬੰਦਾ ਤੁਹਾਡਾ ਹੈ, ਇਹ ਤਾਂ ਸਾਡਾ ਬੰਦਾ ਹੈ। ਉਹ ਵੀ ਛੱਥੇ ਪੈ ਗਏ ਵੀ ਵਾਕਈ ਗੱਲ ਹੋ ਸਕਦੀ ਹੈ, ਤੇ ਬੰਦਾ ਸਾਡਾ ਤਾਂ ਇੱਥੇ ਪਿਆ, ਐਡੀ ਛੇਤੀ ਜਵਾਨ ਕਿੱਦਾਂ ਹੋ ਗਿਆ? ਕੱਲ ਮਰਿਆ ਸੀ, ਅੱਜ ਕਿੱਦਾਂ ਐਡਾ ਵੱਡਾ ਹੋ ਗਿਆ, ਘੋੜੇ ਤੇ ਚੜ ਜਾਊਗਾ। ਰਾਜੇ ਨਾਲ ਚੱਲ ਚੱਲਦੇ ਨਾਲ ਆ ਗਿਆ। ਆਂਦਾ ਮਹਾਰਾਜ ਮੈਨੂੰ ਦੱਸੋ ਕੀ ਬਣਿਆ? ਆਂਦੇ ਬਣਿਆ ਇਹ ਹੀ ਹੈ, ਇਹ ਇੱਕ ਤੇਰਾ ਲੇਖ ਸੀ, ਜਿਹੜੇ ਲੇਖ ਵਿੱਚ ਤੇਰੀ 60-70 ਸਾਲ ਦੀ ਉਮਰ ਲੰਘਣੀ ਸੀ, ਉੱਥੇ ਤੂੰ ਗੁਰੂ ਦਰਬਾਰ ਵਿੱਚ ਆਇਆ, ਤੇਰੀ ਉਹ 70 ਸਾਲ ਦੀ ਉਮਰ 1 ਘੰਟੇ ਵਿੱਚ ਖਤਮ ਹੋ ਗਈ। ਲੇਖ ਤਾਂ ਨਹੀਂ ਮਿਟਿਆ, ਪਰ ਸਮੇਂ ਦੀ ਬੌਂਡ ਜਿਹੜੀ ਸੀ ਉਹ ਘਟਾ ਦਿੱਤੀ ਗਈ। ਇਸ ਕਰਕੇ ਕੁਝ ਐਸਾ ਸਿਸਟਮ ਹੈ ਜਿਹਦੇ 'ਚ ਸਾਨੂੰ ਇਹਦੇ 'ਚੋਂ ਲੁਕਣਾ ਪੈ ਰਿਹਾ। ਹੁਣ ਮੇਰੀ ਬੇਨਤੀ, ਮੈਂ ਹੁਣ ਬਹੁਤੇ ਤੁਹਾਨੂੰ ਸਾਰੀਆਂ ਸੁਖੀਆਂ ਨਹੀਂ ਸੁਣਾਉਣੀਆਂ, ਨਾ ਮੇਰਾ ਕੋਈ ਟੌਪ ਹੁੰਦਾ। ਮੈਂ ਚਾਹਨਾ ਵੀ ਕੀਰਤਨ ਦੇ ਨਾਂ ਤੇ ਕੀਰਤਨ ਸਮਾਗਮ ਬਣਦੇ ਨੇ, ਮੈਂ ਹੌਲੀ ਹੌਲੀ ਸ਼ਾਇਦ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ, ਮੈਂ ਤੁਹਾਡੇ ਹੌਲੀ ਹੌਲੀ ਕਲੋਜ਼ ਸ਼ਾਇਦ ਗੁਰੂ ਪਾਤਸ਼ਾਹ ਮੈਨੂੰ ਕਰ ਦੇਣ ਜਾਂ ਪੱਕੇ ਕਰ ਦੇਣ, ਉਹ ਤਾਂ ਕਿਸੇ ਨੂੰ ਨਹੀਂ ਪਤਾ। ਹਮ ਆਦਮੀ ਹਾਂ, ਇੱਕਦਮ ਹੀ ਮੋਹਲਤ ਨਾ ਜਾਣ। ਪਰ ਮੈਂ ਇੱਕ ਤੁਹਾਡੇ ਚਰਨਾਂ ਜ਼ਰੂਰ ਬੇਨਤੀ ਕਰੂੰਗਾ ਕਿ ਮੈਂ ਇਹ ਗੱਲ ਦੇਖ ਲਈ, ਜਦੋਂ ਲੋਕ ਕਿਸੇ ਇੰਡੀਵਿਜੂਅਲ ਇੱਕ ਬੰਦੇ ਨਾਲ ਜੁੜ ਜਾਂਦੇ ਨੇ, ਉਹ ਆਪਣਾ ਕਾਫੀ ਕੁਝ ਉਹ ਬੰਦੇ ਤੇ ਨਿਰਭਰ ਕਰ ਦਿੰਦੇ ਨੇ। ਜੇ ਤਾਂ ਉਹਦੇ ਕੋਲ ਸਿਰਫ ਧਰਮ ਦੀ ਗੱਲ ਪੁੱਛਣ ਵਾਸਤੇ ਉਹਦੇ ਨਾਲ ਰਿਸ਼ਤਾ ਰੱਖਣਾ, ਫਿਰ ਤਾਂ ਕੋਈ ਗੱਲ ਨਹੀਂ। ਪਰ ਧਰਮ ਦੀ ਗੱਲ ਗੁਰੂ ਪਾਤਸ਼ਾਹ ਨੇ ਵਚਨ ਸਿੱਧੇ ਤੌਰ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕਰ ਦਿੱਤੇ, ਇਹਨਾਂ ਵਿੱਚ ਦਰਜ ਕੀਤੇ, ਔਰ ਪੰਜਾਬੀ 'ਚ ਲਿਖਿਆ ਗ੍ਰੰਥ ਹੈ। ਹਰ ਗੱਲ ਸਮਝਾਈ, ਦੇਖਣਾ ਕੀ ਹੈ ਕੀ ਨਹੀਂ ਦੇਖਣਾ, ਖਾਣਾ ਕੀ ਹੈ ਕੀ ਨਹੀਂ ਖਾਣਾ, ਬੋਲਣਾ ਕੀ ਹੈ ਕੀ ਨਹੀਂ ਬੋਲਣਾ, ਤੇ ਨਾਲ ਨਾਲ ਸੁਣਨਾ ਕੀ ਹੈ ਕੀ ਨਹੀਂ ਸੁਣਨਾ, ਪਹਿਨਣਾ ਕੀ ਹੈ ਕੀ ਨਹੀਂ ਪਹਿਨਣਾ, ਹਰ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਹੋਈ ਹੈ। ਪਰਮਾਤਮਾ ਕੀ ਹੈ, ਅਸੀਂ ਕਿੱਥੋਂ ਆਏ ਹਾਂ, ਅਸੀਂ ਕਿੱਥੇ ਜਾਣਾ ਹੈ, ਇੱਥੇ ਕਿਵੇਂ ਰਹਿਣਾ ਹੈ, ਇਹ ਮੋਟੀਆਂ ਮੋਟੀਆਂ ਗੱਲਾਂ ਦਾ ਜਵਾਬ ਸਾਰੇ ਦਾ ਸਾਰਾ ਕਿਹਦੇ 'ਚ ਹੈ? ਸ੍ਰੀ ਗੁਰੂ ਗ੍ਰੰਥ ਤੁਹਾਡੀ ਬੋਲੀ। ਇਸ ਕਰਕੇ ਹੁਣ ਤੁਹਾਨੂੰ ਬਹੁਤਾ ਕਿਸੇ ਕੋਲ ਲੈਣ ਦੀ ਲੋੜ ਨਹੀਂ। ਇਹ ਹੈ ਵੀ 2 ਟਾਈਮ ਦੀ ਸੰਗਤ ਕਰੀ ਚੱਲੋ, 2 ਟਾਈਮ ਲਗਾਤਾਰ ਸੰਗਤ ਕਰੋ, ਔਰ ਸਭ ਤੋਂ ਪਹਿਲਾਂ ਸਿੱਖੀ ਧਾਰਨ ਕਰੋ। ਜਿਵੇਂ ਉਹਨਾਂ ਦਾ ਜਨੇਊ ਪਾਣਾ ਜ਼ਰੂਰੀ ਹੈ ਮੁਸਲਮਾਨ ਦਾ, ਹਿੰਦੂਆਂ ਦਾ, ਉਹਨੇ ਉਹ ਛੱਡ ਦਿੱਤਾ। ਉਹਨਾਂ ਵਿੱਚ ਗੁਰੂ ਬਹੁਤ ਹੋਣਗੇ, ਪਰ ਸਾਡਾ ਗੁਰੂ ਸਾਰੇ ਜੁਗੋ ਜੁਗ ਅਟਲ ਕੌਣ ਹੋਣਗੇ? ਸ੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਅਸੀਂ ਅਮਰੀਕਾ ਦੇ ਸਿੱਖ, ਕੈਨੇਡਾ ਦੇ ਸਿੱਖ, ਪੰਜਾਬ ਦੇ ਸਿੱਖ, ਪਾਕਿਸਤਾਨ ਦੇ ਸਿੱਖ, ਭਾਰਤ ਦੇ ਕਿਤੇ ਵੀ ਕੋਨੇ ਤੇ ਬੈਠੇ ਦੁਨੀਆ ਦੇ ਅਸੀਂ ਸਾਰੇ ਸਿੱਖ ਗੁਰੂ ਦੇ ਹੋਵਾਂਗੇ। ਹੁਣ ਇਹ ਜ਼ਰੂਰ ਹੈ, ਸਾਰਿਆਂ ਧਰਮਾਂ 'ਚ 4-5 ਗੱਲਾਂ ਸਾਂਝੀਆਂ ਆਣੀਆਂ। ਪਹਿਲੀ ਗੱਲ ਸਾਰੇ ਧਰਮਾਂ 'ਚ ਆਣੀ ਹੈ, ਈਸਾਈਆਂ ਵਿੱਚ ਵੀ ਆਣੀ ਹੈ, ਮੁਸਲਮਾਨਾਂ 'ਚ ਵੀ, ਹਿੰਦੂਆਂ 'ਚ ਵੀ, ਸਿੱਖਾਂ 'ਚ ਵੀ ਝੂਠ ਨਹੀਂ ਬੋਲਣਾ ਚਾਹੀਦਾ। ਇਹ ਇਸ ਧਰਤੀ ਦੇ ਨਿਜ਼ਾਮ ਵਾਸਤੇ ਅਹਿਮ ਚੀਜ਼ਾਂ ਨੇ, ਬਹੁਤ ਹੀ ਜ਼ਰੂਰੀ ਨੇ। ਇਹ ਨਹੀਂ ਵੀ ਅਸੀਂ ਝੂਠ ਬੋਲ ਕੇ ਬਹੁਤ ਵੱਡੇ ਅਮੀਰ ਹੋ ਜਾਵਾਂਗੇ, ਪਰ ਅਸੀਂ ਸਾਡੀ ਕੋਸ਼ਿਸ਼, ਜਦੋਂ ਵੀ ਬੰਦਾ ਕੋਈ ਮਾੜਾ ਕੰਮ ਕਰਦਾ
ਜਿਹੜਾ ਹੈ ਨਿਰਮਲ ਹਿਰਦਾ, ਉਹਦੇ ਅੰਦਰੋਂ ਆਵਾਜ਼ ਨਿਕਲਦੀ ਹੈ ਵੀ ਇਹ ਕੰਮ ਨਾ ਕਰ, ਇਹ ਸ਼ਰਅ ਦੇ ਅਨੁਕੂਲ ਨਹੀਂ ਹੈ, ਧਰਮ ਦੇ ਅਨੁਕੂਲ ਨਹੀਂ ਹੈ। ਉਹਨੂੰ ਰੋਕਦਾ ਉਹਦਾ ਮਨ ਵੀ ਇਹ ਨਾ ਕਰੇ। ਪਰ ਉਹ ਬੰਦਾ ਆਪਣੀ ਮਾਨਸਿਕਤਾ ਨੂੰ ਇੰਨਾ ਗੁਆਹ ਬੈਠਦਾ ਕਿ ਉਹਦੀ ਜਿਹੜੀ ਆਵਾਜ਼ ਹੈ ਉਹਦੀ ਰੂਹ ਦੀ ਜਾਂ ਅਕਾਲ ਪੁਰਖ ਦੀ, ਉਹਨੂੰ ਦਫਨਾਉਣ ਦਾ ਯਤਨ ਕਰਦਾ, ਦੱਬਣ ਦਾ ਯਤਨ ਕਰਦਾ। ਕੋਈ ਨਹੀਂ, ਸਾਰੇ ਕਰਦੇ ਤਾਂ ਕੀ ਹੋ ਗਿਆ, ਮੈਂ ਕਿਹੜਾ ਇੰਨਾ ਕੋਈ ਕੰਮ ਲੱਗਿਆ, ਇੰਨਾ ਕੀ ਕਰਨ ਲੱਗਿਆ। ਜੀ ਗਾਂ ਨੂੰ ਵੱਧਦਾ ਜਾਂਦਾ ਤੇ ਉਹਦੇ ਪਿੱਛੇ ਨੂੰ ਮੁੜ ਤੋਂ ਰਹਿ ਜਾਂਦਾ। ਪਰ ਜਿਹਨਾਂ ਨਿਆਣਿਆਂ ਦੀ ਖਾਤਰ ਕਰਦਾ, ਜਿਹਨੇ ਪਰਿਵਾਰ ਦੀ ਖਾਤਰ ਕਰਦਾ, ਉਹ ਜਦੋਂ ਉਹਦੇ ਤੇ ਮੁਸੀਬਤ ਪਈ ਹੁੰਦੀ ਹੈ ਤੇ ਕੋਈ ਵੀ ਉਹਦੇ ਲਾਗੇ ਟੁੱਕਣ ਨੂੰ ਜ਼ਿਆਦਾ ਤਿਆਰ ਨਹੀਂ ਹੁੰਦਾ। ਪਾਣੀ ਦੇ ਦੇਣਗੇ, ਟੀਕੇ ਲਵਾ ਦੇਣਗੇ, ਡਾਕਟਰ ਕੋਲ ਲੈ ਜਾਣਗੇ। ਪਰ ਜਿਹੜੇ ਉਹਨੂੰ ਤੰਗੀ ਹੈ ਅੰਦਰ, ਉਹ ਕੇਵਲ ਉਹਨੂੰ ਹੀ ਚੱਲਣੀ ਪੈਂਦੀ ਹੈ, ਉਹਦੀ ਥਾਂ ਹੋਰ ਦੂਜਾ ਬੰਦਾ। ਉੱਦਾਂ ਪਰੇਸ਼ਾਨੀ ਹੋਊਗੀ ਉਹਨਾਂ ਨੂੰ ਕਿ ਉਹਨੂੰ ਚੁੱਕਣਾ ਹੈ, ਰੱਖਣਾ। ਪਰ ਉਹ ਜਿਹੜੀ ਉਹਨੂੰ ਤਕਲੀਫ ਹੈ, ਉਹਨੂੰ ਕੈਂਸਰ ਦੀ ਜਾਂ ਉਹਦੀ ਕੋਈ ਐਸੀ ਬਹੁਤ ਜ਼ਿਆਦਾ ਉਹਦਾ ਇੱਕ ਫੋੜਾ ਹੁੰਦਾ, ਜਿੱਦਾਂ ਕਹਿੰਦੇ ਨਾ ਸੂਲੀਆਂ, ਜਿਨ੍ਹਾਂ ਅੰਦਰ ਉਮਰਥਾਲ ਸਹੀ ਜਾਣ ਸੂਲੀਆਂ। ਉਮਰਥਾਲ ਇੱਕ ਫੋੜਾ ਹੁੰਦਾ ਜਿਹੜਾ ਹੇਠਲੇ ਹਿੱਸੇ 'ਚ ਹੋ ਜਾਂਦਾ, ਬਹੁਤ ਹੀ ਤੰਗੀ ਹੁੰਦੀ। ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਅੰਦਰ ਉਮਰਥਾਲ ਸਹੀ ਜਾਣਨ ਸੂਲੀਆਂ, ਉਹਨਾਂ ਨੂੰ ਪਤਾ ਲੱਗਦਾ ਵੀ ਇਹਦੀ ਪੀੜ ਕੀ ਹੁੰਦੀ ਹੈ। ਜਿਹਦੇ ਅੰਦਰ ਹੋਇਆ ਨਹੀਂ ਉਹਨੂੰ ਕੀ ਪਤਾ ਲੱਗਿਆ। ਇਸ ਕਰਕੇ ਦੁੱਖ ਇੱਕ ਬਹੁਤ ਵੱਡੀ ਉੱਚੀ ਚੀਜ਼ ਹੈ। ਸਾਡਾ ਜੀਵਨ ਉਹ ਦੁੱਖ ਸਵਾਰਦਾ ਵੀ ਹੈ। ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਦੁੱਖ ਦਾਰੂ ਸੁਖ ਰੋਗ ਹੈ। ਜੇ ਦੁੱਖ ਨਾ ਲੱਗੇ ਤਾਂ ਐਸੇ ਪਤਾ ਨਹੀਂ ਮਾਂ ਨੂੰ ਤਲਵਾਰਾਂ ਮਾਰੀਏ। 4 ਦਿਨ ਨੂੰ ਬੁਖਾਰ ਚਾੜਿਆ ਹੋਇਆ ਤੇ ਇਹਦੀ ਧੌਣ ਦੀ ਆਕੜਨ ਨੀਵੀਂ ਹੋ ਜਾਂਦੀ ਤੇ ਫਿਰ ਇਹਨੂੰ ਬੋਲਣਾ ਆ ਜਾਂਦਾ, ਤੁਰਨਾ ਵੀ ਆ ਜਾਂਦਾ। ਜਿੱਦਣ 6 ਦਿਨ ਲਗਾਤਾਰ ਬੁਖਾਰ ਨਾ ਟੁੱਟੇ, ਉਹਨੂੰ ਬੁਲਾਈਏ ਨਾ, ਉਹ ਨਹੀਂ ਕਰਦਾ, ਬਚ ਗਏ ਬੋਲਣਾ ਆ ਗਿਆ, ਆਕੜ ਛਕੜ ਫੁੱਟ ਗਈ। ਤੇ ਜੇ ਤੁਰਨਾ ਤੇ ਏਦਾਂ ਨੋਂਦੇ ਮਾਰ ਕੇ ਜਿਹੜਾ ਤੁਰਦਾ ਫਿਰ ਹੌਲੀ ਹੌਲੀ ਪੈਰ ਰੱਖਣਾ। ਜਿੱਦਣ 10 ਦਿਨ ਤੰਦਰੁਸਤੀ ਆ ਗਈ ਤੇ ਫਿਰ ਪਹਿਲੇ ਪੜਾਅ ਤੇ ਵੀ ਗਾਂਹ ਲੱਗ ਜਾਂਦਾ। ਇਹ ਉਹਦੇ ਸਜ਼ਾ ਦਿੰਦਾ ਆ ਵੀ ਤੂੰ ਐਵੇਂ ਬਹੁਤਾ ਨਾ ਫੁੱਲਿਆ, ਫਿਰ ਤੂੰ ਮੇਰੇ ਕਾਬੂ ਵਿੱਚ ਹੈ, ਮੈਂ ਤੈਨੂੰ ਕਿਸੇ ਵੀ ਟਾਈਮ ਮਰੋੜ ਲੈਣਾ ਤੇ ਤੈਨੂੰ ਅੱਗੇ ਜਾਣਾ ਪੈਣਾ। ਇੱਥੋਂ ਤੇਰੀਆਂ ਲੱਤਾਂ ਨਾਲ ਵਿਸਾਰਦਾ ਰਹੋ, ਇੱਥੋਂ ਆਪਣੇ ਸੰਕੋਚ ਕਰਦਾ ਜਾ। ਜੀ ਤੇਰੀ ਉਮਰ ਵੱਧਦੀ ਜਾਂਦੀ ਤੇ ਤੂੰ ਥੋੜਾ ਥੋੜਾ ਪਿੱਛੇ ਹਟਦਾ। ਇਸ ਕਰਕੇ ਗੁਰੂ ਪਿਆਰਿਓ, ਮੇਰੀ ਇਹ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਉਹਨਾਂ ਮਿਸ਼ਨਾਂ ਦਾ ਆਪੋ ਆਪਣੀ ਸਿਧਾਂਤ ਹੈ, ਮੁਸਲਮਾਨਾਂ ਦੀ ਸੁਨਤ ਹੈ। ਈਸਾਈ ਤੁਹਾਡੇ ਲਾਗੇ ਜਿਹੜੇ ਤੁਰੇ ਫਿਰਦੇ ਨੇ, ਇਹ ਪਾਣੀ 'ਚ ਗੋਤਾ ਲੈ ਕੇ ਤੋਬਾ ਕਰਦੇ। ਤੋਬਾ ਦਾ ਮਤਲਬ ਕਿ ਪਹਿਲੇ ਗੁਨਾਹ ਜਿਹੜੇ ਮੇਰੇ ਤੋਂ ਹੋ ਗਏ ਮੈਨੂੰ ਈਸਾ ਜੀ ਮਾਫ ਕਰ ਦੇਣ। ਹੁਣ ਉਹਨੇ 25 ਦਸੰਬਰ ਤੱਕ ਪੂਰੀ ਜ਼ੋਰ ਲਾਣੀ। ਤੁਸੀਂ ਪਤਾ ਨਹੀਂ ਕਿੰਨੇ ਕੁ ਸਮਾਗਮ ਬਣਾ ਲੈਣੇ, ਕਿੰਨੇ ਕੁ ਕਰ ਜਾਣੇ, ਫਿਰ ਸ਼ਰਾਬ ਪੀ ਜਾਣੀ, ਫਿਰ ਝੂਠ ਬੋਲੀ ਜਾਣਾ, ਫਿਰ ਪੁੱਠੇ ਕੰਮ ਕਰੀ ਜਾਣੇ। ਸਾਰੇ ਪਿੰਡ ਵਿੱਚ ਇੱਕ ਦੂਜੇ ਨੂੰ ਝੂਠੇ ਪਰਚੇ ਦਰਜ ਕਰਾਈ ਜਾਣੇ। ਉਹਨੂੰ ਥੱਲੇ ਲਾਉਣ ਦਾ ਰੱਖਣਾ ਯਤਨ। ਉਹ ਥੱਲੇ ਲਾਉਣ ਨਾਲੋਂ ਥੱਲੇ ਲੱਗੀ ਹੈ ਪਰਮਾਤਮਾ ਵਿੱਚ ਤੇ ਕੋਈ ਗੱਲ ਨਹੀਂ। ਤੇ ਉਹ ਅਕਾਲ ਪੁਰਖ ਵਾਹਿਗੁਰੂ ਡਾਢਾ ਹੈ, ਉਹਦੇ ਨਾਲ ਆਪਣਾ ਤਾਲਮੇਲ ਬਣਾਈਏ ਤਾਂ ਕਿ ਉਹ ਸਾਨੂੰ ਅਗਲੇ ਪਰਲੋਕ ਵਿੱਚ ਸਾਡੀ ਮਦਦ ਕਰੇ। ਜੇ ਦੋਹਰੇ ਧਰਤੀ ਤੇ ਆਈਏ ਕਿਸੇ ਸਿੱਖਾਂ ਦੇ ਘਰ, ਫਿਰ ਆਪਣਾ ਜਿਹੜਾ ਸਿਲੇਬਸ ਪੂਰਾ ਕਰਨ ਆ ਜਾਈਏ। ਐਵੇਂ ਕਿਤੇ ਬਿਹਾਰ ਵਿੱਚ ਹੋਰ ਕਿਸੇ ਗਲਤ ਥਾਂ ਤੇ ਜਾ ਕੇ ਗਰੀਬਾਂ ਦੀ ਦੌਰ ਵਿੱਚ ਆ ਕੇ ਜਾਂ ਡੰਗਰਾਂ ਦੀ ਜੂਨ 'ਚ ਪੈ ਗਏ, ਮੁੜ ਕੇ ਪਛਤਾਣਾ ਪੈ ਗਿਆ। ਇਸ ਕਰਕੇ ਸਿੱਖਾਂ ਵਿੱਚ ਹੈਗਾ ਆਖਰੀ ਪੁਆਇੰਟ, ਉਹ ਹੈਗਾ ਪੀਵੋ ਪਹੁਲ। ਜਿੱਥੇ ਸੱਚ ਬੋਲਣਾ ਜ਼ਰੂਰੀ ਹੈ, ਜਿੱਥੇ ਦੂਸਰਾ ਹੈ ਬਹੁਤ ਜ਼ਰੂਰੀ ਹੈ ਕਿ ਨਸ਼ੇ ਦੀ ਕੋਈ ਵੀ ਨਸ਼ਾ ਨਹੀਂ ਲੈਣਾ ਚਾਹੀਦਾ। ਹੁਣ ਦਵਾਈ ਹੈ, ਉਹ ਦਵਾਈ ਵਿੱਚ ਵੀ ਨਸ਼ਾ ਪਾਇਆ ਹੋਇਆ, ਪਰ ਉਹ ਕਿਸੇ ਡੋਜ਼ ਵਿੱਚ ਦਿੱਤੀ ਜਾਂਦੀ ਹੈ, ਉਹ ਕਿਸੇ ਮਾਤਰਾ ਵਿੱਚ ਦਿੱਤੀ ਜਾਂਦੀ ਹੈ। ਜਿਵੇਂ ਖਾਣਾ ਹੈ, 3 ਰੋਟੀਆਂ ਖੁਰਾਕ ਹੈ ਤੇ 30 ਰੋਟੀਆਂ ਜ਼ਹਿਰ ਹੈ। ਦੁੱਧ ਹੈ ਪੌਣਾ ਕਿਲੋ, ਅੱਧਾ ਕਿਲੋ ਪਸ਼ਟੀ ਅਨੁਸਾਰ ਖੁਰਾਕ ਹੈ ਤੇ 6 ਕਿਲੋ ਇਕੱਠਾ ਦਿੱਤਾ ਜਾਏ ਤੇ ਜ਼ਹਿਰ ਹੈ। ਇਸ ਤਰੀਕੇ ਨਾਲ ਜਿਹੜੇ ਨਸ਼ੇ ਸਾਨੂੰ ਦਵਾਈਆਂ 'ਚ ਪਾ ਕੇ ਦਿੱਤੇ ਜਾਂਦੇ ਨੇ ਮਾੜੇ ਮੋਟੇ, ਉਹਨਾਂ ਦੀ ਇੱਕ ਡੋਜ਼ ਫਿਕਸ ਕੀਤੀ ਜਾਂਦੀ, ਉਹ ਤੋਂ ਵੱਧ ਬੰਦਾ ਲੈ ਨਹੀਂ ਸਕਦਾ। ਤੇ ਜਿਹੜੇ ਇਹ ਨਸ਼ੇ ਨੇ ਓਪਨਲੀ, ਇਹਦੇ 'ਚ ਬੰਦਾ ਵੱਧਦਾ ਜੀ, ਕੋਈ ਡੋਜ਼ ਨਹੀਂ ਰੱਖੀ, ਨਹੀਂ ਨਾ ਇਹ ਲੋੜ ਸੀ ਦੀ। ਇਹ ਸਾਡੇ ਧਰਮ ਵਿੱਚ ਬਿਲਕੁਲ ਮਨਾਹੀ ਕੀਤੀ ਹੈ। ਹੁਣ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਜਿਹੜੇ ਪੀਣ ਲੱਗ ਪਏ। ਉਹਨਾਂ ਦੀ ਰੋਕਥਾਮ ਦਾ ਵਾਸਤਾ ਇੱਕੋ ਸਿਸਟਮ ਸੀ ਵੀ ਇਹਨਾਂ ਦੇ ਆਨੰਦ ਕਾਰਜ ਨਾ ਕੀਤੇ ਜਾਣ, ਉਹਨਾਂ ਨੂੰ ਲੜਕੀ ਨਾ ਦਿੱਤੀ ਜਾਏ, ਉਹਨਾਂ ਦੀ ਸ਼ਮੂਲੀਅਤ ਨਾ ਕੀਤੀ ਜਾਏ ਕਿਸੇ ਧਾਰਮਿਕ ਜਾਂ ਸਮਾਜਿਕ ਸਮਾਗਮ ਵਿੱਚ, ਉਹਨੂੰ ਕੱਲਾ ਨਖੇੜ ਦਿੱਤਾ ਜਾਏ। ਉਹ ਤਾਂ ਹੁੰਦਾ ਵੀ ਅਸੀਂ ਜ਼ਿਆਦਾ ਹੋਈਏ ਸਾਰੇ ਗੁਰੂ ਕੇ ਸਿੱਖ ਸਿੱਖਣੀਆਂ ਤੇ ਉਹ ਬੰਦੇ ਥੋੜੇ 5-7 ਹੋਣ, ਫਿਰ ਤਾਂ ਉਹਨਾਂ ਨੂੰ ਬਾਬੇ ਪਿੰਡ 'ਚੋਂ ਛੇਕ ਦਈਏ। ਹੁਣ ਉਹ ਲੋਕ ਬਹੁਤ ਵਧੇ ਨਹੀਂ ਸਾਡੇ ਪਿੰਡਾਂ 'ਚ, ਤੇ ਅਸੀਂ ਜਿਹੜੇ ਹੈ ਗੁਰੂ ਨਾਨਕ ਦੇ ਸਿੱਖ ਬਹੁਤ ਘੱਟ ਨੇ, ਰਾਧਾ ਸਵਾਮੀ ਦੇ ਸਿੱਖ ਬਹੁਤ ਨੇ, ਨਿਰੰਕਾਰੀਆਂ ਦੇ ਨੇ, ਕੋਈ ਨੂਰ ਮਹਿਲੀਆਂ ਦੇ ਨੇ,
ਇੱਥੇ ਮੈਂ ਉਹ ਜਿਹੜਾ ਦਰਸ਼ਨ ਦਾ ਮੈਂ ਫਿਰ ਮਾਰਿਆ ਸੀ ਸਾਹਮਣੇ ਉਹਨਾਂ ਦਾ ਉਹ ਬੰਦੇ ਜਾਫੂਵਾਲ ਦੇ ਮਰ ਗਏ ਸੀ, ਮੇਰੇ ਖਿਆਲ 6 ਬੰਦੇ ਮਾਰ ਗਏ ਸੀ ਮੁੰਡੇ। ਠੇਕੇਦਾਰੀ ਨਹੀਂ ਉਹ ਦਰਸ਼ਨ ਦਾ ਨਾਨਕ ਧਾਮ ਬਣ ਗਿਆ ਸੀ ਪਹਿਲਾਂ ਇੱਥੇ ਜਿਹੜਾ ਬਟਾਲੇ ਬਣੇ ਨਾ। ਚਲੋ ਜਿਹਨੂੰ ਉੱਥੇ ਇੰਗਲੈਂਡ 'ਚ ਪਤਾ ਨਹੀਂ ਕਿੱਥੇ ਮਾਰਿਆ ਉਹ 24 ਸਾਲ ਦੀ ਜੇਲ੍ਹ ਕੱਟ ਕੇ ਆ। मेरा कहने तो भाव ऐसे छोटे छोटे थोड़े ਜਿਹੇ ਫਿਰਕੇ ਖੜੇ ਕਰ ਦਿੱਤੇ ਤੁਹਾਡੀ ਤਾਕਤ ਕਮਜ਼ੋਰ ਕਰਨ ਵਾਸਤੇ। ਹੁਣ ਮੁਸ਼ਕਿਲ ਇਹ ਆਈ ਸਿੱਖ ਨੂੰ ਕਿ ਜੇ ਸਿੱਖ ਨੇ ਕੁੜੀ ਸ਼ਰਾਬੀ ਨੂੰ ਦਿੱਤੀ ਤਾਂ ਦੁਖੀ, ਜੇ ਸਿੱਖ ਨੇ ਕੁੜੀ ਕਿਸੇ ਨੂਰਮਹਿਲੀ ਨੂੰ ਦਿੱਤੀ ਉਹ ਮਰੇ ਅਸਦੋਸ਼ ਕੋਲ ਲੈ ਕੇ ਉਹਦੇ ਮਰੇ ਬੋਡੀ ਦੀ ਦਰਸ਼ਨ ਕਰਾਉਣ ਜਾਣਗੇ, ਉਹ ਡਰੂਗਾ ਉਹਨੂੰ ਦੇਖ ਕੇ ਮਰੇ ਨੂੰ। ਮਰੇ ਦਾ ਤਾਂ ਮੂੰਹ ਨਹੀਂ ਦੇਖਣਾ ਚਾਹੀਦਾ। ਇਹਦੇ ਨਾਲ ਨਾਲ ਜਿਹੜੇ ਹੈਗੇ ਨੇ ਬਾਕੀ ਮਹੰਤ ਬਣ ਕੇ ਬੈਠੇ ਤੁਸੀਂ ਉੱਥੇ ਪੈਸੇ ਚਾੜੀ ਜਾਂਦੇ, ਉਹ ਬੜੀ ਬੜੀਆਂ ਜ਼ਮੀਨਾਂ ਖਰੀਦੀ ਜਾਂਦੇ ਨੇ ਤੇ ਤੁਹਾਡੇ ਘਰਾਂ ਦੀ ਹਾਲਤ ਬਦਲੀ ਹੁੰਦੀ ਜਾਂਦੀ ਹੈ। ਬੱਚੇ ਤੁਹਾਡੇ ਆਖੇ ਨਹੀਂ ਲੱਗਦੇ। ਜਾਂ ਤਾਂ ਬਾਬਾ ਤੁਹਾਡਾ ਕੋਈ ਕੰਮ ਕਰਕੇ ਦੱਸੇ ਵੀ ਬਾਬੇ ਨੇ ਤੁਹਾਡਾ ਆਹ ਕੰਮ ਕਰ ਦੇਣਾ। ਚੰਗਾ ਬੰਦਾ ਤੁਹਾਨੂੰ ਚੰਗੀਆਂ ਗੱਲਾਂ ਦੱਸ ਸਕਦਾ, ਮਨਾ ਧੱਕੇ ਨਾਲ ਨਹੀਂ ਸਕਦਾ। ਜੇ ਮਨਾਉਣ ਦੀ ਤਾਕਤ ਹੁੰਦੀ ਹੈ ਤੇ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਵੀ ਆਪਾਂ ਗੁਰੂ ਨਾਨਕ ਦੇ ਬਚਨ ਮੰਨ ਲੈਂਦੇ ਤਾਂ ਸਾਡੀ ਇਹ ਹਾਲਤ ਨਾ ਹੁੰਦੀ। ਜੇ ਮੰਨਣ ਦੀ ਤੁਹਾਡੇ ਸਮਰੱਥਾ ਹੁੰਦੀ ਤੇ ਮਨਾਉਣ ਵਾਲਾ ਬਾਬਾ ਬਹੁਤ ਤਗੜਾ ਸੀ, ਪਰ ਉਹ ਵੀ ਸਾਨੂੰ ਆਪਣੀ ਵਿਚਾਰਧਾਰਾ ਮਨਾ ਨਹੀਂ ਸਕਿਆ, ਦੇ ਗਿਆ ਤੇ ਲਿਖ ਗਿਆ ਕਿ ਪਿਓ ਦਾਤੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ। ਇਹ ਕਹਿ ਗਏ ਨੇ ਵੀ ਆਹ ਖਜ਼ਾਨਾ ਮੈਂ ਤੁਹਾਨੂੰ ਆਪਣੀ ਮਿਹਨਤ ਦਾ ਦੇ ਕੇ ਚੱਲਿਆ। ਇਹ ਜਿਹੜੀ ਦੁਨਿਆਵੀ ਧਨ ਦੌਲਤ ਨੇ ਖਤਮ ਹੋ ਜਾਂਦੇ ਨੇ, ਇਹ ਖਤਮ ਨਹੀਂ ਹੋਊਗਾ ਤੇ ਇਹਦੇ ਵਿੱਚ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਨਿਕਲ ਜਾਏਗੀ, ਜਿਹੜੀ ਜ਼ਿੰਦਗੀ ਕਦੇ ਵੀ ਨਰਕਾਂ ਦੀ ਗਾਮੀ ਨਹੀਂ ਹੋਏਗੀ। ਸਮਾਜ ਵਿੱਚ ਇੱਜ਼ਤ ਨਾਲ ਮਰਾਂਗੇ ਤੇ ਅੱਗੇ ਜਾ ਕੇ ਇੱਜ਼ਤ ਨਾਲ ਜਾਵਾਂਗੇ, ਜੰਮਾਂਗੇ ਤਾਂ ਇੱਜ਼ਤ ਵਾਲੇ ਥਾਂ ਤੇ ਫਿਰ ਜੰਮਾਂਗੇ। ਐਡਾ ਵੱਡਾ ਸਿਲੇਬਸ ਦਿੱਤਾ ਹੈ। ਉਸ ਵਿੱਚ ਮੈਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਹੈ ਕਿ ਝੂਠ ਬੋਲਣਾ ਹਰ ਧਰਮ 'ਚ ਮਨਾ ਹੈ। ਠੱਗੀ ਮਾਰ ਕੇ ਪੈਸਾ ਇਕੱਠਾ ਕਰਨਾ ਹਰ ਅਕਲਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ, ਹਾਂ ਠੀਕ ਜੈਨੂਅਲ ਵਪਾਰ ਕਰਨਾ ਅਸੀਂ ਵੀ ਮੇਰੀ ਚੀਜ਼ ਦੀ ਇੰਨੀ ਕਾਸਟ ਹੈ, ਇੰਨੀ ਕੀਮਤ ਹੈ, ਮੈਂ ਆਪਣਾ ਸਾਰਾ ਬਿੱਲ ਤੇ ਘਰ ਦਾ ਖਰਚ ਲਾ ਕੇ ਉਹਨੂੰ ਇਸ ਥਾਂ ਤੇ ਬੰਨ੍ਹ ਦੇਣਾ। ਜਿੱਦਾਂ DCM ਹੈ, ਬਿੰਨੀ ਹੈ ਜਾਂ ਹੋਰ ਐਸੀਆਂ ਕੰਪਨੀਆਂ ਨੇ, ਜਿਹੜੇ ਬਾਟਾ ਹੈ ਸ਼ੂ ਸੈਂਟਰਾਂ ਵਿੱਚ, ਉਹਨਾਂ ਦੇ ਫਿਕਸ ਰੇਟ ਹੋਏ ਨੇ ਤੇ ਲੋਕ ਖਰੀਦੀ ਜਾਂਦੇ ਨੇ ਤੇ ਸਾਨੂੰ ਆਦਤ ਹੋਈ ਤੇ ਵੀ ਜੇ ਇਹਦੇ ਕੋਲ ਇੰਨੇ ਵੀ ਮਿਲ ਜਾਣ ਇੰਨੇ ਵੀ ਲੈ ਲਓ। ਐਸੇ ਜਿਹੜੀ ਸਾਡੀ ਆਦਤ ਹੈ ਉਹ ਸਾਡਾ ਸਿਸਟਮ ਇਸ ਤਰੀਕੇ ਦਾ ਫੇਰ ਕਰ ਦਿੱਤਾ। ਇਸ ਕਰਕੇ ਇੱਕ ਇਹਦੇ ਨਾਲ ਵੀ ਜੁੜੀ ਇੱਕ ਚੰਗਾ ਮਹਾਂਪੁਰਖ ਸੀ। ਉਹ ਸਵੇਰੇ ਸਵੇਰੇ ਸ਼ਹਿਰ ਤੋਂ ਨਿਕਲਿਆ ਸੀ, ਬਿਰਧ ਸੀ, ਇੱਕ ਦੁਕਾਨ ਖੋਲੀ ਸੀ। ਉਹਨਾਂ ਕਿਹਾ ਵੀ ਮੈਨੂੰ ਸੋਟੀ ਚਾਹੀਦੀ। ਆਂਦੇ ਬਾਬਾ ਜੀ ਸੋਟੀ ਲੈ ਲਓ। ਆਂਦਾ ਕਿੰਨੇ ਦੀ ਹੈ? ਉਹਦੀ ਜੋ ਰੁਟੀਨ ਸੀ ਉਸੇ ਰੁਟੀਨ 'ਚ ਬੋਲ ਪਿਆ, ਆਂਦਾ 2.5 ਰੁਪਏ ਦੀ। ਆਂਦਾ ਲਓ। ਉਹ ਨਹੀਂ ਪੁੱਛਿਆ ਵੀ 2.5 ਰੁਪਏ ਦੀ ਕਿੰਨੇ ਦੀ, ਮੈਂ ਨਹੀਂ ਤੈਨੂੰ ਤੁਸੀਂ ਕਰ ਦੇਣਾ ਵੀ ਇੰਨੇ ਨਹੀਂ ਲੈਣੇ, ਇੰਨੇ ਲੈਣੇ ਤੇ ਨਹੀਂ ਲੈ ਲੈ। ਉਹ ਪਹਿਲਾਂ ਹੀ ਪਤਾ ਹੁੰਦਾ ਨਹੀਂ ਕਿ ਕਿੱਥੇ ਕਾ ਕੇ ਖੜਨਾ, ਉਹਦਾ ਰੋਜ਼ ਦਾ ਤਜਰਬਾ ਤੇ ਤੁਸੀਂ ਖੁਸ਼ ਹੋ ਜਾਂਦੇ ਵੀ ਇਹਨੇ ਤੋੜ ਦਿੱਤਾ ਹੀ ਨਾ। ਉਹਨਾਂ 2.5 ਰੁਪਏ ਕੱਢੇ ਤੇ ਗੁੰਡੇ ਹੱਥ 'ਚ ਫੜਾਤੇ ਤੇ ਸੋਟੀ ਉਹਨਾਂ ਹੁਣ ਫੜਾਤੀ। ਹੁਣ ਉਹ ਤੁਰ ਗਿਆ ਉਹਦੀ ਦੁਕਾਨ। ਹੁਣ ਉਹਦੇ ਅੰਦਰ ਉਹ ਸੱਚ ਵਾਲੀ ਆਵਾਜ਼ ਉੱਠਣ ਲੱਗੀ ਵੀ ਯਾਰ ਬੋਣੀ ਦਾ ਟਾਈਮ ਸੀ, ਚੰਗਾ ਬੰਦਾ ਆ ਗਿਆ, ਉਹਨੂੰ ਤੂੰ 2.5 ਰੁਪਏ ਮੰਗ ਲਏ ਤੇ ਛੋਟੀ ਤੇਰੀ 1.5 ਰੁਪਏ ਦੀ ਹੈ, ਉਹ ਤੈਨੂੰ 2.5 ਰੁਪਏ ਦੇ ਗਿਆ, ਤੂੰ ਬਹੁਤ ਮਾੜਾ ਕੀਤਾ। ਪਹਿਲਾਂ ਕਹਿੰਦਾ ਚਲ ਕੋਈ ਨਹੀਂ, ਫਿਰ ਸੁਭਾਅ ਸੀ। ਫਿਰ ਉਹ ਗੱਲ ਅੰਮ੍ਰਿਤ ਵੇਲਾ ਸੀ ਹਲੇ, ਉਹ ਅੰਮ੍ਰਿਤ ਵੇਲੇ ਦਾ ਵੀ ਪ੍ਰਭਾਵ ਪਿਆ ਹੋਇਆ ਸੀ। ਉਹ ਫਿਰ ਉਹਦੇ ਚ ਜ਼ੋਰ ਫੜ ਗਈ ਗੱਲ ਵੀ ਤੂੰ ਗਲਤੀ ਕੀਤੀ, ਉਹਦਾ 1 ਰੁਪਈਆ ਜਾ ਕੇ ਮੋੜ। ਉਹ ਫਿਰ ਮਗਰ ਦੌੜਿਆ। ਜਦੋਂ ਕਾਫੀ ਜਿਵੇਂ ਇੱਥੇ ਬੱਬਰੇ ਸਿੱਧ ਚਲੇ ਗਿਆ, ਜੀਵਨ ਬੱਬਰੀ ਤੱਕ ਚਲੇ ਗਿਆ, ਮਗਰ ਦੌੜਿਆ। ਆਂਦਾ ਬਾਬਾ ਜੀ ਠਹਿਰ ਜਾਓ। ਆਂਦਾ ਕੀ ਗੱਲ ਬਈ? ਆਂਦਾ ਜੀ 1 ਰੁਪਈਆ ਲੈ। ਆਂਦਾ ਕਿਉਂ? ਮੈਂ ਤੈਨੂੰ ਕਿੰਨੇ ਪੈਸੇ ਦਿੱਤੇ, ਤੂੰ ਕਿੰਨੇ ਮੰਗੇ ਸੀ? ਆਂਦਾ ਮੈਂ 2.5 ਮੰਗੇ ਸੀ ਤੇ ਮੈਂ ਕਿਹੜੇ ਗਿਆ 3.5 ਦਿੱਤੇ। ਆਂਦਾ ਨਹੀਂ ਜੀ 2.5 ਦਿੱਤੇ। ਆਂਦਾ ਫੇਰ ਵੱਧ ਕਿਵੇਂ ਹੋ ਗਿਆ? ਆਂਦਾ ਜੀ ਮੈਂ ਸੱਚ ਬੋਲਣ ਲੱਗ ਗਿਆ ਤੁਹਾਡੇ ਸਾਹਮਣੇ, ਛੋਟੀ ਮੇਰੀ 1.5 ਰੁਪਏ ਦੀ, ਮੇਰੀ ਸੁਭਾਅ ਬਣਿਆ ਕਰਦਾ। ਆਂਦੇ ਅੱਛਾ ਜਾ 1 ਰੁਪਈਆ ਰੱਖ ਲੈ, ਮੈਂ ਨਹੀਂ ਹੁਣ ਲੈਣਾ, ਮੈਂ ਆਪਣੇ ਬਚਨ ਨੂੰ ਰਹਿਣਾ। ਇੱਕ ਮੈਂ ਤੈਨੂੰ ਬਚਨ ਦੇ ਦਿੰਦਾ, ਜੇ ਤੇਰੀ ਮਰਜ਼ੀ ਹੋਏਗੀ ਤੇ ਅੱਗੇ ਤੋਂ ਥੋੜਾ ਚਿਰ ਤੇਰੀ ਦੁਕਾਨ ਥੱਲੇ ਆ ਜਾਊਗੀ ਤੇ ਇੱਕ ਜਿਹੜਾ ਰੇਟ ਲੈਣਾ ਉਹੀ ਰੇਟ ਰੱਖਣਾ। ਅੱਗੇ ਜਾ ਕੇ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਤ ਵਿੱਚ ਬਰਕਤ ਪਾ ਦੇਗਾ। ਇਹ ਹੈ ਠੱਗੀ ਦਾ ਪੈਸਾ, ਵੱਧ ਲਾ ਕੇ ਪੈਸਾ ਮੰਗ ਕੇ ਆਪਣੇ ਬੱਚਿਆਂ ਦੀ ਬਾਤ ਦੇਣਾ, ਸ਼ਾਇਦ ਬੱਚਿਆਂ ਦੀ ਬੁੱਧੀ ਭ੍ਰਿਸ਼ਟ ਕਰਕੇ ਜਾਏਗਾ। ਇਹਨਾਂ ਗੱਲਾਂ ਨੂੰ ਸਾਨੂੰ ਨਾਰਮਲਿਟੀ ਨਾਲ ਲੈਣਾ ਚਾਹੀਦਾ। ਜੈਨੂਅਲ ਠੀਕ ਹੈ, ਸਾਡਾ ਹੱਕ ਬਣਦਾ ਜਿਹੜਾ ਉਹ ਚੀਜ਼ ਦੇ ਉੱਤੇ ਰਹਿਣਾ। ਇਹ ਹੈ ਬੇਈਮਾਨੀ ਦੀ ਕਮਾਈ ਕਰਨੀ ਲੈਣੀ।
ਤੇ ਨਾਲ ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਜੀਵਨ ਕਾਲ ਵਿੱਚ ਦੂਸਰੀ ਇਸਤਰੀ ਤੇ ਮਰਦ ਦਾ ਆਪਸ ਵਿੱਚ ਸੰਬੰਧ ਨਹੀਂ ਜੋੜਨਾ। ਲੜਕੀ ਤੇ ਲੜਕੇ ਨਾਲ ਜੀਵਨ ਵਿੱਚ ਜੋ ਤੱਕ ਇੱਕ ਦੂਜੇ ਦਾ ਸਮਾਜਿਕ ਰੀਤੀ ਅਨੁਸਾਰ ਨਾਲ ਜੋੜ ਮੇਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਐਸਾ ਕੋਈ ਹਰਕਤ ਨਹੀਂ ਕਰਨੀ ਜਿਹਦੇ ਕਰਕੇ ਉਹ ਆਪਣੇ ਸਮਾਜ ਵਿੱਚ ਸਿਰ ਨੀਵਾਂ ਕਰਨਾ ਪਏ। ਔਰ ਜੇ ਐਸੀ ਹਰਕਤ ਲੜਕੀ ਤੇ ਲੜਕੇ ਅੱਜ ਕੱਲ੍ਹ ਕਰਨ ਲੱਗ ਪਏ ਨੇ ਗਲਤੀਆਂ, ਇਹ ਮੈਂ ਬੇਨਤੀ ਕਰ ਦੂੰਗਾ, ਉਹ ਆਪਣੇ ਬੱਚੇ ਨੂੰ ਕਦੇ ਵੀ ਮੈਂਸ਼ਨ ਨਹੀਂ ਕਰਨਗੇ ਵੀ ਇਹ ਮੇਰਾ ਬੱਚਾ, ਉਹਨੂੰ ਮਰਾਉਣ ਦਾ ਯਤਨ ਕਰਨਗੇ ਜੇ ਬੱਚਾ ਕਨਸੀਵ ਹੋ। ਇਸ ਕਰਕੇ ਬਹੁਤ ਵੱਡਾ ਪਾਪ ਹੈ ਕਿਸੇ ਨੂੰ ਕੁੱਖ ਵਿੱਚ ਹੀ ਮਾਰ ਦੇਣਾ, ਉਹਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦੇਣਾ। ਇਹ ਹੈ ਧਰਮ ਦੀਆਂ ਗੱਲਾਂ। ਇਹ ਜੋ ਸ਼ਾਦੀ ਤੋਂ ਪਹਿਲਾਂ ਇਹ ਕੰਮ ਗਲਤੀਆਂ ਨਹੀਂ ਕਰਨੀਆਂ। ਜਿੱਥੇ ਮਾਂ ਪਿਓ ਆਪਣੀ ਧੀ ਨੂੰ ਤੋਰੇ, ਇੱਜ਼ਤ ਨਾਲ ਉਹਨਾਂ ਦੇ ਘਰ ਜਾਏ, ਇੱਜ਼ਤ ਨਾਲ ਉੱਥੇ ਬੈਠੇ ਤੇ ਬੰਦਾ ਵੀ ਉਹਦੀ ਇੱਜ਼ਤ ਕਰੇ। ਭਾਵ ਪਤੀ ਵਰਤਾ ਤੇ ਸਤੀ ਧਰਮਾਂ 'ਚ ਵਿਆਹ ਤੋਂ ਬਾਅਦ ਕਾਇਮ ਰਹਿਣਾ। ਬੰਦੇ ਨਾਲ ਵੀ ਇੱਧਰ ਉੱਧਰ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਜੋੜਨਾ ਤੇ ਇਸਤਰੀ ਨਾਲ ਵੀ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਜੋੜਨਾ। ਇਹ ਹੈ ਧਰਮ ਦੀਆਂ ਵਿਆਹ। ਅੱਗੇ ਹੈ ਮਰਨ ਤੋਂ ਬਾਅਦ ਦਾ ਲੇਖਾ ਤੇ ਇੱਕ ਹੈਗਾ ਵੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ। ਜੇ ਕਰਨਾ ਤੇ ਭਲਾ ਕਰਨਾ, ਜੇ ਭਲਾ ਨਹੀਂ ਕਰਨਾ ਤੇ ਬੁਰਾ ਵੀ ਨਹੀਂ ਕਰਨਾ। ਇਹ ਮੇਨ ਪੁਆਇੰਟ ਹੈ। परमात्मा ते सिद्ध रखना, किहदे ते सिद्ध रखना? बंदे ते नहीं रखना, परमात्मा ते रखना। बंदा साडी कैटेगरी दा, उहदे नाल प्यार करना, और सिद्ध एक ते रखना। एक सिद्ध है, सिद्ध 3-4 नहीं पहला मेरे ते रख लिया, ओहदे ते रख लिया, ओहदे ते रख लिया, सिद्ध नहीं है। सिद्ध एक ते रखना। हाँ, टीचर है, सानू टीच करदा, असीं उहदा एक टीचर के तौर पर थोड़ा बहुत सत्कार करते हैं, पर यह नहीं कि असीं उहदे नाल जुड़ गए, असीं अगे होर स्टडी करन दा सानू हक है, असीं अगे बस लगे ਉਹਦਾ ਵੀ ਸਤਿਕਾਰ ਕਰਾਂਗੇ ਵੀ ਤੁਸੀਂ ਮੈਨੂੰ ਊੜਾ ਐੜਾ ਸਿਖਾਇਆ ਸੀ, ਮੈਂ ਤੁਹਾਡਾ ਪੜ੍ਹਾ ਰਹਿਣੀ ਹੈ। ਪਰ ਮੈਂ ਅੱਗੇ PhD ਕਰ ਗਿਆ, ਉਹ ਵਿਚਾਰੇ ਨੇ PhD ਨਹੀਂ ਕੀਤੀ, ਮੈਂ PhD 'ਚ ਚਲੇ ਗਏ। ਇਸ ਕਰਕੇ ਐਸੀ ਸੋਚ ਨਹੀਂ ਕਰਨੀ ਵੀ ਜਿਹੜੇ ਕੋਲ ਚਲੇ ਗਏ ਤੁਸੀਂ ਉਹਦੇ ਕੋਲੇ ਜਾਈ ਜਾਣਾ। ਨਹੀਂ, ਤੁਸੀਂ ਜਗਿਆਸੂ ਬਣ ਕੇ ਕਿਸੇ ਵੀ, ਮੈਂ ਕਈਆਂ ਦੇ ਜੀਵਨ ਦੇਖੇ ਸੇਵਾ ਪੰਥੀਆਂ 'ਚ, ਕਦੇ ਉਹਨੂੰ ਕਿਸੇ ਕੋਲ ਭੇਜ ਦੇਣਾ ਵੀ ਉਹਦੇ ਕੋਲ ਥੋੜਾ ਜਿਹਾ ਰਹਿ ਕੇ ਆ, ਥੋੜਾ ਜਿਹਾ ਉਹਦੇ ਕੋਲ ਰਹਿ ਕੇ ਆ, ਕਿਸੇ ਵਿਦਵਾਨ ਹੈ ਉਹਦੇ ਕੋਲ ਵੀ ਭੇਜ ਦਿੱਤਾ, ਉਹਨੂੰ ਸਾਰੇ ਆਉਣ ਤਰਾ ਫੜਾ ਕੇ ਫਿਰ ਉਹਨੂੰ ਕਹਿਤਾ ਵੀ ਹੁਣ ਚੁੱਪ ਕਰਕੇ ਟਿਕ ਕੇ ਜਾ ਇੱਕ ਥਾਂ ਬਹਿ ਜਾ, ਹੁਣ ਤੇਰਾ ਜਾਣ ਦੀ ਲੋੜ ਨਹੀਂ ਹੈ, ਤੂੰ ਹੁਣ ਆਪਣੇ ਆਪ 'ਚ ਕਾਇਮ ਹੋਣ ਲੱਗ ਪਿਆ। ਇਸ ਕਰਕੇ ਬੜੀ ਲੋੜ ਹੁੰਦੀ ਨਾ ਗੱਲਾਂ ਦੀ। ਕਈ ਵਾਰ ਬੰਦਾ ਕਾਫੀ ਜ਼ਿੰਦਗੀ ਦਾ ਹਿੱਸਾ ਕਿਸੇ ਗਲਤ ਬੰਦੇ ਨਾਲ ਜਾਣ ਕੇ ਗਲਤ ਪਾਸੇ ਪਾ ਜਾਂਦਾ, ਉਹ ਸਾਰੀ ਜ਼ਿੰਦਗੀ ਤਬਾਹ ਕਰ ਦਿੰਦਾ। ਇਸ ਕਰਕੇ ਸਾਨੂੰ ਗੁਰੂ ਪਾਤਸ਼ਾਹ ਨੇ ਚੱਕਰ ਤੋਂ ਕੱਢ ਦਿੱਤਾ, ਸਾਨੂੰ ਹੁਕਮ ਕਰ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹਦੇ ਤੇ ਵਿਸ਼ਵਾਸ ਰੱਖਣਾ, ਬਾਣੀ ਤੇ ਵਿਸ਼ਵਾਸ ਰੱਖਣਾ। ਅਗਲੀ ਹੈ ਕਿ ਪੀਵੋ ਪਹੁਲ ਖੰਡੇ ਤਾਰ, ਹੋਏ ਜਨਮ ਭਾਈ ਖੰਡੇ ਦੀ ਪੌੜ ਛਕੋ। ਜਿਵੇਂ ਉਹਨਾਂ ਦਾ ਪਾਣੀ ਚਕੋਤਾ ਹੈ, ਉਹਨਾਂ ਦਾ ਸੁਨਤ ਹੈ, ਉਹਨਾਂ ਦਾ ਜਨੇਊ ਹੈ, ਤੁਸੀਂ ਪੰਜਾਂ ਪਿਆਰਾਂ ਦੀ ਪੌੜ ਛਕਣੀ। ਜਨਮ ਸਹੇਲਾ ਹੋ ਜਾਣਾ, ਜਿਹੜੇ ਘਰ 'ਚ ਚੀਜ਼ਾਂ ਨਹੀਂ ਹੋਣੀਆਂ, ਝੂਠ ਨਹੀਂ ਹੋਣਾ, ਠੱਗੀ ਨਹੀਂ ਹੋਣੀ, ਗੰਦੇ ਗਾਣੇ ਨਹੀਂ ਹੋਣੇ, ਕਰੈਕਟਰ ਵਾਲੀਆਂ ਜਿਹੜੀਆਂ ਫਿਲਮਾਂ ਜਾਂ ਐਸੇ ਸਟੱਡੀ ਨਹੀਂ ਹੋਣੀ, ਜਿੱਦਾਂ ਐਸੇ ਕੋਈ ਹੁੰਦੇ ਨੇ ਜਿਹੜੇ ਗੰਦੇ ਅਸ਼ਲੀਲ ਬੁੱਕਸ ਇਹਨੀਆਂ ਭੇਜੀਆਂ ਹੋਈਆਂ ਤੁਹਾਡੀ ਜ਼ਿੰਦਗੀ ਤਬਾਹ ਕਰਨ ਵਾਸਤੇ। ਇਹ ਨਹੀਂ ਕਰਨਾ। ਤੇ ਨਾਲ ਆਏ ਗਏ ਸਿੱਖ ਸਾਥ ਦੀ ਸੇਵਾ ਕਰਨੀ, 2 ਟਾਈਮ ਗੁਰੂ ਦੇ ਦਰਸ਼ਨ ਕਰਨੇ, ਸੰਗਤ ਕਰਨੀ ਗੁਰਸਿੱਖਾਂ ਦੀ, ਤੇ ਨਾਲ ਜਿਹੜੇ ਸਿਧਾਂਤ ਨੇ ਮੜੀਆਂ ਮਸਾਣਿਆਂ ਤੋਂ, ਜੰਤਰਾਂ ਮੰਤਰਾਂ ਤੋਂ ਸੰਕੋਚ ਕਰਨਾ। ਆਪਣੇ ਆਪ 'ਚ ਜੇ ਦੁੱਖ ਆਉਂਦਾ ਤਾਂ ਉਹ ਕਿਸੇ ਦੇ ਮਰਦਾ ਹੁਣ ਤੁਹਾਡੇ ਸੋਚ ਭਾਰਤੀ ਹੈ ਵੀ ਜੇ ਤੁਹਾਡੇ ਘਰ ਕਿਸੇ ਨੇ ਜਗ੍ਹਾ ਖੜੀ ਕਰ ਦਿੱਤੀ ਹੈ। ਹੁਣ ਇੱਕ ਅਸੀਂ ਦੇ ਘਰ ਗਏ ਸੀ, ਉਹਦੇ ਮੁਸਲਮਾਨ ਉਹਦੇ ਕੋਠੇ ਤੇ ਇੱਟਾਂ ਰੱਖ ਦਿੱਤੀਆਂ। ਹੁਣ ਮੇਰੇ ਕੋਲ ਆ ਕੇ ਕਹਿੰਦੀ ਸੀ, ਪਹਿਲਾਂ ਤਾਂ ਜਦੋਂ ਉਹਨਾਂ ਇੱਟਾਂ ਚੁੱਕੀਆਂ ਉਦੋਂ ਬੜੀ ਡਰ ਗਈ, 2-3 ਦਿਨਾਂ ਦੀ ਮੈਨੂੰ ਤਾਂ ਬੜਾ ਡਰ ਲੱਗਣ ਲੱਗ ਪਿਆ। ਫਿਰ ਉਹਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਹੁਣ ਕੁਛ ਨਹੀਂ ਹੋਣਾ, ਤੂੰ ਆਹ ਮੰਤਰ ਜਪੀ ਜਾ। ਚਲੋ ਉਹ ਥੋੜੇ ਚਿਰ ਬਾਅਦ ਉਹ ਫਿਰ ਆਈ। ਹੁਣ ਮੈਂ ਕਿੱਦਾਂ ਹਾਂ ਆਂਦੀ, ਬਸ ਹੋਰ ਮੈਨੂੰ ਠੀਕ ਲੱਗਾ, ਹੁਣ ਮੈਨੂੰ ਕੋਈ ਫਰਕ ਨਹੀਂ ਪਈ ਉਹ ਮੈਂ ਉਹਦੀਆਂ ਇੱਟਾਂ ਚੁੱਕ ਕੇ ਨਹੀਂ ਚੁੱਕੀ। ਬਟ ਤੁਹਾਡਾ ਮਨੋਬਲ ਡਿੱਗ ਪੈਂਦਾ ਵੀ ਜੇ ਮੈਂ ਆ ਨਹੀਂ ਕੀਤਾ ਪਤਾ ਨਹੀਂ ਹੁਣ ਮੈਨੂੰ ਕੀ ਹੋ ਜਾਣਾ। ਕੱਖ ਨਹੀਂ ਹੋਣਾ। ਆਪਣੇ ਮਨ ਨੂੰ ਪ੍ਰਮਾਤਮਾ ਦੀ ਅੰਸ਼ ਕਰਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਰੱਖੋ। ਦੁੱਖ ਸੁੱਖ ਜ਼ਰੂਰ ਆਣੇ ਆ। ਜਦੋਂ ਤੁਸੀਂ ਐਸੀ ਪ੍ਰਕਿਰਿਆ 'ਚ ਗੁਜ਼ਰਦੇ ਆ ਤੇ ਉਹ ਤੋਂ ਬਾਅਦ ਮੰਨ ਲਓ ਜੇ ਉਹਨਾਂ ਇੱਟਾਂ ਚੁੱਕ ਕੇ ਕੋਈ ਗਲਤੀ ਹੋ ਗਈ, ਘਰ ਵਿੱਚ ਕੋਈ ਮੁੰਡਾ ਬਿਮਾਰ ਹੋ ਗਿਆ ਜਾਂ ਕਿਸੇ ਹੋ ਗਿਆ, ਤੇ ਉਹਦੀ ਸਾਰੀ ਸੋਚ ਕਿੱਥੇ ਚਲੇ ਜਾਣੀ? ਇੱਟਾਂ ਵੱਲ ਚਲੇ ਜਾਣੀ। ਬਿਮਾਰੀ ਵੱਲ ਨਹੀਂ ਜਾਣੀ ਵੀ ਮੈਨੂੰ ਕੋਈ ਬਾਰਿਸ਼ ਹੋ ਗਈ, ਸੋਚ ਉੱਥੇ ਚਲੇ ਜਾਣੀ। ਇਹ ਸਾਡੀ ਮਨੋਂ ਦੀ ਅਧੋਗਤੀ ਦਾ ਲੱਛਣ ਹੈ। ਇਹਦੇ 'ਚ ਸੰਕੋਚ ਰੱਖਣਾ ਤੇ ਨਾਲ ਸਿਹਤਮੰਦ ਰਹਿਣ ਵਾਸਤੇ ਚੰਗੀ ਖੁਰਾਕ ਤੇ ਚੰਗੀ ਜਿਹੜੇ ਵਿਚਾਰ ਉੱਚੇ ਰੱਖਣੇ ਆ, ਤੇ ਫਿਜ਼ੀਕਲ ਫਿਟਨੈਸ ਵਾਸਤੇ ਐਕਸਰਸਾਈਜ਼ ਸਵੇਰੇ ਉੱਠ ਕੇ ਸਾਰਿਆਂ ਨੇ ਕਰਨੀ, ਤੇ ਖਾਣਾ ਬਿਲਕੁਲ ਸੰਜਮਣਾ, ਥੋੜਾ ਤੇ ਸਾਦਾ ਖਾਣਾ ਤੇ ਟਾਈਮ ਸਿਰ ਖਾਣਾ। ਅਗਲੀ ਬੇਨਤੀ ਹੁੰਦੀ ਹੈ ਕਿ ਉਹ ਘਰ 'ਚ ਸਾਰਿਆਂ ਦਾ ਜਨਮ ਸਹੇਲਾ ਹੋਏਗਾ, ਜਿੱਥੇ ਇਹ ਸਾਰਾ ਸਿਧਾਂਤ ਚੱਲੇਗਾ। ਗੰਦੇ ਗਾਣੇ ਨਹੀਂ ਵੱਜਣਗੇ,
ਤੇ ਨਾਲ ਨਸ਼ਿਆਂ ਦਾ ਕੋਈ ਸੇਵਨ ਨਹੀਂ ਹੋਏਗਾ। ਆਏਗਾ ਸਿੱਖ ਸਾਹਿਬ ਜੀ। ਅਗਲਾ ਹੈਗਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਦੁਨੀਆ ਦਾ ਪਹਿਲਾ ਗੁਰੂ ਨਾਨਕ ਆਇਆ ਜਿਨ੍ਹਾਂ ਆਪਣੀ ਮੌਜੂਦਗੀ ਵਿੱਚ ਆਪਣੀ ਥਾਂ ਇੱਕ ਆਪਣੇ ਸ਼ਿਸ਼ ਨੂੰ ਨਿਯੁਕਤ ਕਰਕੇ ਉਹਦੇ 'ਚ ਆਪਣੀ ਜੋਤ ਨੂੰ ਕਨਵਰਟ ਕਰ ਦਿੱਤਾ। ਉਹ ਹੈ ਬਾਬਾ ਨਾਨਕ। ਇਹ ਇਸ ਤੋਂ ਪਹਿਲਾਂ ਕਿਸੇ ਵੀ ਪੈਗੰਬਰ ਨੇ ਐਸੀ ਪ੍ਰਕਿਰਿਆ ਨਹੀਂ ਕੀਤੀ। ਚਾਹੇ ਈਸਾ ਜੀ ਆਏ ਉਹਨਾਂ ਕਿਸੇ 'ਚ ਆਪਣੀ ਰੂਹ ਨਹੀਂ ਫੂਕੀ, ਚਾਹੇ ਮੁਹੰਮਦ ਆਏ ਨੇ ਉਹਨੇ ਆਪਣੀ ਥਾਂ ਕਿਸੇ ਨੇ ਨਿਯਤ ਨਹੀਂ ਕੀਤਾ। 243 ਸਾਲ ਤੱਕ ਪ੍ਰਕਿਰਿਆ ਚੱਲੀ। ਭਾਵ ਇੱਕ ਗੁਰੂ ਸਿੱਖਾਂ ਦਾ ਬਣਦਾ ਰਿਹਾ ਜਿਹਦੇ ਵਿੱਚ ਪਹਿਲੇ ਗੁਰੂ ਦੀ ਜੋਤ ਪ੍ਰਵੇਸ਼ ਕਰ ਜਾਂਦੀ ਰਹੀ ਤੇ ਅਸੀਂ ਉਹਨੂੰ ਗੁਰੂ ਮੰਨ ਲਾਂਗੇ। ਤੇ ਉਹ ਗੁਰੂ ਤਦ ਬਣਦਾ ਰਿਹਾ ਜਦੋਂ ਮੌਜੂਦੇ ਗੁਰੂ ਨੇ ਪਹਿਲੇ ਜਿਵੇਂ ਨਾਨਕ ਜੀ ਨੇ ਲਹਿਣੇ ਦੇ ਪੈਰਾਂ ਤੇ ਸੰਗਤ ਵਿੱਚ ਬਿਠਾਲ ਕੇ ਇੰਨੀ ਸੰਗਤ ਇਕੱਠੀ ਕਰਕੇ ਦੂਰ ਦਰਾਡਿਓਂ ਉਹਨਾਂ ਨੂੰ ਕਹਿ ਦਿੱਤਾ ਵੀ ਅੱਜ ਤੋਂ ਜਿਹੜਾ ਮੇਰਾ ਸਰੂਪ ਹੈ ਅੰਦਰਲਾ ਉਹ ਲਹਿਣੇ ਵਿੱਚ ਹੋਏਗਾ। ਇਹ ਤੁਹਾਡੀ ਰਹਿਨਮਾਈ ਕਰਨਗੇ। ਮੈਂ ਹੁਣ ਸਰੀਰ ਜਿਹੜਾ ਆਪਰਤਾ ਦਿੱਤਾ ਉਹਦੇ ਚ ਭੇਦ ਹੋ ਜਾਣਾ, ਜੋਤ ਵਿੱਚ ਬਲੀਨ ਹੋਣਾ ਹੈ ਤੇ ਸਰੀਰ ਮੈਂ ਇੱਥੇ ਤਿਆਗ ਜਾਣਾ। ਇਹ ਉਹਨੂੰ ਪਹਿਲਾਂ ਗਿਆਨ ਹੁੰਦਾ ਹੈ। ਇਸ ਤਰੀਕੇ ਨਾਲ ਉਹ ਪ੍ਰਕਿਰਿਆ ਗੁਰੂ ਗੋਬਿੰਦ ਸਿੰਘ ਕਰਦੇ ਨੇ। ਜਦੋਂ ਗੋਬਿੰਦ ਰਾਏ ਤੋਂ ਖਾਲਸਾ ਪੰਥ ਤਿਆਰ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਖਾਲਸਾ ਜੀ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਇਸੇ ਤਰੀਕੇ ਨਾਲ ਉਹਨਾਂ ਦੇ ਅੱਗੇ ਸਿੱਖ ਬੈਠਦੇ ਨੇ, ਗੁਰੂ ਗੋਬਿੰਦ ਸਿੰਘ ਸਿੱਖ ਬਣਦੇ ਨੇ, ਉਹਨਾਂ ਨੂੰ ਗੁਰੂ ਦੀ ਪਦਵੀ ਦੇ ਜਾਂਦੇ ਨੇ ਤੇ ਫਿਰ ਕਹਿੰਦੇ ਨੇ ਕਿ ਮੈਨੂੰ ਵੀ ਹੁਣ ਸਿੰਘ ਬਣਾਓ ਗੋਬਿੰਦ ਸਿੰਘ। ਫਿਰ 5 ਚੂੜੇ ਉਹਨਾਂ ਦੇ ਹੱਥਾਂ ਪਾ ਕੇ ਉਹਨਾਂ ਤੋਂ 5 ਪਿਆਰੇ ਬੁਲਾਉਂਦੇ ਨੇ ਕਿ ਗੋਬਿੰਦ ਰਾਏ ਨੂੰ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਉਹ ਤੋਂ ਬਾਅਦ ਸਾਨੂੰ ਹੁਕਮ ਕਰ ਦਿੱਤਾ 5 ਪਿਆਰੇ ਸਾਨੂੰ ਗੁਰੂ ਨਾਲ ਜੋੜਨਗੇ। ਉਹ ਸਾਨੂੰ ਕਹਿਣਗੇ ਮੈਂ ਤੁਹਾਨੂੰ ਰਿਮਾਈਂਡਰ ਦੇ ਸਕਦਾ ਵੀ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਮੈਂ ਤੁਹਾਨੂੰ ਹੁਕਮ ਨਹੀਂ ਦੇ ਸਕਦਾ। ਜੇ ਹੁਕਮ ਦੇਣਗੇ ਤੇ 5 ਪਿਆਰੇ ਦੇਣਗੇ ਕਿ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ, ਅੱਜ ਤੋਂ ਤੁਹਾਡਾ ਧਰਮ ਦਾ ਪਿਓ ਬਣਿਆ ਗੁਰੂ ਗੋਬਿੰਦ ਸਿੰਘ, ਮਾਂ ਬਣੀ ਮਾਤਾ ਸਾਹਿਬ ਕੌਰ ਤੇ ਤੁਹਾਡਾ ਜਨਮ ਕੇਸਗੜ੍ਹ ਦਾ। ਇਹ ਪਹਿਲੀ ਕੌਮ ਹੈ ਜਿਹਦੇ 'ਚ ਵਿਸ਼ੇਸ਼ਤਾਵਾਂ ਨੇ। ਇਹ ਤੋਂ ਪਹਿਲਾਂ ਕਿਸੇ ਕੌਮ 'ਚ ਨਾ ਗ੍ਰੰਥ ਨੂੰ ਗੁਰੂ ਬਣਾਇਆ ਗਿਆ, ਨਾ ਕਿਸੇ ਦਾ ਪਿਓ ਦੋਹਰੇ ਬਣਾਇਆ ਗਿਆ, ਨਾ ਮਾਂ ਬਣਾਈ ਗਈ, ਨਾ ਪਿੰਡ ਬਣਾਇਆ ਗਿਆ। ਇਹ ਤੁਹਾਡੇ ਕੋਲ ਹੈ ਸਾਰਾ ਕੁਝ। ਨਾ ਕਿਸੇ ਨੂੰ ਅੱਜ ਤੱਕ ਕਿਸੇ ਨੇ ਸਰਦਾਰ ਕਿਹਾ। ਸਰਦਾਰ ਵੀ ਲੋਕ ਤੁਹਾਨੂੰ ਕਹਿੰਦੇ ਨੇ ਤੁਹਾਡੀ ਸਰਦਾਰੀ 'ਚ ਔਗਣ ਨਾ ਹੋਣ। ਜੇ ਸਰਦਾਰ ਗਲਤ ਕੰਮ ਕਰਦਾ ਹੋਵੇ ਤਾਂ ਸਾਡਾ ਸਾਰਿਆਂ ਦਾ ਝੁੰਬਾ ਵੱਢਦਾ। ਤੇ ਜੇ ਸਰਦਾਰ ਜਿਹੜੇ ਗੁਰੂ ਕੇ ਸਿੱਖ ਸਿੱਖਣੀਆਂ ਨੇ ਆਪਣੇ ਗੁਰੂ ਦੇ ਭੈ ਭਾਵਨੀ ਤੱਕ ਗੁਰੂ ਦੀ ਦਸਤਾਰ, ਗੁਰੂ ਦੀ ਮਰਿਆਦਾ, ਮੈਂ ਤਾਂ ਕੁਛ ਨਹੀਂ ਪਰ ਮੇਰੇ ਗੁਰੂ ਦਾ ਇਹ ਸਾਰਾ ਕੁਝ ਹੈ, ਉਹਦੇ ਵੱਲ ਕੋਈ ਉਂਗਲੀ ਨਾ ਹੋਏ ਤੇ ਮੇਰਾ ਜੀਣਾ ਹਰਾਮ ਹੈ ਜੇ ਮੇਰੇ ਗੁਰੂ ਦੀ ਕਿਸੇ ਗੱਲ ਨੂੰ ਬੰਦਾ ਨਮ ਕਰਦਾ। ਇਹ ਹੈ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਗੇ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਵੀ ਪਹਿਲਾ ਪੈਗੰਬਰ ਹੈ ਜਿਹੜਾ ਆਪਣੇ ਸਿੱਖ ਨੂੰ ਇੰਨਾ ਉੱਚਾ ਦਰਜਾ ਦਿੰਦਾ। ਧੰਨ ਬਾਬਾ ਨਾਨਕ ਜੀ ਕਹਿੰਦੇ ਨੇ ਦਾਸਾਂ ਦਾਸ ਕੀਜੈ ਜਨ ਨਾਨਕ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਦੀ, ਜੋ ਆਪ ਜਪਿਆ ਬਰਨਾਮ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਹੁਤ ਵੱਡੇ ਹੋ ਗਏ ਜੇ ਨਾਨਕ ਨੇ ਸਾਨੂੰ ਇਹ ਕਹਿ ਦਿੱਤਾ। ਨਹੀਂ, ਇਹ ਨਾਨਕ ਦੀ ਵਡਿਆਈ ਹੈ, ਇਹ ਉਹਦਾ ਸੁਭਾਅ ਹੈ ਜਿਹੜਾ ਕਲਪ ਦੀ ਦਰਗਾਹ ਤੋਂ ਗਰੀਬੀ ਮਾਨਸਿਕ ਤੌਰ ਤੇ ਮਿਲੀ ਹੋਈ ਹੈ। ਤੇ ਸਾਨੂੰ ਵੀ ਇਸ ਗੱਲ ਤੋਂ ਦਾਤ ਦਿੰਦੇ ਨੇ ਉਹ ਕਿ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗਿਆ। ਮਾਨਸਿਕ ਗਰੀਬੀ, ਪੈਸੇ ਦੀ ਗਰੀਬੀ ਨਹੀਂ ਗੁਰੂ ਸਾਹਿਬ ਸਾਨੂੰ ਚਾਹੁੰਦਾ, ਪਰ ਮਾਨਸਿਕ ਗਰੀਬੀ ਚਾਹੁੰਦਾ। ਪਰ ਇਹ ਵੀ ਕ੍ਰਿਸ਼ਨ ਦੀ ਗੀਤਾ ਵਿੱਚ ਹੈ। ਉਹਨੂੰ ਪੁੱਛਦੇ ਨੇ ਕਿ ਜਿਹਦੇ ਤੁਸੀਂ ਬਹੁਤ ਖੁਸ਼ ਹੋ ਉਹਨੂੰ ਕੀ ਦਿੰਦੇ ਹੋ? ਆਂਦੇ ਨੂੰ ਮੇਰੇ ਕੋਲ 2 ਚੀਜ਼ਾਂ ਨੇ ਦੇਣ ਵਾਲੀਆਂ, ਇੱਕ ਤਾਂ ਗਰੀਬੀ ਹੈ, ਇੱਕ ਦੁੱਖ ਹੈ। ਦੁੱਖ ਵੀ ਮੈਂ ਆਪਣੇ ਭਗਤ ਨੂੰ ਦੇਣਾ ਤੇ ਗਰੀਬੀ ਵੀ, ਤਾਂ ਕਿ ਉਹ ਪੱਕਾ ਹੋ ਜਾਏ ਇਸ ਗੱਲ 'ਚ। ਇਹ ਮੇਰੇ ਕੋਲ ਚੀਜ਼ਾਂ ਉਹਦੇ ਵਾਸਤੇ ਨੇ। ਦੂਜਿਆਂ ਵਾਸਤੇ ਮੇਰੇ ਕੋਲ ਪੈਸੇ ਵੀ ਹੈਗੇ ਆ ਤੇ ਬੱਚੇ ਵੀ ਹੈਗੇ ਨੇ, ਨੌਕਰੀਆਂ ਵੀ, ਇਹ ਚੀਜ਼ਾਂ ਉਹ ਬਾਕੀ ਵਾਧੂ ਦੀਆਂ ਨੇ, ਰਾਜ ਵੀ ਹੈਗਾ ਮੇਰੇ ਕੋਲ। ਪਰ ਜਿਹੜੇ ਤੇ ਮੈਂ ਜ਼ਿਆਦਾ ਖੁਸ਼ ਹਾਂ ਉਹਨੂੰ ਮੈਂ 2 ਚੀਜ਼ਾਂ ਦੇ ਦਿੰਦਾ, ਉਹਦੇ ਵੱਲ ਮੇਰਾ ਜ਼ਿਆਦਾ ਧਿਆਨ ਹੁੰਦਾ। ਪਰ ਸਾਨੂੰ ਹੁਣ ਬਹੁਤ ਪੈਸੇ ਦੀ ਗਰੀਬੀ ਦੀ ਲੋੜ ਨਹੀਂ, ਪੈਸਾ ਵਰਤਣ ਦੀ ਤਕਲੀਫ ਚਾਹੀਦੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਹੈ ਕਿ ਆਪੇ ਗੁਰ ਚੇਲਾ ਜਾਂ ਉਹ ਸਾਹਿਬ ਮੈਂ ਉਸਕਾ ਤੇਰਾ ਰਹਿਤ ਬਿਨਾ ਨਾ ਸਿੱਖ ਕਹਾਵੈ। ਜਿਹੜਾ ਮੇਰੀ ਦੱਸੀ ਹੋਈ ਰਹਿਤ ਦੀ ਪਾਲਣਾ ਨਹੀਂ ਕਰੇਗਾ ਉਹ ਮੇਰਾ ਗੁਰੂ ਤੇ ਸਿੱਖ ਦਾ ਰਿਸ਼ਤਾ ਨਹੀਂ ਹੋਏਗਾ। ਫਿਰ ਰਹਿਤ ਬਿਨਾ ਦਰ ਚੋਟਾਂ ਖਾਵੈ। ਜਦੋਂ ਇੱਥੋਂ ਮਰ ਕੇ ਉਹਦੀ ਰੂਹ ਖਲਾਸ ਹੋਏਗੀ ਤੇ ਮੈਂ ਉਹਦੀ ਅੱਗੇ ਢੋਈ ਨਹੀਂ ਕਰਾ ਸਕਦਾ, ਕਿਉਂਕਿ ਉਹਨਾਂ ਮੇਰੇ ਫੀਸ ਨਹੀਂ ਤਾਰੀ ਹੋਈ ਧਰਤੀ ਤੇ ਮੇਰੇ ਵਿਚਾਰਾਂ ਦੀ, ਮੇਰੀ ਰਹਿਤ ਦੀ। ਤੇ ਅਗਲਾ ਆਖਰੀ ਸਟੈਪ ਹੈ ਸਤਿਗੁਰ ਬਾਝੋਂ ਨਗੋਰੇ ਕਾ ਹੈ। ਕੇਵਲ ਜਿਵੇਂ ਸਾਡੇ ਸਮਾਜ ਵਿੱਚ ਪਤਨੀ ਦਾ ਇੱਕ ਪਤੀ ਹੋ ਸਕਦਾ, ਇੱਕ ਜਨਾਨੀ ਦੇ 4 ਬੰਦੇ ਨਹੀਂ ਹੋ ਸਕਦੇ ਘਰ ਵਾਲੇ। ਬਦਚਲਨ ਹੋਏ ਤਾਂ ਮੈਂ ਉਹਨੂੰ ਕੁਝ ਨਹੀਂ ਕਹਿੰਦਾ। ਇਸੇ ਤਰੀਕੇ ਨਾਲ ਜਿਵੇਂ ਸਾਡੇ ਸਮਾਜ ਵਿੱਚ
ਪੁੱਤਰ ਦਾ ਜਾਂ ਧੀ ਦਾ, ਇੱਕ ਹੀ, ਦੋ ਦਾ ਨਹੀਂ ਮੈਂ ਕਹਿ ਰਿਹਾ, ਇੱਕ ਦਾ ਕਹਿ ਰਿਹਾ। ਇੱਕ ਪੁੱਤਰ ਦਾ ਇੱਕ ਹੀ ਪਿਓ ਹੋ ਸਕਦਾ ਹੈ, ਦੋ ਤਿੰਨ ਪਿਓ ਨਹੀਂ ਹੋ ਸਕਦੇ। ਇਸੇ ਤਰੀਕੇ ਨਾਲ ਸਿੱਖ ਦਾ ਇੱਕ ਹੀ ਗੁਰੂ ਹੋ ਸਕਦਾ, ਉਹ ਹੈ ਸ੍ਰੀ ਗੁਰੂ। ਇਹਦੇ ਨਾਲ ਜੁੜੀਏ, ਪਿੰਡਾਂ 'ਚ ਇਕੱਠੇ ਹੋਈਏ, ਜਿਹਨੂੰ ਮਰਜ਼ੀ ਵੋਟ ਪਾਈਏ, ਜਿਹਨੂੰ ਮਰਜ਼ੀ ਨਾ ਪਾਈਏ, ਇਹ ਸਾਡੀ ਮਰਜ਼ੀ ਹੈ। ਤੇ ਆਪੋ ਜੀ ਪਾਟਣਾ ਨਹੀਂ, ਤੇ ਪਰਚੇ ਦਰਜ ਨਹੀਂ ਝੂਠੇ ਕਰਾਣੇ, ਨਾ ਝੂਠੀ ਗਵਾਹੀ ਦੇਣੀ ਹੈ, ਤੇ ਨਾ ਹੀ ਆਪਣੇ ਪਿੰਡ ਵਿੱਚ ਕਿਸੇ ਦਾ ਦਿਲ ਦਿਖਾਉਣ ਦਾ ਯਤਨ ਕਰਨਾ। ਆਪਣੇ ਪਿੰਡ ਨੂੰ ਆਪਣਾ ਘਰ ਬਣਾਉਣਾ, ਆਪਣੇ ਪਿੰਡ ਨੂੰ ਆਪਣਾ ਦੇਸ਼ ਸਮਝਣਾ। ਭਾਵ ਮੇਰਾ ਪਿੰਡ, ਮੇਰਾ ਘਰ ਤਾਂ ਵੀ ਸੁਖੀ ਹੋਏਗਾ ਜੇ ਮੇਰਾ ਪਿੰਡ ਸੁਖੀ ਹੋਏ। ਜੇ ਮੇਰਾ ਪਿੰਡ ਸੁਖੀ ਨਹੀਂ, ਪਿੰਡ ਨੂੰ ਦੁਖੀ ਕਰਕੇ ਮੈਂ ਕਦੇ ਵੀ ਸੁਖੀ ਨਹੀਂ ਹੋ ਸਕਦਾ। ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਰਹਿਮਤ ਕਰਨ, ਲੜਕੀਆਂ ਦੇ ਆਨੰਦ ਕਾਰਜ ਉਹ ਰਹਿਤ ਮਰਿਆਦਾ ਅਨੁਸਾਰ ਕਰਨਾ ਕਰੀਏ। ਡਾਊਨਲੋਡ ਕਰੀਏ ਰਹਿਤ ਮਰਿਆਦਾ, ਐਪਲ ਸਟੋਰ 'ਚ ਜਾ ਕੇ ਸਿੱਖ ਰਹਿਤ ਮਰਿਆਦਾ ਉਹਨੂੰ ਡਾਊਨਲੋਡ ਕਰੋ। ਉਹਦੇ 'ਚ ਜਿਹੜਾ ਸਾਰਾ ਸਿਧਾਂਤ ਦਿੱਤਾ ਹੋਇਆ, ਸਹਿਜ ਪਾਠ ਕਿਵੇਂ ਸ਼ੁਰੂ ਕਰਨਾ, ਦੇਖ ਕਿਵੇਂ ਬਣਾਉਣੀ, ਗੁਰਦੁਆਰੇ ਦੀ ਮੇਨਟੇਨੈਂਸ ਕਿਵੇਂ ਕਰਨੀ ਹੈ, ਪ੍ਰਕਾਸ਼ ਕਿਵੇਂ ਕਰਨਾ, ਹੁਕਮਨਾਮਾ ਕਿੱਥੋਂ ਲੈਣਾ, ਜੇ ਕੋਈ ਪੌੜੀ ਆ ਜਾਏ ਤੇ ਉਹ ਸ਼ਲੋਕ ਦੇ ਨਾਲ ਪੌੜੀ ਦਾ ਕਿੱਥੋਂ ਛੱਡਣਾ, ਇਹ ਸਾਰਾ ਕੁਝ ਉਹਦੇ ਵਿੱਚ ਚੌਕ ਕੇ ਦਿੱਤਾ ਹੋਇਆ। ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਰਹਿਮਤ ਕਰਨ ਤੇ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਤਕਰੀਬਨ 13 ਸਾਲ ਦੇ ਲਾਗੇ ਛਾਗੇ ਖੰਡੇ ਦੀ ਪਹੁੰਚ ਛਕਾਓ। ਉਸ ਦਿਨ ਤੋਂ ਸੁਖਰੂ ਹੋ ਪਿਆ, ਅੱਜ ਮੇਰੇ ਬੱਚੇ ਦੀ ਬਾਂਹ ਗੁਰੂ ਗੋਬਿੰਦ ਸਿੰਘ ਦੇ ਹੱਥ ਚਲੇ ਗਈ ਹੈ। ਹੁਣ ਬਾਂਹ ਜਿਹਨਾਂ ਦੀ ਤਕੜੀ ਹੈ, ਸਰਦੀ ਜੈ ਵਾਹਿਗੁਰੂ ਛੋਟੀ ਹੈ, ਉਹ ਮੇਰਾ ਪਾਤਸ਼ਾਹ, ਉਹਦੀ ਬੱਚਾ ਸੀ, ਮੈਂ ਉਹਨੂੰ ਸੌਂਪ ਦਿੱਤਾ। ਤੇ ਅੱਜ ਤੋਂ ਮੇਰੇ ਜਿਹੜੇ ਫਰਜ਼ ਪੂਰੇ ਹੋ ਗਏ ਨੇ, ਰਹਿੰਦੇ ਆਪਾਂ ਦੇ ਫਰਜ਼ ਗੁਰੂ ਪਾਤਸ਼ਾਹ ਨਿਭਾਉਣਗੇ। ਇਹ ਹੈ ਛੋਟੀ ਜਿਹੀ ਵਿਚਾਰਧਾਰਾ, ਥੋੜੀ ਲੰਮੀ ਹੋ ਜਾਂਦੀ ਤੇ ਮਹਾਰਾਜ ਕਿਰਪਾ ਕਰਨ। ਹੁਣ ਹਜੇ ਕੀਰਤਨੀ ਆਪ ਜੀ ਦੀ ਸੇਵਾ ਵਿੱਚ ਬੈਠੇ ਨੇ ਦੋ ਕੁ, ਉਹ ਆਪ ਜੀ ਦੀ ਅੱਜ ਸੇਵਾ ਨਿਭਾਉਣੀ ਹੈ ਤੇ ਆਪ ਜੀ ਨੇ ਬੜਾ ਖਰਚ ਕੀਤਾ ਹੋਇਆ। ਖਾਸ ਕਰਕੇ ਇਹ ਮੈਨੂੰ ਬਾਰ-ਬਾਰ ਹੈ, ਤੇ ਮੈਨੂੰ ਬਾਰ-ਬਾਰ ਲੋਕਾਂ 'ਚ ਗੱਲ ਸੁਣਨੀ ਪੈਂਦੀ ਹੈ। ਇਸ ਕਰਕੇ ਮੈਂ ਤਾਂ ਆਉਣ ਤੋਂ ਗੁਰੇਜ਼ ਕਰਦਾ ਵੀ ਜਦੋਂ ਤੁਸੀਂ ਉੱਠ ਖੜਦੇ ਹੋ ਤੇ ਸਾਰੇ ਲੋਕ ਉੱਠ ਖੜਦੇ ਹੋ। ਇਹ ਗੱਲ ਮੈਨੂੰ ਸੁਣਨ ਵਿੱਚ ਆ ਰਹੀ ਬਾਰ-ਬਾਰ। ਇਹਦੇ ਨਾਲ ਸਾਡੀ ਜਥੇਬੰਦੀ ਨੂੰ ਇੱਕ ਕਿਸਮ ਦਾ ਲੱਛਣ ਲੱਗਦਾ। ਮੈਂ ਨਹੀਂ ਚਾਹੁੰਦਾ ਇਹ ਇੰਨੇ ਅੱਕ ਜਾਂਦੇ ਇਹਨਾਂ ਨੇ ਗੱਡੀਆਂ, ਇਹ ਆਂਦੇ ਹੈ ਬੱਸ 'ਚ ਬੈਠਣਾ, ਇੱਥੇ ਕੀਰਤਨ 'ਚ ਨਹੀਂ ਬੈਠਣਾ। ਇਹਦਾ ਮਤਲਬ ਫਿਰ ਉਹ ਲੋਕ ਕਹਿੰਦੇ ਨੇ ਵੀ ਇਹ ਬਾਬੇ ਦੇ ਬਿਲਕੁਲ ਇਹਦੇ ਚੇਲੇ ਬਣੇ ਹੋਏ ਨੇ, ਇਹ ਇਹਨਾਂ ਦਾ ਬਾਬਾ ਹੈ, ਇਹ ਉਹਦੇ ਚੇਲੇ ਨੇ, ਇਹਨੂੰ ਦੇਖ ਕੇ ਖੁਸ਼ ਹੋਣਗੇ, ਇਹਨੂੰ ਨਾ ਦੇਖ ਕੇ ਸੋਚ ਜਾਣਗੇ। ਇਹ ਜਾਊਗਾ ਤੇ ਉੱਠ ਖੜਨਗੇ, ਇਹ ਆਊਗਾ ਤੇ ਸਾਰੇ ਜੰਮ ਕੇ ਬਹਿ ਜਾਣਗੇ। ਇਹ ਗੱਲਾਂ ਹੋਰਨਾਂ ਬਾਬਿਆਂ ਤੇ ਲੱਗ ਸਕਦੀਆਂ, ਮੇਰੇ ਤੇ ਇਹ ਗੱਲ ਨਾ ਲਾਓ ਤੇ ਨਾ ਹੀ ਲੱਗਣੀ ਚਾਹੀਦੀ ਹੈ। ਤੁਹਾਨੂੰ ਕੀਰਤਨ ਜੇ ਤੁਸੀਂ ਇੰਨੇ ਯਤਨ ਕਰਕੇ ਘਰੋਂ ਨਿਕਲਦੇ ਆ, ਤੇ ਜਿਹੜਾ ਕੀਰਤਨ ਵਿੱਚ ਸਮਾਂ ਲੰਘਣਾ ਉਹ ਇਹਨਾਂ ਬਚਨਾਂ ਨਾਲੋਂ ਜ਼ਿਆਦਾ ਕੀਮਤੀ ਹੋਣਾ, ਉਹਦੀ ਵੈਲਿਊ ਕੋਈ ਨਹੀਂ ਹੈ। ਇਹ ਤਾਂ ਮੈਂ ਬਾਰ-ਬਾਰ ਮੈਨੂੰ ਹੁਣ ਕਹਿਣ ਲੱਗ ਪਏ ਭਰਾ ਮੇਰੇ, ਪਹਿਲਾਂ ਮੇਰੇ 2.5 ਘੰਟੇ ਲੱਗ ਜਾਂਦੇ ਰਹੇ, ਪਿੰਡ ਦੇ ਮੁੰਡੇ ਹੀ ਇਕੱਠੇ ਕਰਕੇ ਇੱਕ ਕਮਰੇ 'ਚ ਵੜ ਕੇ ਉਹਨਾਂ ਨਾਲ ਮੈਂ ਸਿਰ ਖਵਾਉਂਦਾ ਰਿਹਾ ਵੀ ਤੁਸੀਂ ਇਹ ਕੰਮ ਨਾ ਕਰੋ, ਸਾਰੇ ਕੇਸ ਰੱਖੋ, ਸਿੱਖ ਧਰਮ ਦੀ ਪੂਰੀ ਜ਼ਿੰਮੇਵਾਰੀ ਚੁੱਕੋ ਤੇ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਵਧੋ। ਇਹ ਕੀਰਤਨ ਨਿਰੋਲ ਕਰਦੇ ਰਹੇ। ਫਿਰ ਮੈਨੂੰ ਕਹਿਣਾ ਵੀ ਵਿੱਚ ਜਨਾਨੀਆਂ ਹੁੰਦੀਆਂ, ਤੁਸੀਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਭਰਵੱਟੇ ਨਹੀਂ ਕਟਾਣੇ, ਮੈਂ ਇਹ ਕਹਿਣਾ ਹੁੰਦਾ, ਇਹ ਨਹੀਂ ਵੀ ਕੁਝ ਕਹਿਣਾ ਹੁੰਦਾ। ਕਹਿਣ ਲੱਗ ਪਿਆ, ਮੈਂ ਰਾਤ ਥਾਣੇਦਾਰ ਸਾਹਿਬ ਨੂੰ ਸੁਣ ਰਿਹਾ ਸੀ, ਗੁਰੂ ਗੋਬਿੰਦ ਸਿੰਘ ਦੇ ਉਦਾਹਰਣ ਦੇਣ ਸੀ, ਥੋੜੀ ਕਥਾ ਵਿੱਚ ਨਾਲ ਕਰਦੇ ਰਹੇ। ਪਰ ਇੱਕ ਗੱਲ ਕਈ ਵਾਰ ਇਹ ਹੁੰਦੀ ਹੈ ਵੀ ਚਲੋ ਮੈਂ ਤਾਂ ਗੱਲਾਂ, ਜੇ ਬੰਦਾ ਸਮਾਜਿਕ ਪੱਧਰ ਤੇ ਉਹਦੀ ਕੋਈ ਲੋਕਾਂ 'ਚ, ਕਿਉਂ ਮੈਂ ਬਾਹਰ ਤੋਂ ਆਇਆ ਕਿਸੇ ਪਾਸੋਂ, ਸਮਾਜਿਕ ਪੱਧਰ ਤੋਂ ਕੋਈ ਬੰਦੇ 'ਚ ਕੋਈ ਕਮੀਆਂ ਹੋਣ ਤੇ ਉਹ ਫਿਰ ਉਹਦੀਆਂ ਗੱਲਾਂ ਨੂੰ ਕੋਈ ਵੀ ਤਰਜੀਹ, ਜਿੱਦਾਂ ਗ੍ਰੰਥੀ 'ਚ ਕੋਈ ਘਾਟ ਹੈ, ਪਿੰਡ ਵਾਲਿਆਂ ਨੂੰ ਪਤਾ ਵੀ ਗ੍ਰੰਥੀ ਹੋਈ ਹੈ ਜਿਹੜਾ ਆਹ ਕੰਮ ਕਰਦਾ ਹੁੰਦਾ, ਫਿਰ ਉਹਦੀ ਗੱਲਾਂ ਨੂੰ ਉਹਦੀ ਵੈਲਿਊ ਹੋਈ ਰਹਿੰਦੀ। ਉਹਨੇ ਸੁਣੀਆਂ ਇਹ ਕਰਦਾ ਹੋ ਰਿਹਾ ਤੇ ਵਿੱਚੋਂ ਹੋ ਰਿਹਾ ਤੇ ਬਾਹਰੋਂ ਹੋ ਰਿਹਾ, ਤੇ ਵਿੱਚੋਂ ਬਾਹਰੋਂ ਆਪ ਵੀ ਸਾਰੇ ਵਿੱਚੋਂ ਹੋਰ ਹੁੰਦੇ ਤੇ ਬਾਹਰੋਂ ਹੋਰ ਹੁੰਦੇ ਨੇ। ਪਰ ਜਿਹੜੀ ਗੱਲ ਗੁਰੂ ਦੀ ਹੈ, ਜੇ ਸੋਨਾ ਹੈ ਉਹ ਕਿਸੇ ਚੱਕਰ 'ਚ ਵੀ ਪਿਆ ਤੇ ਲੈ ਲੈਣਾ ਚਾਹੀਦਾ, ਚੱਕਰ ਨਹੀਂ ਦੇਖਣਾ ਚਾਹੀਦਾ। ਧੋ ਕੇ ਆਪਣਾ, ਸਾਡਾ ਤਾਂ ਕੰਮ ਸੋਨੇ ਨਾਲ, ਸਾਡਾ ਉਹ ਚੱਕਰ ਨਾਲ ਥੋੜਾ ਕੰਮ ਹੈ। ਬਸ ਜੇ ਸਾਰਿਆਂ ਨੂੰ ਅਸੀਂ ਪਰਖਿਆ ਜਾਈਏ ਕਿ ਇਹ ਜਿਹੜੇ ਬੋਲੇ 5 ਪਿਆਰੇ, ਜਿਹੜਾ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਵਾਲੇ 5 ਪਿਆਰੇ ਚਾਹੀਦੇ, ਇੱਦਾਂ ਦੀਆਂ ਗੱਲਾਂ ਟੁਕੜਸੀਆਂ ਹੁੰਦੀਆਂ ਨੇ। ਗੁਰੂ ਪਾਤਸ਼ਾਹ ਸਾਰਿਆਂ 'ਚ ਵਰਤਦਾ ਹੁੰਦਾ। ਇਹ ਸਾਡੇ ਮਨ ਨੂੰ ਢਿੱਲੇ ਪਾਉਣ ਵਾਲੇ ਗੱਲਾਂ ਨਹੀਂ, ਇਹਨੂੰ ਕੱਸਣ ਵਾਲੀਆਂ ਗੱਲਾਂ ਨਹੀਂ। ਕੱਸਣ ਵਾਲੀਆਂ ਗੱਲਾਂ ਇਹੋ ਨੇ ਵੀ ਜੋ ਗੁਰੂ ਕਹਿ ਗਿਆ, ਜੋ ਗੁਰ ਕਹੈ ਸਾਕਾਰ ਕਮਾਵੋ, ਉਸੇ ਕਰਮ ਲਓ, ਗੁਰ ਕੀ ਕਰਨੀ ਕਾਹੇ ਤਾਵੋ। ਉਹਦੇ ਗੱਲਾਂ ਵਾਲਾਂ ਦੇਖੋ ਵੀ ਗੁਰੂ ਸ਼ਿਕਾਰ ਖੇਡਦਾ ਸੀ, ਮੈਂ ਵੀ ਖੇਡਣਾ, ਗੁਰੂ ਬੰਦੇ ਵੜਦਾ ਸੀ, ਮੈਂ ਵੀ ਵੜਦਾ ਨੇ 5 ਸਾਲ। ਇੱਦਾਂ ਨਹੀਂ ਕਰਨਾ। ਗੁਰੂ ਗੁਰੂ ਹੈ, ਸਿੱਖ ਸਿੱਖ ਹੈ।
ਲੱਖਾਂ ਸਿੱਖ ਗੁਰੂ ਬਣਾ ਸਕਦਾ ਕਰੋੜਾਂ, ਪਰ ਕਰੋੜਾਂ ਸਿੱਖ ਇਕੱਠੇ ਹੋ ਕੇ ਇੱਕ ਗੁਰੂ ਬਣਾ ਆਪਣੀ ਮਰਜ਼ੀ ਨਾਲ ਨਹੀਂ ਸਕਦੇ। ਅੱਜ ਉਹ ਦੇਸ਼ ਦੀ ਹਾਲਤ ਹੋਈ ਹੈ ਵੀ ਇੱਥੇ 10-10 ਬੰਦੇ ਇੱਕ ਗੁਰੂ ਬਣਾ ਕੇ ਬਹਿ ਗਏ, ਘਰਾਂ ਵਿੱਚ ਗੁਰੂ ਬਣ ਗਏ, ਗਲੀਆਂ 'ਚ ਗੁਰੂ ਬਣ ਗਏ ਨੇ। ਇਹ ਸਿੱਖਾਂ 'ਚ ਬਹੁਤ ਵੱਡੀ ਘਾਟ ਹੋਈ ਹੈ। ਇਸ ਕਰਕੇ ਇੰਨੀਆਂ ਬੇਨਤੀਆਂ ਕਰਦੇ ਹਾਂ, ਮੇਰੀ ਕਿਸੇ ਭੈਣ ਨੂੰ, ਮੇਰੇ ਕਿਸੇ ਭਰਾ ਨੂੰ ਗੁਰਦੁਆਰੇ ਦੀ ਗੋਲਕ 'ਚ ਪੈਸੇ ਪਾਓ। ਗੁਰੂ ਕੀ ਗੋਲਕ ਗਰੀਬ ਦਾ ਮੂੰਹ ਆਪਣੇ ਪਿੰਡ ਵਿੱਚ ਸਰਵ ਕਰੋ। ਪੈਸੇ ਆਪਣੇ ਪਿੰਡ ਤੋਂ ਬਾਹਰ ਕਿਸੇ ਡੇਰਿਆਂ 'ਤੇ ਜਾਂ ਠੇਕਿਆਂ 'ਤੇ ਜਾਂ ਕਾਰ ਸੇਵਾ ਵਾਲਿਆਂ ਨੂੰ ਵੀ ਮੈਂ ਕੁਝ ਨਹੀਂ ਕਹਿੰਦਾ, ਉਹਨਾਂ ਨੂੰ ਪਹਿਲਾਂ ਪੁੱਛੋ ਵੀ ਕਿੱਥੇ ਲੈ ਕੇ ਜਾਣੇ ਆ, ਕਿੱਥੇ ਨਹੀਂ। ਕਈਆਂ ਨੇ ਉੱਦਾਂ ਮੇਰੇ ਵਾਂਗ ਚੋਲੇ ਪਾਏ ਹੁੰਦੇ ਨੇ, ਕੋਈ ਅਸਲੀ ਹੁੰਦੇ ਨੇ, ਕੋਈ ਜਿੱਥੇ ਵੀ ਸਭ ਤੋਂ ਜ਼ਿਆਦਾ ਦੇਸ਼ ਵਿੱਚ ਜ਼ਿਆਦਾ ਸਮਾਨ ਕਿਹੜਾ, ਨਕਲੀ ਕਿ ਅਸਲੀ? ਇਸ ਦੇਸ਼ ਦਾ ਸਭ ਤੋਂ, ਜੇ ਅਸਲ ਹੈ ਤੇ ਨਕਲ ਹੋਈ ਹੈ, ਜੇ ਅਸਲ ਨਹੀਂ ਤੇ ਨਕਲ ਵੀ ਨਹੀਂ ਹੋਏਗੀ। ਇਸ ਕਰਕੇ ਅਸਲ ਬਹੁਤ ਘੱਟ ਰਹਿ ਗਈ ਹੈ ਤੇ ਨਕਲ ਬਹੁਤ ਹੋ ਗਈ ਹੈ। ਤੇ ਇਹਨਾਂ ਨਕਲੀ ਗੁਰੂਆਂ ਤੋਂ ਬਚੀਏ ਤੇ ਅਸਲੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੁੱਟ ਕੇ ਪੱਲਾ ਫੜੀਏ ਤੇ ਗੁਰੂ ਪਾਤਸ਼ਾਹ ਰਹਿਮਤ ਕਰਨ। ਇੰਨੀਆਂ ਬੇਨਤੀਆਂ ਕਰਦੇ ਹਾਂ ਕਿਸੇ ਮੇਰੇ ਭਰਾ ਨੂੰ ਜਿਹੜੇ ਕੇਸ ਕੱਟਦੇ, ਉਹਨਾਂ ਨੂੰ ਵੀ ਅਸੀਂ ਵਾਰ-ਵਾਰ ਹਦਾਇਤ ਕਰਦੇ ਹੁੰਦੇ, ਬੇਨਤੀਆਂ ਕਰਦੇ ਹੁੰਦੇ ਵੀ ਤੁਸੀਂ ਪੈਸੇ, ਅੱਜ ਮੇਰੇ ਕੋਲ ਬੰਦਾ ਆਇਆ, ਉਹਨੇ ਮੈਨੂੰ ਦੱਸਿਆ ਵੀ ਮੈਂ 150 ਰੁਪਏ ਦਿੰਦਾ ਹੁੰਦਾ ਸੀ ਕੇਸ ਕਟਾਉਣ ਦਾ, ਤੇ ਮੈਂ ਉਦੋਂ ਤੋਂ ਸੁਖੀ ਹੋ ਗਿਆ। ਮੈਂ ਸੋਚਿਆ ਮੇਰਾ ਕੋਲ 10 ਰੁਪਏ ਸੀ ਜਦੋਂ ਮੈਂ ਨਾਈ ਕੋਲ ਕੇਸ ਕਟਾਉਣ ਗਿਆ, ਉਦੋਂ ਮੇਰੇ ਕੋਲ ਸਾਰੇ 10 ਰੁਪਏ ਸੀ। ਮੇਰੇ ਮਨ 'ਚ ਆਇਆ, ਇਟਲੀ ਤੋਂ ਆਇਆ ਸੀ ਨੌਜਵਾਨ ਮੁੰਡਾ, ਪੂਰਾ ਚੋਲਾ ਪਾ ਕੇ ਆਇਆ ਸੀ, ਤੇ ਉਹ ਫਿਰ ਆਂਦਾ ਵੀ ਮੇਰੇ ਮਨ 'ਚ ਆਇਆ ਇਟਲੀ 'ਚ ਉਧਰ ਦੇ 10 ਰੁਪਏ ਇਸ ਵੇਲੇ ਕੋਲ, ਸਾਡੇ ਤਾਂ ਕਾਫੀ ਹੋਣਗੇ, ਤੇ ਮੈਂ 10 ਰੁਪਏ ਨਾਈ ਨਾਲ ਲੈ ਲੈਣੇ ਸੀ ਉੱਥੋਂ, ਜਿਹੜਾ ਸਕੂਨ ਸਲੂਨ ਵਾਲਾ। ਮੈਂ ਸੋਚਿਆ ਵੀ 10 ਰੁਪਏ ਦਾ ਆਟਾ ਲੈ ਜਾਵਾਂ ਤੇ ਮੇਰਾ 1.5 ਮਹੀਨਾ ਲੰਘ ਜਾਣਾ, ਉੱਥੋਂ ਸਸਤਾ ਹੋਊਗਾ। ਆਂਦਾ ਮੈਂ 10 ਰੁਪਏ ਦਾ ਆਟਾ ਲੈ ਕੇ ਕੇਸ ਨਹੀਂ ਕਟਾਏ। ਜਿਹੜਾ ਮੈਨੂੰ ਡਰ ਲੱਗਦਾ, ਕੇਸ ਮੈਨੂੰ ਭੈੜ ਲੱਗਦੇ ਸੀ, ਮੈਨੂੰ ਸੋਹਣੇ ਲੱਗਣ ਲੱਗ ਪਏ। ਮੈਂ ਮੁੜ ਕੇ ਕਦੀ ਕਟਾਏ ਨਹੀਂ। ਸੰਗਤ ਵਿੱਚ ਸੰਗਤ ਦੀ ਕੋਈ ਵਡਿਆਈ ਕਰਦਾ ਸੀ, ਮੈਂ ਉਹ ਗੱਲ ਨੂੰ ਲੈਣਾ ਹੁੰਦਾ। ਮੇਰਾ ਮਤਲਬ ਕਿ ਮੇਰਾ ਕੋਈ ਕੇਸ ਨਹੀਂ ਸੀ ਹੱਲ ਹੁੰਦਾ। ਜਦੋਂ ਮੈਂ ਸੰਗਤ 'ਚ ਆਇਆ ਤੇ ਮੇਰਾ ਕੇਸ ਹੱਲ ਹੋ ਗਿਆ। ਇਹ ਜ਼ਰੂਰ ਹੋਏਗਾ ਕਿ ਸੰਗਤ ਇੱਕ ਬੜੀ ਸਮਰੱਥਾਵਾਨ ਚੀਜ਼ ਹੈ। ਇੰਨੀਆਂ ਬੱਤੀਆਂ ਜਗਦੀਆਂ ਨੇ, ਇੱਕ ਬੱਤੀ ਜਗਾ ਕੇ ਰੱਖ ਦਿਓ, ਪਰ ਜਿਹੜੀ ਇਕੱਲੀ ਇਕੱਲੀ ਬੱਤੀ ਜਗਦੀ ਹੈ ਤੇ ਛੋਟਾ ਛੋਟਾ ਜਿਹੜਾ ਗੁਣ ਹੈ ਉਹ ਇਕੱਠੇ ਸਮੂਹ ਦੇ ਵਿੱਚ ਸੰਗਤ ਰੂਪ ਬਣ ਜਾਂਦਾ। ਇਸ ਕਰਕੇ ਇਹਨਾਂ ਦਾ ਪ੍ਰਭਾਵ ਹੁੰਦਾ। ਸੰਗਤ ਦੀ ਬਹੁਤ ਹੀ ਵਡਿਆਈ ਗੁਰੂ ਘਰ ਵਿੱਚ ਕੀਤੀ ਹੋਈ ਹੈ, ਇੰਨੀ ਵਡਿਆਈ ਕੀਤੀ ਹੈ ਕਿ ਸੰਗਤ ਤੋਂ ਬਿਨਾਂ ਐਸੇ ਉਹਨੇ ਸ਼ਬਦ ਵਰਤੇ ਹੋਏ ਨੇ, ਜੈਸੇ ਪਸ਼ੂ ਢੋਰ। ਪਸ਼ ਢੋਰ ਜੋ ਹੁੰਦੇ ਨੇ, ਪਸ਼ ਹੁੰਦੇ ਨੇ ਜਿਵੇਂ ਕੋਈ ਥੋੜਾ ਦੁੱਧ ਦੇਤਾ ਜਾਂ ਵਗਦਾ ਹੈ, ਢੋਰ ਹੁੰਦਾ ਜਿਹੜਾ ਨਾ ਦੁੱਧ ਦਿੰਦਾ ਨਾ ਵਗਦਾ, ਬੈਠੇ ਪੱਠੇ ਖਾਈ ਜਾਂਦਾ ਤੇ ਗੋਹਾ ਕਰੀ ਜਾਂਦਾ, ਉਹ ਢੋਰ। ਐਸੀ ਹਾਲਤ ਹੈ ਉਹਨਾਂ ਲੋਕਾਂ ਦੀ ਜਿਹੜੀ ਸਾਧ ਸੰਗਤ ਤੋਂ ਬਚ ਜਾਂਦੇ, ਬਲਬੇ ਰਹਿ ਜਾਂਦੇ ਨੇ, ਤੇ ਜਿਹੜੇ ਸੰਗਤ ਵਿੱਚ ਰਲ ਜਾਂਦੇ ਨੇ ਉਹ ਆਪਣੇ ਆਪ ਦੀ ਪੜਚੋਲ ਕਰਨਾ ਸ਼ੁਰੂ ਕਰਨ ਵੀ ਮੈਂ ਜਦੋਂ ਤੋਂ ਸੰਗਤ 'ਚ ਆਇਆ ਮੇਰੇ 'ਚ ਕੋਈ ਤਬਦੀਲੀ ਆਈ ਹੈ ਕਿ ਨਹੀਂ ਆਈ। ਜੇ ਨਹੀਂ ਆਈ ਤਾਂ ਮੈਂ ਕੁਛ ਨਾ ਕੁਛ ਥੋੜਾ ਹੋਰ ਸਟੈਪ ਬਾਈ ਸਟੈਪ ਹੋ ਕੇ ਚੱਲਣਾ, ਇੱਕਦਮ ਬਦਲਣਾ ਬਹੁਤ ਔਖਾ ਹੋ ਜਾਂਦਾ। ਇਹ ਸੀ ਕੁਛ ਬੇਨਤੀਆਂ ਜਿਹਦੇ 'ਚ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਵੀ ਲੜਕੀਆਂ ਦੇ ਆਨੰਦ ਕਾਰਜ 'ਤੇ ਬਹੁਤਾ ਖਰਚ ਨਾ ਕਰੋ। ਲੜਕੀਆਂ ਦੇ ਛੱਡ ਛਡਾਈ, ਮੈਂ ਚੰਗੀ ਅੱਜ ਮੇਰੇ ਕੋਲ ਕੇਸ ਆਇਆ, ਮੇਰੇ ਕੰਨਾਂ ਨੂੰ ਹੱਥ ਲੱਗੇ, ਉਹ ਲੜਕੀ ਦਾ ਕਿਸ ਤਰੀਕੇ ਨਾਲ ਉਹਨੂੰ ਛੱਡਿਆ ਜਾ ਰਿਹਾ, ਤੇ ਮੈਂ ਸੁਣ ਕੇ ਹੈਰਾਨ ਹੋ ਗਿਆ। ਅੰਮ੍ਰਿਤਧਾਰੀ ਕੇਸ, ਦੋਵੇਂ ਪਾਸੇ ਅੰਮ੍ਰਿਤਧਾਰੀ, ਇੱਕ ਜਥੇ ਨਾਲ ਜੁੜਿਆ ਹੈ, ਦੂਸਰਾ ਮੇਰਾ ਕੋਲਾ ਵਾਲਾ ਜਿਹੜਾ ਹੈਗਾ, ਮੈਂ ਜੁੜੇ ਤਾਂ ਦੋਏ, ਮੈਂ ਇਹਨੂੰ ਗੁਰੂ ਗੋਬਿੰਦ ਸਿੰਘ ਨਾਲ ਕਹਾਂਗਾ ਜਾਂ ਗੁਰੂ ਗ੍ਰੰਥ ਸਾਹਿਬ ਨੇ ਕਹਿਆ, ਪਰ ਇੱਥੋਂ ਜਿਹੜੀ ਮੈਂ ਗੱਲ ਸੁਣੀ ਹੈ ਮੇਰਾ ਮਨ ਥੋੜਾ ਘਬਰਾ ਗਿਆ ਕਿ ਇਹਨਾਂ ਦੀ ਕਿਸ ਤਰੀਕੇ ਨਾਲ ਅਸੀਂ ਹੱਲ ਕਰ ਸਕਦੇ ਹਾਂ। ਜਿਹੜੇ ਆਨੰਦ ਕਾਰਜ ਕਰਨ ਤੋਂ ਬਾਅਦ ਵੀ ਦੂਜੇ ਦਿਨ ਕੱਢ ਕੇ ਮੈਂ ਇਹਨੂੰ ਰੱਖਣਾ, ਇਹ ਕਿਵੇਂ ਹੋ ਸਕਦਾ ਸਾਡੇ ਕੋਲ? ਇੱਥੇ ਕਾਨੂੰਨ ਨਾਲ ਸਾਡੀ ਇਹ ਗੱਲ ਜਿਹੜੀ ਹੈ ਉਹ ਦਬੋਚਣ ਦਾ ਯਤਨ ਕੀਤਾ ਹੋਇਆ, ਤੇ ਅਸੀਂ ਮੁਸਲਮਾਨਾਂ ਵਿੱਚ ਹਜੇ ਤੱਕ ਹੁਣੇ ਨਹੀਂ ਜਿਹੜੇ ਹੈਗਾ ਸੀ ਉਹ ਕਾਨੂੰਨ 3 ਤਲਾਕ ਵਾਲਾ ਇਹਨੇ ਬਣਾਇਆ, ਉਹ ਵੀ ਮੇਰਾ ਖਿਆਲ ਬਣਾ ਦਿੱਤਾ ਹੋਏਗਾ, ਪਰ ਉਹ ਲੋਕ ਮੰਨਣਗੇ ਨਹੀਂ, ਉਹ ਚੱਲਣਗੇ ਉੱਥੇ ਜਿੱਥੇ ਚੱਲਦਾ ਬਣਿਆ ਰਹੇ ਕਾਨੂੰਨ ਦੀ ਨਾਲ ਨਾ ਬਣਿਆ। ਇਸ ਕਰਕੇ ਸਾਡੇ ਧਰਮ ਵਿੱਚ ਕਮਜ਼ੋਰੀ ਰਹੀ ਹੈ। ਅਸੀਂ ਆਪਣੇ ਧਰਮ ਨੂੰ ਚੰਗੇ ਤਰੀਕੇ ਨਾਲ ਲੋਕਾਂ ਤੱਕ 313 ਸਾਲ ਹੋ ਗਏ ਨੂੰ ਬਣੇ ਨੂੰ, ਅਸੀਂ ਲੋਕਾਂ 'ਚ ਇਹਨੂੰ ਅਮੈਂਡਮੈਂਟ ਨਹੀਂ ਕਰ ਸਕੇ, ਇਹਨੂੰ ਲਾਗੂ ਨਹੀਂ ਕਰ ਸਕੇ, ਜਿਹਦੇ ਕਰਕੇ ਅੱਜ ਅਸੀਂ ਦੁੱਖਾਂ 'ਚ ਝੇਲਦੇ। ਤਾਂ ਤੁਹਾਡੇ ਚਰਨਾਂ 'ਚ ਅਸੀਂ ਜਥਾ ਮਾੜਾ ਜਿਹਾ ਪਿੰਡੋ ਪਿੰਡੀ ਜਾ ਕੇ ਤੁਹਾਤੋਂ ਪੈਸੇ ਨਹੀਂ ਕੋਈ ਮੰਗਦਾ ਵੀ ਸਾਨੂੰ ਕੀਰਤਨ ਦੇ ਨਹੀਂ ਪੈਸੇ ਦਿਓ, ਤੇ ਤੁਸੀਂ ਗਾਣ ਵਾਲਿਆਂ ਨੂੰ 1.5 ਲੱਖ ਰੁਪਇਆ ਦਿੰਦੇ ਆ, ਗੰਦੇ ਗੰਦੇ ਗਾਣੇ ਤੁਹਾਨੂੰ ਸੁਣਾ ਕੇ ਜਾਂਦੇ ਨੇ।
ਤੇ ਗ੍ਰੰਥੀ ਸਿੰਘ ਜਾਂ ਕੀਰਤਨੀਆਂ ਨੂੰ ਤੁਸੀਂ 2100 ਰੁਪਏ ਤੋਂ ਵੀ ਸੰਕੋਚ ਕਰਦੇ ਹੋ, ਜਿਹੜਾ ਕਿ ਬਹੁਤ ਮਾੜੀ ਗੱਲ ਹੈ। ਇਹ ਗੁਰੂ ਘਰ ਵਿੱਚ ਸੇਵਾ ਨਿਭਾਉਂਦੇ ਨੇ, ਇਹਨਾਂ ਦੀ ਇੱਜ਼ਤ ਕਰਨੀ, ਇਹਨਾਂ ਦੀ ਰਿਹਾਇਸ਼ ਦੇਣੀ ਸਾਡੇ ਵਾਸਤੇ ਜ਼ਰੂਰੀ ਹੈ। ਤੇ ਗੁਰਦੁਆਰੇ ਵਿੱਚ ਲੜਕੀਆਂ ਦੇ ਆਨੰਦ ਕਾਰਜ ਕਰਕੇ ਇਹ ਕੰਮ ਅੱਗੇ ਨਾ ਕਰਨ ਦਿਓ। ਜਿਹੜਾ ਬੰਦਾ ਲੜਕੀ ਛੱਡਦਾ ਉਹ ਤੋਂ ਫਿਰ ਕੋਈ ਵੀ ਰਿਸ਼ਤਾ, ਮੈਂ ਉਹਨੂੰ ਕਹਿਣ ਲੱਗਾ ਵੀ ਤੁਸੀਂ ਹੁਣ ਵੀਡੀਓ 'ਚ ਪਾ ਦਿਓ ਇਹ ਸਾਰੀ ਗੱਲ, ਤੇ ਵੀਡੀਓ 'ਚ ਪਾ ਕੇ ਸਾਰੇ ਫੇਰ ਦਿਓ। ਸਿੱਖ ਸਮੂਹ ਦਾ ਜਾ ਕੇ ਇਸ ਤਰੀਕੇ ਦੇ ਵੀ ਅੰਮ੍ਰਿਤਧਾਰੀ ਬੰਦੇ ਨੇ ਜਿਹੜੇ ਹੁਣ ਉਹਦੇ ਨਾਲ ਸਾਡੀ ਕੌਮ ਨੂੰ ਫਿਰ ਬੜੀ ਵੱਡੀ ਲਾਹਨਤ ਲੈਣੀ ਆ। ਇਹ ਵੀ ਗੱਲ ਮਾੜੀ ਆ ਵੀ ਆਪਾਂ ਉਹ ਗੱਲ ਨੂੰ ਇੰਨੀ ਚੁੱਕ ਕੇ ਖਿਲਾਰ ਦੇਈਏ ਤੇ ਦੂਜਿਆਂ ਦਾ ਸਾਰਿਆਂ ਦੇ ਅੰਮ੍ਰਿਤਧਾਰੀ ਦਾ ਵਿਸ਼ਵਾਸ ਉੱਡ ਜਾਏ। ਇਹ ਵੀ ਬਹੁਤ ਮਾੜੀ ਗੱਲ ਹੈ, ਬੜੀ ਸੋਚ ਕੇ ਗੱਲ ਕਰਨੀ ਪੈਂਦੀ ਹੈ। ਪਰ ਜਥੇਬੰਦੀ ਵਿੱਚ ਉਹਨੂੰ ਬਰਬਲੀ ਜਾਂ ਗੱਲ ਪਜਾਈ ਜਾਏ ਵੀ ਇਹ ਗੱਲ ਬਹੁਤ ਮਾੜੀ ਆ। ਉਹ ਬੰਦੇ ਨੂੰ ਬਿਠਾ ਕੇ ਸਾਰੇ ਜਥੇ ਨੂੰ ਕੋਈ ਪੰਚਮੈਂਟ ਜਾਂ ਤਨਖਾਹ ਲੈਣੀ ਚਾਹੀਦੀ ਵੀ ਤੂੰ ਇਹ ਕੀ ਕੰਮ ਕਰ, ਤਾਂ ਕਿ ਅੱਗੇ ਤੋਂ ਕੋਈ ਬੰਦਾ ਐਸਾ ਕੰਮ ਕਰਦਾ ਨਾ ਕਰੇ। ਇਹ ਵੀ ਛੋਟੀ ਜਿਹੀ ਗੱਲ ਨਹੀਂ ਹੁੰਦੀ। ਧੀ ਨੂੰ ਪਹਿਲਾਂ ਤੋੜ ਦੇਣਾ, ਬਾਅਦ ਚ ਉਹਨੂੰ ਕਹਿਣਾ ਮੈਂ ਰੱਖਣਾ ਨਹੀਂ ਗਾ ਹੈ, ਉਹ ਜਿੱਥੇ ਮਰਜ਼ੀ ਰਹੇ। ਇਹ ਸਾਡਾ ਬਹੁਤ ਘਿਨਾਉਣੀ ਹਰਕਤ ਹੈ। ਪਿੰਡ ਦੇ ਪੈਸੇ ਪਿੰਡ ਦੇ ਲੋਕਾਂ ਦੀ ਮਦਦ ਵਾਸਤਾ ਤੇ ਰੋਜ਼ ਦਾ ਦੀ ਸੰਗਤ ਤੇ ਗੁਰੂ ਵਾਲੇ ਬਣਨਾ ਤੇ ਪਿੰਡ ਵਿੱਚ ਨਸ਼ੇ ਖਤਮ ਕਰਨੇ ਤੇ ਵਿਰੋਧ ਆਦਿ ਪਾਰਟੀਆਂ ਖਤਮ ਕਰਕੇ ਵੋਟਾਂ ਜਿਹਨੂੰ ਮਰਜ਼ੀ ਪਾਓ, ਪਿੰਡ ਨੂੰ ਇਕਜੁੱਟ ਕਰਕੇ ਗੁਰੂ ਦੇ ਵਚਨਾਂ ਦੀ ਪਾਲਣਾ ਕਰਾਣੀ, ਗਰੀਬ ਗੁਰਬੇ ਦੀ ਮਦਦ ਕਰਨੀ। ਅਸੀਂ ਵੀ ਗਰੀਬ ਹਾਂ, ਨਾਨਕ ਗਰੀਬ ਤੇ ਆਗਿਆ ਦੁਆਰੇ, ਪਰ ਨਹੀਂ ਆਰਥਿਕਤਾ ਦੀ ਗਰੀਬੀ ਜਿਹੜੀ ਉਹ ਬਹੁਤ ਮਾੜੀ ਹੁੰਦੀ ਹੈ। ਸਾਡੇ ਕੋਲ ਗੁਰੂ ਦਾ ਦਿੱਤਾ ਹੈ, ਉਹਦੇ 'ਚ ਥੋੜਾ ਬਹੁਤ ਕਿਸਮ ਛੋਟੀ ਮੋਟੀ ਇੱਜ਼ਤ ਕਰਕੇ ਇੱਕ ਕਹਿੰਦੇ ਹੁੰਦੇ ਬਹੁਤਿਆਂ ਦੀਆਂ ਲਾਠੀਆਂ ਤੇ ਇੱਕ ਦਾ ਭਾਰ ਬਣ ਜਾਂਦਾ। ਥੋੜੇ ਥੋੜੇ ਪੈਸੇ ਵੀ ਪਾਈਏ ਤੇ ਕਿਸੇ ਦੀ ਕੋਈ ਲੱਤ ਜੋੜ ਦਿੱਤੀ, ਕਿਸੇ ਦੀ ਕੋਈ ਛੋਟੀ ਮੋਟੀ ਜੋ ਹੈਲਪ ਕਰ ਦਿੱਤੀ, ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹ ਗੁਰੂ ਨਾਨਕ ਦਾ ਮਿਸ਼ਨ ਹੈ ਜਿੱਥੇ ਸੇਵਾ ਤੇ ਸਿਮਰਨ ਦਾ ਸੁਮੇਲ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਕਿਸੇ ਨੂੰ ਮੇਰੀ ਗੱਲ ਤੋਂ ਮੂਰਖ ਬੱਤੀ ਤੋਂ ਕੋਈ ਦੁੱਖ ਲੱਗਿਆ ਹੋਇਆ, ਮੇਰੀ ਭੈਣ ਨੂੰ ਜਾਂ ਮੇਰੇ ਭਰਾ ਨੂੰ ਜਾਂ ਮੇਰੇ ਸਾਥੀਆਂ ਨੂੰ, ਤੇ ਮੈਂ ਦੋਵੇਂ ਹੱਥ ਜੋੜ ਕੇ ਸਾਰੇ ਦੁੱਖੀ ਮੰਦਾ ਜਾ ਚੁੱਕਿਆ। ਮੈਨੂੰ ਮਾਸ ਹੈ ਕਿ ਤੁਸੀਂ ਮੈਨੂੰ ਗਰੀਬ ਨੂੰ ਮਾਫ਼ ਕਰੋਗੇ। ਜੇ ਕਦੀ ਮੇਰੀ ਗਲਤੀ ਮਾਫ਼ ਕਰੋਗੇ, ਪਰਮਾਤਮਾ ਤੁਹਾਡੀ ਮਾਫ਼ ਕਰੇ। ਤੇ ਨਾਲ ਨਾਲ ਇਹਨਾਂ ਨੂੰ ਆਪਾਂ ਥੋੜਾ ਅੱਗੇ ਵਧੀਏ, ਜ਼ਰੂਰ ਇਸ ਗੱਲ ਨੂੰ ਛੇਤੀ ਤੋਂ ਛੇਤੀ ਲਾਗੂ ਕਰੀਏ ਕਿ ਸਾਰਿਆਂ ਦਾ ਅੰਮ੍ਰਿਤਧਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਮੁੱਢਲੀ ਸਿੱਖੀ ਦੀ ਚੋਟੀ ਬਹੁਤ ਦੂਰ ਹੈ, ਕਦੇ ਆਣੀ ਨਹੀਂ ਸਾਡੀ ਜ਼ਿੰਦਗੀ 'ਚ। ਸਿੱਖੀ ਦਾ ਐਂਡ ਨਹੀਂ ਆ ਸਕਦਾ। ਸਿੱਖੀ ਕਮਾਉਣ ਦਾ ਸਬਜੈਕਟ ਹੈ, ਇੱਥੇ ਪਹੁੰਚਣ ਦਾ ਸਬਜੈਕਟ ਨਹੀਂ ਵੀ ਅਸੀਂ ਫਲਾਨੀ ਥਾਂ ਪਹੁੰਚ ਜਾਣਾ। ਇਹ ਨਹੀਂ ਹੈ। ਅਸੀਂ ਸਿੱਖਿਆਰਥੀ ਬਣੇ, ਸਿੱਖੀ ਜਾਣੀ ਸਾਰੀ ਜ਼ਿੰਦਗੀ, ਸਿਰਫ ਸਿੱਖੀ ਦੇ ਸਿਧਾਂਤਾਂ ਦੀ ਪਾਲਣਾ ਕਰੀ ਜਾਣੀ, ਮੰਨ ਕੇ ਨਹੀਂ ਬਹਿ ਜਾਣਾ ਵੀ ਮੈਂ ਹੁਣ ਕਿਸੇ ਥਾਂ ਤੇ ਪਹੁੰਚ ਗਿਆ। ਇਹ ਗੱਲ ਸਾਡੀ ਬਹੁਤ ਵੱਡੀ ਗਲਤੀ ਹੈ। ਇਹ ਸਾਡੇ ਗੁਰੂਆਂ ਨੇ ਵੀ ਆਪਣੇ ਆਪ ਨੂੰ ਕਿਹਾ ਵੀ ਮੈਂ ਪਹੁੰਚਿਆ ਹੋਇਆ। ਉਹ ਵੀ ਇਹ ਕਹਿੰਦੇ ਰਹੇ ਕਿ ਮੈਂ ਤਾਂ ਔਗਣ ਹਾਰਾ, ਮੈਂ ਤਾਂ ਨੀਚ ਹਾਂ, ਪਰ ਨਹੀਂ, ਮਨੋਬਲ ਵਧਾ ਕੇ ਰੱਖਣਾ ਇਹ ਬੇਨਤੀ ਹੈ। ਕੁਰਬਾਨ ਕਰਦੇ ਹੋਏ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।